सत श्री अकाल, सलाम, नमस्कार, आदाब सब सत्कारत सजना नूं जो इस वक्त जिंदगी के रंगां ते वादियां तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सजना दा स्वागत करदा। भारती समां 7:31 हो चुके ने। सोमवार तो लैके शनिवार तक सवेरे 7 बजे तो लैके 9 बजे तक ते शाम नूं 7:30 बजे तो लैके 9:30 बजे तक तुहाडे नाल मुलाकात हुंदी है ते इस दौरान तुसी अपने इन्हां प्रोग्रामां नूं अपनी वैबसाइट tivanaradio.com दे जरिए सुणदे हो। अपनी वैबसाइट tivanaradio.com ते तुसी पंजाबी दे विच खबरां भी पढ़ सकदे हो ते नाल उत्थे तुहानूं आईफोन ते एंड्राइड ऐप्स दे लिंक मिलणगे। इंस्टॉल करो। टिवाणा रेडियो दा फेसबुक ते यूट्यूब पेज दा लिंक मिलेगा, लाइक करो, बैल आइकन दबावो। यूट्यूब दा लिंक अगर तुसी हासिल करना चाहुंदे हो अपने WhatsApp नंबर ते तां अपना WhatsApp ग्रुप नंबर है 9876309655 9876309655 अपना WhatsApp ग्रुप नंबर है ते इसे नंबर ते तुसी प्रोग्राम दे विच भी कॉल कर दिओ 9876309655। अपनी वैबसाइट tivanaradio.com ते खबरां पढ़न दे नाल नाल तुसी रेडियो भी सुन सकदे हो ते उत्थे तुहानूं अपने वक्-वक् लिंक मिलणगे ते ਉਹ ਲਿੰਕ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਪਸ ਦੇ ਅਤੇ ਆਪਣਾ ਕਾਲ ਟੂ ਲਿਸਨ ਨੰਬਰ ਮਿਲੇਗਾ ਅਮਰੀਕਾ ਦਾ, ਉਹ ਹੈ 667-930-9260 667-930-9260। ਇਸ ਕਾਲ ਟੂ ਲਿਸਨ ਨੰਬਰ ਤੇ ਕਾਲ ਕਰਕੇ ਪੂਰੇ ਅਮਰੀਕਾ ਭਰ ਦੇ ਵਿੱਚ ਤੁਸੀਂ ਆਪਣੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਤੇ ਇਹ ਤਾਂ ਸੀ ਹੁਣ ਤੱਕ ਦੀਆਂ ਬੇਨਤੀਆਂ। ਅੱਜ ਸ਼ਨੀਚਰਵਾਰ ਦੀ ਸ਼ਾਮ ਹੈ 26 फरवरी सन 2022, 15 फग्गण नानकशाही संमत 553। इस हफ्ते का यह आखिरी प्रोग्राम है ते राजनीतिक चर्चा के वास्ते अपने नाल एडवोकेट सुरिंदर सिंह जुड़ते हैं रोजाना सवेरे 7 तो 9 ते शाम नूं 7:30 तो 9:30 ते उन्हां दे नाल भी जल्द तुहाडा तारुफ कराउने आ ते प्रोग्राम नूं पसंद करदे हो तां अगे शेयर जरूर कर दिया करो। ये बेनती आप सब सजना नूं। ਤੇ ਖਬਰਾਂ ਜ਼ਿਆਦਾਤਰ ਜਿਹੜੀਆਂ ਨੇ ਉਹ ਯੂਕਰੇਨ ਦੇ ਇਸ਼ੂਜ਼ ਤੇ ਆ ਰਹੀਆਂ ਨੇ। ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਸੰਬੰਧੀ ਸਾਰੀ ਸਥਿਤੀ ਜਿਹੜੀ ਹੈ ਉਹ ਬੜੀ ਚਿੰਤਾਜਨਕ ਬਣ ਰਹੀ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਦਾ ਜਿਹੜਾ ਪਹਿਲਾ ਦਲ ਹੈ ਉਹ ਉੱਥੋਂ ਚੱਲ ਪਿਆ ਤੇ ਉਸ ਤੇ ਆਉਣ ਦੀ ਉਮੀਦ ਦੇ ਵਿੱਚ ਮਾਪਿਆਂ ਨੂੰ ਥੋੜੀ ਤਸੱਲੀ ਵੀ ਹੈ। ਭਾਰਤ ਸਰਕਾਰ ਨੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਨੇ ਪਰ ਜਿਹੜਾ ਜੰਗ ਦੇ ਦੌਰਾਨ ਸਥਿਤੀ ਬਣੀ ਆ ਉਹ ਚਿੰਤਾਜਨਕ ਹੈ ਕਿਉਂਕਿ ਭਾਰਤੀ ਵਿਦਿਆਰਥੀਆਂ ਦਾ ਜਿਹੜਾ ਪਹਿਲਾ ਬੈਚ ਹੈ ਉਹ ਯੂਕਰੇਨ ਤੋਂ ਚੱਲ ਕੇ ਹੰਗਰੀ ਪੁੱਜ ਚੁੱਕਾ ਹੈ। ਇਹ ਵਿਦਿਆਰਥੀ ਅੱਜ ਸ਼ਨੀਵਾਰ ਨੂੰ ਜੋਹਾਨੀ ਕ੍ਰਾਸਿੰਗ ਪੁਆਇੰਟ ਦੇ ਰਾਹੀਂ ਹੰਗਰੀ ਦੇ ਵਿੱਚ ਦਾਖਲ ਹੋਏ ਨੇ। ਇਹਨਾਂ ਵਿਦਿਆਰਥੀਆਂ ਨੂੰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਦੇ ਵਿੱਚ ਇੱਥੇ ਜਿਹੜਾ ਲਿਆਂਦਾ ਜਾ ਰਿਹਾ ਜਿੱਥੋਂ ਇਹਨਾਂ ਨੂੰ 에ਅਰ ਇੰਡੀਆ ਦੇ ਜਹਾਜ਼ ਦੇ ਰਾਹੀਂ ਫਿਰ ਭਾਰਤ ਲਿਆਂਦਾ ਜਾਵੇਗਾ। ਇਹ ਜਾਣਕਾਰੀ ਹੰਗਰੀ ਦੇ ਵਿੱਚ ਜਿਹੜਾ ਭਾਰਤੀ ਸਫਾਰਤਖਾਨਾ ਹੈ ਉਸ ਨੇ ਸਾਂਝੀ ਕੀਤੀ ਹੈ। ਤੇ ਇਸ ਦੌਰਾਨ ਪੰਜਾਬ ਦੇ ਨਾਲ ਵੀ ਸੰਬੰਧਿਤ ਕਾਫੀ ਵਿਦਿਆਰਥੀ ਨੇ ਜਿਹੜੇ ਜ਼ਿਆਦਾ ਮੈਡੀਕਲ ਨਾਲ ਸੰਬੰਧਿਤ ਨੇ। ਹਾਲਾਂਕਿ ਯੂਕਰੇਨ ਦੀ ਰਾਜਧਾਨੀ ਹੈ ਜੋ ਕੀਵ ਉਸ ਦੇ ਵਿੱਚ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ। ਇਸ ਸੰਬੰਧੀ ਸੁਰੱਖਿਆ ਕੌਂਸਲ ਦੀ ਮੀਟਿੰਗ ਦੇ ਵਿੱਚ ਭਾਰਤ ਲਾਂਭੇ ਰਿਹਾ। ਇਸ ਪ੍ਰੈਸ਼ਰ ਗਰੁੱਪ ਤੋਂ ਭਾਰਤ ਲਾਂਭੇ ਰਿਹਾ। ਸ਼ਾਇਦ ਭਾਰਤ ਇਸ ਦੇ ਵਿੱਚ ਵਧੀਆ ਭੂਮਿਕਾ ਨਿਭਾ ਰਿਹਾ। ਕਿਸੇ ਵੀ ਧਿਰ ਨਾਲ ਸਿੱਧਾ ਹਿੱਸਾ ਉਹ ਨਹੀਂ ਬਣ ਰਿਹਾ। ਡਿਪਲੋਮੈਟਿਕ ਨਜ਼ਰੀਏ ਤੋਂ ਉਹ ਸਾਰਾ ਕੁਝ ਕਰ ਰਹੇ ਨੇ ਤੇ ਖਲ ਕਲਾਂ ਨੂੰ ਜੇ ਵਿੱਚ ਵਿਚੋਲੇ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਭਾਰਤ ਉਹ ਰੋਲ ਵੀ ਨਿਭਾਏਗਾ ਕਿਉਂਕਿ ਇਹ ਅੰਤਰਰਾਸ਼ਟਰੀ ਪੋਲਿਟਿਕਸ ਦਾ ਹਿੱਸਾ ਹੈ। ਹਾਲਾਂਕਿ ਯੂਕਰੇਨ ਦਾ ਆਪਣਾ ਵੱਖਰਾ ਆਧਾਰ ਹੈ, ਰਸ਼ੀਆ ਦਾ ਆਪਣਾ ਵੱਖਰਾ ਆਧਾਰ ਹੈ ਪਰ ਕਿਤੇ ਨਾ ਕਿਤੇ ਅਮਰੀਕਾ ਜਾਂ ਨਾਟੋ ਫੌਜਾਂ ਨੇ ਜਿਹੜੀਆਂ ਉਹ ਵੀ ਇਸ ਮਾਮਲੇ ਦੇ ਵਿੱਚ ਆਪਣੀ ਡੂੰਘੀ ਰਣਨੀਤੀ ਦੇ ਅਧੀਨ ਆਪਣੀ ਪੈਂਠ ਬਣਾਉਣ ਦੇ ਸਿਲਸਿਲੇ ਦੇ ਵਿੱਚ ਇਹ ਸਾਰਾ ਜਿਹੜਾ ਘਟਨਾਕ੍ਰਮ ਘੜ ਰਹੀਆਂ ਨੇ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤੇ ਇਸ ਸਾਰੇ ਸਿਲਸਿਲੇ ਚੱਲਦਿਆਂ ਜਿਹੜਾ ਭਾਰਤ ਤੋਂ ਜਾਣ ਵਾਲਾ ਤੇ ਉਧਰੋਂ ਆਉਣ ਵਾਲਾ ਸਮਾਨ ਉਸ ਦੀ ਦਿੱਕਤ ਵੀ ਆਉਣੀ ਹੈ ਕਿਉਂਕਿ ਜੰਗ ਕਿਤੇ ਵੀ ਲੱਗੇ
ਉਹਦੇ ਨਾਲ ਕੁਦਰਤੀ ਅਫਰਾ ਤਫਰੀ ਦਾ ਮਾਹੌਲ ਫੈਲਦਾ ਹੈ, ਕਿਉਂਕਿ ਭਾਰਤੀ ਚੈਨਲਾਂ ਨੇ ਤਾਂ ਲੋਕਾਂ ਨੂੰ ਡਰਾ ਕੇ ਰਾਤਾਂ ਨੂੰ ਅੱਬੜ ਵਾਹੇ ਉਠਾਉਣਾ ਸ਼ੁਰੂ ਕਰ ਦਿੱਤਾ। ਤੇ ਇਸ ਦੇ ਵਿੱਚ ਜਿਹੜਾ ਖਾਸ ਕਰਕੇ ਤੇਲ ਕੀਮਤਾਂ, ਖਾਣ ਵਾਲਾ ਤੇਲ ਜਾਂ ਹੋਰ ਤੇ ਅਸਰ ਪੈਣਾ ਸ਼ੁਰੂ ਹੋ ਗਿਆ। ਤੇ ਇਸ ਸਾਰੇ ਸਿਲਸਿਲੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੱਜ ਵਿਸ਼ਵ ਪੱਧਰ ਤੇ ਜੋ ਤੇਲ ਦੀਆਂ ਕੀਮਤਾਂ ਵਧੀਆਂ ਨੇ ਉਹਨਾਂ ਦੇ ਮੱਦੇਨਜ਼ਰ ਭਾਰਤ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਜਿਹੜਾ ਉਹ ਮਹਿੰਗਾ ਕੀਤਾ ਹੈ। ਤੇ ਇਸ ਸੰਬੰਧੀ ਜਿਹੜੀਆਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਫੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 15, ਡੀਜ਼ਲ ਦੀਆਂ 20 ਫੀ ਲੀਟਰ ਸਾਂਝਾ ਕੀਤਾ। ਇਹ ਵੱਡਾ ਵਾਧਾ ਹੈ। ਇਹ ਪੈਟਰੋਲ ਜਿਹੜਾ ਹੈਗਾ ਖਾਸ ਕਰਕੇ ਸ਼੍ਰੀਲੰਕਾ ਦੇ ਵਿੱਚ ਹੈ, ਇਹ ਇੰਡੀਆ ਦੇ ਵਿੱਚ ਨਹੀਂ ਹੈ। ਲੰਕਾ ਦੇ ਵਿੱਚ ਪੈਟਰੋਲ ਦੀ ਕੀਮਤ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਉੱਥੇ ਵਧਾਈ ਹੈ, ਕਿਉਂਕਿ ਕਾਫੀ ਸਾਰੇ ਜਿਹੜੇ ਮੁਲਕ ਨੇ ਉੱਥੇ ਖਾਸ ਕਰਕੇ ਜਿਹੜੇ ਨੇੜਲੇ ਮੁਲਕ ਨੇ ਉਹਨਾਂ ਨੂੰ ਇਹ ਸਪਲਾਈ ਇੰਡੀਅਨ ਆਇਲ ਵੱਲੋਂ ਕੀਤੀ ਜਾਂਦੀ ਹੈ। ਪਰ ਭਾਰਤ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਇੰਡੀਅਨ ਆਇਲ ਨੇ ਸਾਰੇ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਰਾਵਣ ਦੇ ਮੁਲਕ ਦੇ ਵਿੱਚ ਕਹਿ ਲਈਏ ਜਾਂ ਲੰਕਾ 'ਚ ਕਹਿ ਲਈਏ, ਇਹ ਤੇਲ ਕੀਮਤਾਂ 20 ਰੁਪਏ ਲੀਟਰ ਡੀਜ਼ਲ 15 ਰੁਪਏ ਲੀਟਰ ਪੈਟਰੋਲ ਤੇ 20 ਰੁਪਏ ਲੀਟਰ 15 ਰੁਪਏ ਲੀਟਰ ਡੀਜ਼ਲ ਤੇ 20 ਰੁਪਏ ਲੀਟਰ ਪੈਟਰੋਲ ਵਧਾਇਆ। ਤੇ ਲੰਕਾ ਦੇ ਵਿੱਚ ਕਿਉਂਕਿ ਇੰਡੀਅਨ ਆਇਲ ਉੱਥੇ ਸਪਲਾਈ ਕਰਦਾ, ਉੱਥੇ ਪੈਟਰੋਲ 204 ਤੇ ਡੀਜ਼ਲ 139 ਰੁਪਏ ਫੀ ਲੀਟਰ ਹੋਇਆ ਇਸ ਦੇ ਨਾਲ। ਤੇ ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਜੋ ਅੱਜ ਹੋਇਆ ਮਤਾ, ਰੂਸ ਦੇ ਖਿਲਾਫ ਜੋ ਮਤੇ ਪਾਏ ਨੇ, ਉਸ ਦੌਰਾਨ ਭਾਰਤ ਉਸ ਦੇ ਵਿੱਚੋਂ ਗੈਰ ਹਾਜ਼ਰ ਰਿਹਾ। ਸੁਰਿੰਦਰ ਵੀਰ ਸਵਾਗਤ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਸੁਰਿੰਦਰ ਜੀ। ਤੇ ਜਿਸ ਦੌਰਾਨ ਸੁਰਿੰਦਰ ਵੀਰ ਖਬਰਾਂ ਨੇ, ਭਾਰਤੀ ਚੈਨਲਾਂ ਨੇ ਤਾਂ ਇਸ ਨੂੰ ਤੀਜੀ ਜੰਗ ਵੀ ਐਲਾਨ ਦਿੱਤਾ, ਤੀਸਰੀ ਵਿਸ਼ਵ ਜੰਗ ਐਲਾਨ ਦਿੱਤਾ ਹੈ। ਪਰ ਯੂਕਰੇਨ ਤੇ ਜਿਹੜਾ ਹਮਲਾ ਹੋਇਆ ਰਸ਼ੀਆ ਵੱਲੋਂ, ਉਸ ਦੀ ਨਿੰਦਾ ਕਰਨ ਵਾਲਾ ਜਿਹੜਾ ਮਤਾ ਪਾਇਆ ਗਿਆ ਸੁਰੱਖਿਆ ਕੌਂਸਲ ਵੱਲੋਂ, ਸੰਯੁਕਤ ਰਾਸ਼ਟਰ ਵੱਲੋਂ, ਭਾਰਤ ਨੇ ਉਸ ਦੇ ਵਿੱਚ ਵੋਟ ਨਾ ਪਾ ਕੇ ਜਾਂ ਆਪਣੀ ਗੈਰ ਹਾਜ਼ਰੀ ਰੱਖ ਕੇ ਇਹ ਚੀਜ਼ ਪੇਸ਼ ਕੀਤੀ ਹੈ ਕਿ ਅਸੀਂ ਕਿਸੇ ਦੇ ਵੀ ਨਾਲ ਨਹੀਂ ਹਾਂ, ਤੇ ਨਾ ਨਿੰਦਾ ਕੀਤੀ ਹੈ ਤੇ ਨਾ ਐਪਰੀਸ਼ੀਏਟ ਕੀਤਾ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਦੇ ਵਿਰੁੱਧ ਰੂਸ ਦੇ ਹਮਲਾਵਰ ਵਤੀਰੇ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਤੇ ਉਸ ਮਤੇ ਤੇ ਵੋਟਿੰਗ ਕੀਤੀ ਹੈ। ਭਾਰਤ ਇਸ ਦੇ ਵਿੱਚੋਂ ਗੈਰ ਹਾਜ਼ਰ ਰਿਹਾ। ਇਹ ਮਤਾ ਅਮਰੀਕਾ ਨੇ ਪਾਸ ਕੀਤਾ ਸੀ। ਹਾਲਾਂਕਿ ਰਸ਼ੀਆ ਆਪਣੇ ਹਮਖਿਆਲ ਦੋਸਤ ਚੀਨ ਦੇ ਨਾਲ ਕਾਫੀ ਸੰਪਰਕ ਬਣਾਇਆ ਹੋਇਆ ਉਸਨੇ, ਪਰ ਭਾਰਤ ਇਸ ਮੌਕੇ ਜਿਹੜਾ ਨਿਊਟਰਲ ਚੱਲ ਰਿਹਾ, ਜਿਸ ਦੌਰਾਨ ਇਹ ਵਧੀਆ ਹੈ ਕਿਉਂਕਿ ਭਾਰਤ ਇਸ ਸੁਰੱਖਿਆ ਪਰਿਸ਼ਦ ਮਤੇ ਦੇ ਵਿੱਚ ਜਿਹੜਾ ਨਹੀਂ ਸ਼ਾਮਲ ਹੋਇਆ। ਇਹ ਮਤਾ ਅਮਰੀਕਾ ਨੇ ਪੇਸ਼ ਕੀਤਾ ਸੀ, ਸੁਰੱਖਿਆ ਪਰਿਸ਼ਦ ਦੇ ਵਿੱਚ ਇਹ ਮਤਾ ਪਾਸ ਨਹੀਂ ਹੋ ਸਕਿਆ ਕਿਉਂਕਿ ਕੌਂਸਲ ਦੇ ਸਥਾਈ ਮੈਂਬਰ ਰੂਸ ਨੇ ਇਸ ਨੂੰ ਵੀਟੋ ਕਰ ਦਿੱਤਾ ਹੈ। ਪਰ ਫਿਰ ਵੀ ਭਾਰਤ ਦੀ ਜਿਹੜੀ ਇਹ ਡਿਪਲੋਮੈਟਿਕ ਪਹੁੰਚ ਹੈ, ਕੀ ਵੇਖਦੇ ਹੋ? ਕਿਉਂਕਿ ਇੱਕ ਪਾਸੇ ਅਮਰੀਕਾ, ਇੱਕ ਪਾਸੇ ਚੀਨ, ਅਸਲ ਦੇ ਵਿੱਚ ਇਹ ਦੋ ਵੱਡੇ ਮੁਲਕ ਬਣਦੇ ਜਾ ਰਹੇ ਨੇ ਵਿਸ਼ਵ ਤਾਕਤਾਂ ਨੇ। ਪਹਿਲਾਂ ਰਸ਼ੀਆ ਹੁੰਦਾ ਸੀ, ਪਰ ਹੁਣ ਰਸ਼ੀਆ ਤੇ ਚੀਨ ਯੂਕਰੇਨ ਦੀ ਇਸ ਜੰਗ ਦੇ ਮੱਦੇਨਜ਼ਰ ਅਲਾਇੰਸ ਦੇ ਵਿੱਚ ਨੇ। ਤੇ ਅਮਰੀਕਾ ਵੀ ਕੋਈ ਭਲਾ ਨਹੀਂ ਹੈ, ਉਹ ਵੀ ਹਰ ਥਾਂ ਜਾ ਕੇ ਉਹਨੇ ਟੰਗ ਫਸਾਉਣੀ ਹੁੰਦੀ ਹੈ, ਭਾਵੇਂ ਵੀਅਤਨਾਮ ਹੋਵੇ ਤੇ ਭਾਵੇਂ ਅਫਗਾਨਿਸਤਾਨ ਹੋਵੇ। ਇਸ ਸਿਲਸਿਲੇ ਵਿੱਚ ਭਾਰਤ ਦੀ ਇਸ ਡਿਪਲੋਮੈਟ ਜਿਹੜੀ ਨੀਤੀ ਤੈਅ ਕੀਤੀ ਹੈ, ਮੇਰਾ ਖਿਆਲ ਇਹ ਬਿਹਤਰ ਲੱਗਦਾ ਮੈਨੂੰ ਤਾਂ ਕਿ ਐਵੇਂ ਕਾਹਨੂੰ ਬਗਾਨੀ ਜੰਗ 'ਚ ਆਪਣਾ ਆਪ ਝੋਕਣਾ। ਜੀ ਸੁਰਿੰਦਰ, ਕੀ ਮਹਿਸੂਸ ਕਰਦੇ ਹੋ? ਉਹ ਬਿਹਤਰ ਹੈ, ਮੈਂ ਉਹਦੇ ਨਾਲ ਸਹਿਮਤ ਹਾਂ, ਪਰ ਭਾਰਤ ਨੂੰ ਇਸ ਤੋਂ ਵੀ ਅੱਗੇ 2 ਸਟੈਪ ਵਧਣਾ ਚਾਹੀਦਾ ਸੀ। ਜੰਗ ਰੋਕਣ ਦੇ ਲਈ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਸੀ। ਜਿਹੜੀ ਸਥਿਤੀ ਅੱਜ ਯੂਕਰੇਨ ਤੇ ਭਾਰਤ 'ਚ ਵੀ ਆ ਸਕਦੀ ਆ, ਇਸ ਕਰਕੇ ਕੋਈ ਨਾ ਕੋਈ ਸਟੈਂਡ ਲੈਣਾ ਬਣਦਾ ਸੀ। ਨਿਊਟਰਲ ਹੋਣਾ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੁੰਦਾ। ਠੀਕ ਆ, ਉੱਤੇ ਧਿਰ ਨਹੀਂ ਬਣੇ, ਉਹ ਚੰਗੀ ਗੱਲ ਆ, ਧਿਰ ਬਣਨਾ ਵੀ ਨਹੀਂ ਚਾਹੀਦਾ। ਪਰ ਜੇ ਧਿਰ ਨਹੀਂ ਬਣਨਾ ਤੇ ਘੱਟੋ ਘੱਟ ਅਜਿਹੀ ਧਿਰ ਬਣੋ ਕਿ ਜਿਹਦੇ ਨਾਲ ਤੁਸੀਂ ਦੋਨਾਂ ਧਿਰਾਂ 'ਚੋਂ ਕਿਸੇ ਨਾ ਕਿਸੇ ਧਿਰ ਨੂੰ ਸਹਿਮਤ ਕਰਨ ਦੇ ਕਾਬਲ ਹੋਵੋ, ਉਹਦੇ ਯੋਗ ਹੋਵੋ ਕਿ ਉੱਥੇ ਖੜ ਕੇ ਤੁਸੀਂ ਕਹਿ ਸਕੋ ਕਿ ਜੰਗ ਰੋਕੋ, ਜਿਹੜਾ ਮਸਲੇ ਦਾ ਹੱਲ ਹੋ ਜਾਏਗਾ। ਔਰ ਮਸਲੇ ਦਾ ਹੱਲ ਕਰਨਾ ਚਾਹੀਦਾ, ਨਾ ਕਿ ਮੂੰਹ ਚੱਕ ਕੇ ਦੇਖਣਾ ਚਾਹੀਦਾ ਕਿ ਕਦੋਂ ਤੱਕ ਉੱਥੇ ਲੋਕਾਂ ਦੀਆਂ ਜਾਨਾਂ ਦਾ ਜਿਹੜਾ ਖੌਅ ਬਣਿਆ ਹੋਇਆ, ਜਿਹੜਾ ਧੜਾ ਧੜ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਰੋਲ ਰਹੀਆਂ ਨੇ, ਦੇਸ਼ ਪੂਰਾ ਬਰਬਾਦ ਹੋ ਰਿਹਾ। ਇਹ ਬਰਬਾਦੀ ਮਤ ਸੋਚੋ ਕਿ ਅੱਜ ਉਸ ਦੇਸ਼ ਤੇ ਆ, ਕੱਲ ਨੂੰ ਕਿਸੇ ਤੇ ਵੀ ਆ ਸਕਦੀ ਆ। ਕਿਸੇ ਟਾਈਮ ਅਫਗਾਨਿਸਤਾਨ 'ਚ ਕੀ ਕੁਝ ਹੋਇਆ ਸੀ,
रूस ने कीता ही सी। पर अखीर की होया, जिन्हां दे नाल इन्ना लंबा आडा लिया उन्हां नूं उत्थों खंडेड़िया, अखीर उन्हां नाल समझौता करके अपना अमरीका निकलिया, कुछ खट्टिया तां नहीं सीगा। हुण गल है जिहड़ियां वड्डियां धिरां ने वो हमेशा छोटियां धिरां नूं दबाउंदियां ने, ठीक है। हुण गल तां अपना 1991 के आस पास भी लै जाओ, उस वेले दी है। जिस वेले सोवियत संघ जिहड़ा सीगा वो टुटिया सीगा, ठीक है ना, वो टुटिया सीगा तो उहदे बाद उस वेले होया सीगा कि ये जिहड़े छोटे कंट्री ने ये कोई भी जिहड़ा वा यूरोपियन संघ नाल नहीं जाएगा, ठीक है। और अमरीका ने एक एक करके कई कंट्री मिला ले। हुण ये भी जाण नूं फिरदा सी, हुण अज तां स्टेटमेंट आ गई आ उत्थों दे की कहने हुंदे अपने उन्हां दे प्रधानमंत्री दी, उहने कह दिता कि पहला सानू ये लारे लाउंदे रहे, सानू उकसाउंदे रहे, हुण साडी सपोर्ट ते कोई नहीं उतरिया ते उतरदा भी कोई नहीं हुंदा। हुण गल ये है कि जिहड़ा 1980 तो बाद दा 90 तक दा वो समा सी 2000 तक दा, उदों रूस जिहड़ा वो बहुत कमजोर पै चुकिया सीगा। अज वो कमजोर नहीं है, अज वो अमरीका नूं कट चुकिया, वो इस वक्त दुनिया दी पावर नंबर 1 बन चुकिया। ते भारत भी इसे तांग च बैठा कि रूस केस ना झगड़ियां च पै के किसी टाइम कमजोर होवे ते असी जिहड़ी दुनिया दी ताकत है वो नंबर 1 ते आ जी। इस चिकनबाजी च पए होए आ। चाहिदा ते सीगा, चाहिदा ये सी कि एदा कोई हल कढना। ये नहीं सी, ये जरूरी नहीं कि अमरीका दी फेवर च खड़दे, नहीं जरूरी नहीं उत्थे वोट पाउंदे उस उन्हां दी फेवर च, ये उत्थे मसला रखदे कि कोई धिर ना बनो, सारे न्यूट्रल होवो, न्यूट्रल होके दोनों कंट्रियां नूं बिठाइए, जंग बंद कराइए, इन्हां दा समझौता कराइए। बेहतरी ओहदे च सी, जिहड़ी मनुखी जानां जा रही ने ओहदा जिम्मेवार कौन आ, ठीक है। जिहड़ा यूक्रेन दा इस वक्त नुकसान हो रहा, जिस तरह नुकसान तो चलो रूस का भी हो रहा, पर रूस का घाटा यूक्रेन का ज्यादा, क्योंकि अटैक हमले जिहड़े हो रहे ने वो रूस तो हो रहे ते यूक्रेन का जिहड़ा बाकी माली नुकसान हो रहा वो तो हो रहा, पर जिहड़ा जानां दा नुकसान हो रहा ओहदी भरपाई कौन करूगा? जिहड़ा माली नुकसान हो रहा ओहदी भरपाई कित्थे होनी है? अल्टीमेटली की आ कि हार तक के यूक्रेन जिहड़ा वो सरैंडर कर जूगा, सरैंडर कर जूगा तो इन्हां नाल समझौता हो जूगा, असीं तुहाडे तो बाहर नहीं जावांगे तो काम खत्म हो जूगा। पर गल ते आ कि ये मसला तो बैठ के निबेड़िया जा सकदा। जदों पिछले 5-6 महीने तो टेंटा चल रहा, उदण दा बैठ के समझौता कराउण दी किसी ने कोशिश नहीं की। हुण जिहड़े 30 कंट्री एक बन्ने इकट्ठे होए बैठे सी, उन्हां नूं चेतावनी दिंदे सी, चेतावनी देण दा की मतलब सी जां तां मैदान च उतर जांदे फिर वर्ल्ड वार तो डरदे सी कि वर्ल्ड वार लग जूगी। फिर भाई जे वर्ल्ड वार तो डरदे हो तो फिर घट्टो घट दो देशां च लगी हुई जंग जिहड़ी आ ਉਹਨੂੰ रोकना भी किसी ना किसी की जिम्मेवारी जिहड़ी ਉਹ ਬਣਦੀ ਸੀ। ਭਾਰਤ ਤੇ ਚਾਈਨਾ 'ਚ जंग लगी सी, ਉਹਦੇ 'ਚ भी तो ਵਿਚੋਲਗੇ ਪਏ ਸੀ, ਉਹ भी तो बंद होई सी। पाकिस्तान ਨਾਲ 2 ਜੰਗਾਂ ਹੋਈਆਂ ਨੇ, ਉਹ ਕਿਹੜਾ नहीं बंद होईयां सी, ਭਾਵੇਂ 1965 ਦੀ ਭਾਵੇਂ 1971 ਦੀ ਸੀ। इस करके जंग लगदी आ। समस्या कित्थे खड़दी, जिहड़ी दुनिया दी पावर नंबर 1 कंट्री हुंदा ਉਹ की करदा कि ਉਹ अपनी मन मर्जी करदा, ठीक है। सदाम हुसैन ना काहदा रौला सी कि ਉਹਦੇ ਕੋਲ बड़ा भंडारा जी, वो पूरे वर्ल्ड नूं तबाह कर दू जे वो निकले उत्तों की, क्योंकि रूस अपनी ताकत दिखाउणी चाहुंदा सी। ਉਹਦੇ बाद अफगानिस्तान च दिखाई ते हौली हौली इत्थे को पहुंच गया ते हुण रूस अगे लंघ गया ते फिर अमरीका दे पल्ले तो कुछ नहीं पिया। हुण अमरीका पिछे आ, हुण रूस मोरे आ। हुण समस्या ये आउंदी वर्ल्ड लैवल ते कि इधर चाइना ते रूस एक बन्ने खड़ गए और भारत लिए यही समस्या। पाकिस्तान भावें कुछ नहीं है पर पाकिस्तान उन्होंने मगर खड़ेगा। 1990 तो पहला दा दौर ਉਹ ਸੀ जिस वेले भारत ਜਿਹੜਾ ਸੀਗਾ ਇਹ रूस नाल खड़दा सी, लेकिन पाकिस्तान ਜਿਹੜਾ ਸੀ ਉਹ अमरीका नाल खड़दा सी। दोनों कंट्री एक दूजे की मदद करदे सी। हुण अज हालात उल्ट हो गई कि रूस दे नेड़े ਜਿਹੜਾ ਉਹ पाकिस्तान चल गया, चाइना दे ते रूस दे, ते ਜਿਹੜਾ इंडिया ਸੀਗਾ ਉਹ अमरीका दे चला गया। इस करके आ टिकड़बाजी तो खेडी जाती है, पर चंगा होवे बैठ के समझौता दोनों धिरां दा करवाया जावे ते जिहड़ा मनुखी जानां दा घाण हो रहा वो घट्टो घट ना होवे। वैसे ਇਹਦੇ 'ਚ ਗੱਲ ਦੇਖੀ ਜਾਵੇ कि दुध तो अमेरिका भी है नहीं,
ਜੇ ਹੁਣ ਆਪਣੇ ਪੰਜਾਬ ਦੀ ਮੂਵਮੈਂਟ ਨੂੰ ਵੇਖੀਏ, ਆਪਾਂ ਤਾਂ ਸਾਰੀਆਂ ਚੀਜ਼ਾਂ ਵੇਖੀਆਂ ਨੇ। ਇੱਕ ਪਾਸੇ UK, ਬ੍ਰਿਟੇਨ, ਇਹ ਸਾਰੇ ਮੁਲਕਾਂ ਨੇ ਕੀ ਗੇਮ ਖੇਡੀ ਉਦੋਂ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਐਜੀਟੇਸ਼ਨ ਚੱਲੀ। ਮਾਰਗਰੇਟ ਥੈਚਰ, ਇੰਦਰਾ ਗਾਂਧੀ ਦੀ ਗੱਡੀ ਖਾਸਮ ਖਾਸ ਸੀ। ਇੱਕ ਪਾਸੇ ਸਾਰਾ ਉਹ ਸਪੋਰਟ ਕਰਨਾ, ਸਾਰਾ ਡਿਸੀਜਨ ਦੇਣਾ, ਤੇ ਦੂਸਰੇ ਪਾਸੇ ਜਦੋਂ ਇਹ ਸਾਰਾ ਕੁਛ ਹੈ ਤੇ ਸਭ ਤੋਂ ਪਹਿਲਾਂ ਪੋਲੀਟੀਕਲ ਅਸਾਈਲਮ ਹੈ ਜਿਹੜਾ ਉਹ UK ਖੇਡਦਾ। ਸੋ ਇਸ ਤਰ੍ਹਾਂ ਹਰ ਖਿੱਤੇ ਦੇ ਵਿੱਚ ਕੋਈ ਵੀ ਬਗਾਵਤ ਉੱਠਦੀ ਹੈ, ਉਹਨੂੰ ਵਿਸ਼ਵ ਪੱਧਰ ਤੇ ਕੈਸ਼ ਕਰਨ ਵਾਲੇ ਮੁਲਕ ਨੇ ਜਿਹੜੇ ਉਹ ਵੇਖਦੇ ਨੇ। ਗੱਲ ਉਹੀ ਹੈ ਨਾ, ਜਿਵੇਂ ਪੰਜਾਬੀ 'ਚ ਸਿੱਧੀ ਭਾਸ਼ਾ 'ਚ ਕਹੀਏ ਕਿ ਜਦੋਂ ਸ਼ਰੀਕ ਦੇ ਜਾਂ ਗੁਆਂਢੀਆਂ ਦੇ ਕੋਈ ਵੰਡ ਵੰਡਾਰੇ ਦਾ ਰੌਲਾ ਪੈਂਦਾ ਤੇ ਫਿਰ ਉਹਦੇ ਬਾਗੀ ਹੋਏ ਮੁੰਡੇ ਨੂੰ ਉਂਗਲਾਂ ਲਾਉਣ ਵਾਲੇ, ਉਹਨਾਂ ਦੀਆਂ ਨੂੰਹਾਂ ਨੂੰ ਉਕਸਾਉਣ ਵਾਲੇ, ਉਹ ਗੁਆਂਢ ਕਿਹੜਾ ਘੱਟ ਕਰਦਾ। ਉਹੀ ਜੋ ਵਰਤਾਰਾ ਆਪਣੇ ਪਿੰਡਾਂ 'ਚ ਹੁੰਦਾ, ਕੋਈ ਕਹਿੰਦਾ ਚੱਕ ਕੇ ਥਾਣੇ ਚੱਲ, ਕੋਈ ਕਹਿੰਦਾ ਬਾਪੂ ਤੇਰੇ ਨੇ ਕੀਤਾ ਕੁਛ ਨਹੀਂ, ਫੜ ਲਾ ਧੌਣ ਤੋਂ, ਸਿੱਟ ਲਾ ਵੱਟ ਤੇ ਕਈ ਨੂੰਹਾਂ ਨੂੰ ਉਂਗਲ ਦੇਣਗੇ, ਕਹਿਣਗੇ ਫੜ ਲਾ ਸੱਸ ਨੂੰ ਗਾਟੇ ਤੋਂ, ਹਨਾ। ਸੋ ਉਹੀ ਕਹਾਣੀ ਹੈ ਜਿਹੜੀ ਘਰਾਂ 'ਚ ਵਾਪਰਦੀ ਹੈ। ਉਹ ਕਹਿੰਦੇ ਆ ਕਿ ਸ਼ਰੀਕ ਇੱਕ ਸਿਹਰੇ ਬੰਨ ਕੇ ਨਹੀਂ ਢੁੱਕਦਾ ਤੇ ਕਸਰ ਕੋਈ ਨਹੀਂ ਛੱਡਦਾ, ਸ਼ਰੀਕ ਲਾਵੇ ਲੀਕ ਜਿੱਥੋਂ ਤੀਕ। ਸੋ ਉਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਅਮਰੀਕਾ ਨੇ ਵੀ ਤਾਂ ਲਾਣੇਦਾਰੀ ਹਰ ਜਗ੍ਹਾ ਵਿੱਢੀ ਹੋਈ ਹੈ, ਹਥਿਆਰ ਵੇਚਦੇ ਨੇ ਤੇ ਆਪਣਾ ਪੱਟ ਉੱਪਰ ਨਹੀਂ ਆਉਂਦਾ। ਕਿੰਨੇ ਲੋਕ ਅਮਰੀਕਾ ਦੇ ਵਿੱਚ ਭੁੱਖਮਰੀ, ਗਰੀਬੀ ਗੁਰਬਤ ਦਾ ਵੀ ਸ਼ਿਕਾਰ ਨੇ, ਤੇ ਕਿੰਨੇ ਉੱਥੇ ਬੱਚੇ ਨੇ ਜਿਹੜੇ ਬਾਗੀ ਹੋ ਕੇ ਰੋਜ਼ ਸਕੂਲਾਂ 'ਚ ਫਾਇਰਿੰਗ ਕਰਦੇ ਨੇ। 65,000 ਬੰਦਾ 2019 ਦੇ ਵਿੱਚ, ਜਿਹੜੇ ਅੰਕੜੇ ਸੀ 19 ਤੋਂ 20 ਦੇ, ਜਾਂ 65,000 ਬੰਦਾ ਓਵਰਡੋਜ਼ ਨਾਲ ਅਮਰੀਕਾ 'ਚ ਮਰਦਾ। ਭਾਵੇਂ ਵੀਅਤਨਾਮ ਦਾ ਰੌਲਾ ਹੈ, ਸੀਰੀਆ ਦਾ, ਸੁਡਾਨ ਦਾ, ਪਾਕਿਸਤਾਨ ਦਾ, ਭਾਰਤ ਦਾ, ਅਫਗਾਨਿਸਤਾਨ ਦਾ, ਤੇ ਹਰ ਥਾਂ ਇਹਨਾਂ ਨੇ ਲਾਣੇਦਾਰੀ ਕਰਨੀ ਓ ਕਰਨੀ ਹੈ ਨਾ, ਟਿੱਕੇ ਰਹਿਣ ਕੋਈ ਨਹੀਂ ਦੇਣਾ। ਸੋ ਇਹ ਸਾਰੀ ਜਿਹੜੀ ਘਟਨਾ ਆ, ਵੈਸੇ ਪੰਜਾਬ ਦੇ ਲੋਕਾਂ ਦਾ ਜਿਹੜਾ ਰੁਝਾਨ ਹੈ ਨਾ, ਉਹ ਕਿਤੇ ਨਾ ਕਿਤੇ ਇਹ ਸੋਚ ਕੇ ਕਿ ਰਸ਼ੀਆ ਕਾਮਰੇਡ ਨੇ ਜੀ, ਇਹੀ ਤੰਗ ਕਰਦੇ ਨੇ। ਪਰ ਹੁਣ ਤੁਸੀਂ ਵੇਖੋ ਕਿ ਰਸ਼ੀਆ ਟਿਕਿਆ ਬੈਠਾ ਹੈ ਤੇ ਰਸ਼ੀਆ ਨੂੰ ਯੂਕਰਾਨ ਦੇ ਰਾਹੀਂ ਉਕਸਾਇਆ ਵੀ ਜਾ ਰਿਹਾ। ਹੁਣ ਅਮਰੀਕਨ ਸੈਨਾਵਾਂ ਨੇ ਜਿਹੜੀਆਂ, ਜਾਂ ਨਾਟੋ ਮੁਲਕ ਨੇ, ਉਹ ਕਿੱਥੋਂ ਤੱਕ ਘੁਸਪੈਠ ਕਰਦੇ ਨੇ ਉਹਦੇ ਸਿਸਟਮ ਦੇ ਵਿੱਚ। ਉਹ ਜਦੋਂ ਯੂਕਰੇਨ ਅਲੱਗ ਹੋਇਆ, ਉਹਨੇ ਇਹੀ ਆਖਿਆ ਸੀਗਾ ਕਿ ਭਾਈ ਨਾਟੋ ਦਾ ਹਿੱਸਾ ਨਹੀਂ ਬਣਨਾ, ਅਮਰੀਕਾ ਦੇ ਧੱਕੇ ਨਹੀਂ ਚੜਨਾ, ਤੇ ਅਗਲਾ ਚੜ ਗਿਆ, ਹਨਾ। ਕਿਤੇ ਨਾ ਕਿਤੇ ਗਲਤੀਆਂ, ਗੁਸਤਾਖੀਆਂ ਤਾਂ ਯੂਕਰੇਨ ਦੀਆਂ ਵੀ ਨੇ ਨਾ। ਕੀ ਵੇਖਦੇ ਹੋ? ਨਹੀਂ, ਦੇਖੋ, ਜਦੋਂ ਬਾਪੂ ਬੁੱਢਾ ਹੁੰਦਾ ਨਾ ਤੇ ਪੁੱਤ ਤੇ ਛਾਲਾ ਮਾਰਦਾ ਵੀ ਹੁਣ ਵਾਗਡੋਰ ਮੇਰੇ ਹੱਥ 'ਚ ਆ ਗਈ ਆ, ਮੈਂ ਆ 4 ਕਿੱਲੇ ਆਪਣੇ ਵੱਖ ਕਰ ਲਏ ਆ, ਤੇ ਹੁਣ ਮੈਂ ਆਪਦਾ ਆੜਤੀਆ ਵੀ ਅਲੱਗ ਰੱਖੂੰਗਾ ਤੇ ਆਪਦਾ ਜਿੰਨੇ ਮਰਜ਼ੀ ਪੈਸੇ ਲਾਉਂਗਾ ਤੇ ਜਿੰਨੇ ਮਰਜ਼ੀ ਖਰਚੂੰਗਾ। ਇਹ ਹੁੰਦਾ, ਠੀਕ ਹੈ। ਉਹ ਕਹਿੰਦਾ ਜਿੰਨੀ ਦੇਰ ਬਾਪੂ ਦੀ ਦੂਸਰਾ ਕੀ ਕਹਿੰਦੇ ਲਾਣੇਦਾਰੀ ਰਹਿ ਗਈ, ਹੁਣ ਮੇਰੀ ਆ। ਤਾਂ ਫਿਰ ਪਤਾ ਨਹੀਂ ਹੁੰਦਾ, ਕਈ ਵਾਰੀ ਬਾਪੂ ਏਦਾਂ ਦੀ ਟਿਕਣਬਾਜ਼ੀ ਖੇਡਦਾ। ਬਾਪੂ ਕਹਿੰਦਾ ਕੋਈ ਨਹੀਂ ਪੁੱਤ, ਜਿੰਨੇ ਮਰਜ਼ੀ ਆੜਤੀਏ ਕਰ ਲਾ, ਜਿਹੜਾ ਮਰਜ਼ੀ ਸ਼ਾਹੂਕਾਰ ਫੜ ਲਾ, ਇਹ ਕਿੱਲੇ 4 ਅਜੇ ਤੱਕ ਤੇ ਮੇਰੇ ਨਾਲ ਹੀ ਬੋਲਦੇ ਆ, ਜਿੱਦਣ ਮਰਜ਼ੀ ਗੋਲਮੋਲ ਕਰਾ ਦੂੰਗਾ। ਭੱਜ ਕਿੱਥੇ ਭੱਜਦਾ? ਹੁਣ ਯੂਕਰੇਨ ਨਾਲ ਤਾਂ ਉਹ ਕੁਛ ਹੋਇਆ, ਠੀਕ ਹੈ। ਯੂਕਰੇਨ ਭੱਜਣਾ ਚਾਹੁੰਦਾ ਸੀ, ਉਹਨਾਂ ਨੇ ਬ੍ਰੇਕਾਂ ਲਾ ਲਈਆਂ। ਹੁਣ ਯੂਕਰੇਨ ਜਿਨ੍ਹਾਂ ਦੇ ਸਿਰ ਤੇ ਤੜਫਦਾ ਸੀ, ਉਹ ਜਿਹੜੇ ਸੀਗੇ ਉਹ ਭੱਜ ਗਏ। ਹੁਣ ਯੂਕਰੇਨ ਨੇ ਅੱਜ ਸਟੇਟਮੈਂਟ ਹੀ ਸਿੱਧਮ ਸਿੱਧੀ ਉਹਨਾਂ ਦੇ ਦਿੱਤੀਆਂ। ਕੌਣ ਤੱਕ ਸਾਨੂੰ ਭੜਕਾਉਂਦੇ ਰਹੇ, ਸਾਨੂੰ ਦੂਸਰਾ ਉਧਰ ਲਿਜਾਣ ਦੇ ਲਈ, ਤੇ ਹੁਣ ਕਹਿੰਦੇ ਸਾਰੇ ਸਾਡਾ ਸਾਥ ਛੱਡ ਕੇ ਭੱਜ ਗਏ, ਅਸੀਂ ਮੁਸੀਬਤ 'ਚ ਫਸੇ। ਮੁਸੀਬਤ ਦੇ ਵੇਲੇ ਸਾਡਾ ਕੋਈ ਵੀ ਸਾਥ ਨਹੀਂ ਦਿੰਦਾ। ਈਵਨ ਕਿ ਯੂਕਰੇਨ ਨੇ ਤਾਂ ਭਾਰਤ ਨੂੰ ਅਪੀਲ ਕੀਤੀ ਆ ਕਿ ਸਾਡਾ ਸਾਥ ਦਿਓ। ਹੁਣ ਗੱਲ ਇਹ ਹੈ ਕਿ ਜਿੱਥੋਂ ਤੱਕ ਤੁਸੀਂ ਰੂਸ ਦੀ ਗੱਲ ਕੀਤੀ, ਦੇਖੋ ਰੂਸ ਦਾ ਕੀ ਹੈ ਕਿ ਨੋ ਡਾਊਟ ਕਿ ਜਿਹੜਾ 1984 ਵਾਪਰਿਆ, ਉਹ 'ਚ ਰੂਸ ਦਾ ਬਹੁਤ ਵੱਡਾ ਹੱਥ ਸੀ, ਕਿਉਂਕਿ ਉਸ ਵੇਲੇ ਭਾਰਤ ਜਿਹੜਾ ਰੂਸ ਦੇ ਬਹੁਤ ਨਜ਼ਦੀਕ ਸੀ। ਉਸ ਵੇਲੇ ਅਮਰੀਕਾ ਨਾਲ ਕੋਈ ਬਹੁਤਾ ਤਾਲੁਕਾਤ ਨਹੀਂ ਸੀਗੇ ਭਾਰਤ ਦੇ। ਉਦੋਂ ਜੋ ਵੀ ਖਰੀਦਣਾ, ਜੋ ਕਰਨਾ, ਜੋ ਦੇਸ਼ ਵੇਚਣਾ, ਕਿਹਦੇ ਸਪੁਰਦ ਵੇਚਣਾ, ਉਹ ਸਾਰਾ ਕੁਝ ਰੂਸ ਦੇ ਰਾਹੀਂ ਚੱਲਦਾ ਸੀਗਾ। ਬਾਕੀ ਨਹੀਂ ਸੀ ਕਿਧਰੇ ਵੀ ਬਹੁਤਾ ਕੁਝ ਸੀ। ਪਰ ਉਹ ਹੁਣ ਜਦੋਂ ਹਾਲਾਤ ਬਦਲੇ, ਮਾਰਗਰੇਟ ਥੈਚਰ ਵੀ ਜਿਹੜੇ 30 ਸਾਲ ਬਾਅਦ ਦਸਤਾਵੇਜ਼ ਸਾਹਮਣੇ ਆਏ ਨੇ, ਉਹਨਾਂ 'ਚ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਤਾਂ ਇੰਦਰਾ ਗਾਂਧੀ ਨੂੰ ਸਪੋਰਟ ਕਰਨ ਦੀ, ਜਿਹੜਾ ਦੱਸਿਆ ਜਾਂਦਾ ਕਿ ਉਹ ਜਿਹੜੀ ਐਕਸਰਸਾਈਜ਼ ਸੀ ਉਹ ਉੱਥੇ ਕਰਵਾਈ ਗਈ ਕਿ ਕਿੱਦਾਂ ਅਟੈਕ ਕਰਨਾ, ਉਹ ਸਾਰੀ ਰਣਨੀਤੀ ਘੜੀ ਗਈ ਜੀ। ਨਹੀਂ, ਮੈਂ ਉਹਦੇ ਨਾਲ ਸਹਿਮਤ ਹਾਂ, ਉਹ ਘੜੀ ਤੇ ਗਈ ਹੁਣ। ਪਰ ਹੁਣ ਇਸ ਵੇਲੇ ਕੀ ਆ, ਸਿਮਰਨਜੀਤ ਸਿੰਘ ਮਾਨ ਨੇ ਸਟੇਟਮੈਂਟ ਦੇ ਦਿੱਤੀ, ਹੋਰ ਵੀ ਕਈਆਂ ਨੇ ਦੇ ਦਿੱਤੀ, ਕਹਿੰਦੇ 1984 'ਚ ਜਿਹੜਾ ਕੁਛ ਆਪਣੇ ਨਾਲ ਕੀਤਾ ਉਹਦਾ ਬਦਲਾ ਹੁਣ ਰੂਸ ਤੋਂ ਲੈਣਾ ਬਣਦਾ। ਅੱਛਾ, ਜਿਹੜੇ ਪੋਸਟਾਂ ਪਾਉਣ ਵਾਲੇ ਆ ਉਹਨਾਂ ਨੂੰ ਪੁੱਛੇ ਵੀ ਤੁਸੀਂ ਰੂਸ 'ਚ ਕਦੋਂ ਪਹੁੰਚੋਗੇ? ਠੀਕ ਹੈ, ਤੁਸੀਂ ਯੂਕਰੇਨ ਪਹੁੰਚ ਜਾਓ,
ਤੇ ਜਾ ਕੇ ਕਰ ਲਓ। ਕਹਿੰਦੇ ਜਿੰਨੇ ਯੂਕਰੇਨ ਦੇ ਵਿੱਚ ਸਟੱਡੀ ਬੇਸ ਤੇ ਗਏ ਹੋਏ ਆ ਉਹ ਸਾਰੇ ਉੱਥੇ ਰੁਕ ਜਾਣ ਤੇ ਹਥਿਆਰ ਚੱਕ ਲੈਣ ਤੇ ਰੂਸ ਤੋਂ 1984 ਦਾ ਬਦਲਾ ਲੈ। ਪੋਸਟਾਂ ਧੜਾ ਧੜ ਪੈ ਰਹੀਆਂ ਨੇ। ਠੀਕ ਆ। ਇੱਕ ਨੇ ਤਾਂ ਬੜੀ ਸੋਹਣੀ ਅੱਜ ਪੋਸਟ ਪਾਈ ਆ, ਕਹਿੰਦਾ ਸਿਮਰਨਜੀਤ ਸਿੰਘ ਮਾਨ ਇਮਾਨ ਸਿੰਘ ਮਾਨ ਨੂੰ ਲੈ ਕੇ ਯੂਕਰੇਨ ਪਹੁੰਚ ਗਿਆ ਸੋਵੀਅਤ ਆਪਣੇ ਤੋਂ ਰੂਸ ਤੋਂ ਬਦਲਾ ਲੈਣ ਦੇ ਲਈ। ਕਹਿੰਦਾ ਹੁਣ ਹਾਲਾਤ ਕੀ ਨੇ ਓਵਰਆਲ। ਦੇਖੋ ਮੈਂ ਪਹਿਲਾਂ ਕਿਹਾ ਕਿ ਜਿਹੜਾ ਵੀ ਇੱਕ ਆਮ ਕਰਕੇ ਨਾ ਕਹਾਵਤ ਬਣੀ ਹੋਈ ਕਿ ਹਰ ਵੱਡੀ ਮਛਲੀ ਜਿਹੜੀ ਛੋਟੀ ਨੂੰ ਖਾ ਜਾਂਦੀ ਹੈ। ਠੀਕ ਹੈ। ਹੁਣ ਜੇ ਉਹ ਪਾਵਰ ਇਸ ਵੇਲੇ ਦੁਨੀਆ ਦੀ ਨੰਬਰ 1 ਬਣ ਗਈ ਹੈ ਨਾ, ਤੇ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਸੀ। ਉਹਨਾਂ ਨੂੰ ਆ ਕਿ ਜਿਹੜੇ ਪਹਿਲਾਂ ਸਾਡੇ ਕੋਲ ਟੁੱਟ ਕੇ ਚਲ ਗਏ ਇਹਨਾਂ ਨੂੰ ਤਨਾਅ ਸੀ ਬਖਸ਼ੀਏ। ਦੂਸਰੀ ਗੱਲ ਇਹ ਵੀ ਆ ਕਿ ਜਦੋਂ ਯੂਕਰੇਨ ਕਾਬੂ ਆ ਗਿਆ ਤੇ ਉਹਨਾਂ ਨੇ ਹੋਰ ਵੀ ਕਈਆਂ ਵੱਲ ਨੂੰ ਮੂੰਹ ਘਮਾਉਣਾ ਵਾ। ਜਿੱਦਾਂ ਅਮਰੀਕਾ ਆਪਣੀਆਂ ਮਨਮਰਜ਼ੀਆਂ ਕਰਦਾ ਰਿਹਾ ਬ੍ਰਿਟੇਨ ਨੂੰ ਲੈ ਕੇ, ਉਹੀ ਕੁਛ ਇਹ ਕਰਨਗੇ। ਤੇ ਫਿਰ ਇਹਨਾਂ ਨੇ ਨਾ ਬ੍ਰਿਟੇਨ ਦੀ ਸੁਣਨੀ ਆ, ਨਾ ਇਹਨਾਂ ਰੂਸ ਦੀ ਸੁਣਨੀ ਆ, ਨਾ ਆਪਣੇ ਦੀ ਅਮਰੀਕਾ ਦੀ, ਨਾ ਕਿਸੇ ਹੋਰ ਦੀ ਸੁਣਨੀ ਆ। ਹਾਂ ਜੇ ਬ੍ਰੇਕਾਂ ਲਾਉਣੀਆਂ ਸੀ ਹੁਣ ਮੌਕਾ ਸੀ, ਕੱਲੇ ਯੂਕਰੇਨ ਦੇ ਨਾਲ ਸਮਝੌਤਾ ਕਰਾ ਕੇ ਇੱਥੇ ਗੱਡੀ ਰੋਕ ਲੈਂਦੇ। ਬਾਅਦ ਵਿੱਚ ਜਿਹੜਾ ਯੂਰਪੀਅਨ ਸੰਘ ਆ ਉਹਦਾ ਨੁਕਸਾਨ ਹੋਣਾ, ਬਾਕੀ ਕੰਟਰੀ ਕਿਕ ਕਰਕੇ ਉਧਰੋਂ ਟੁੱਟਣਗੇ ਜਦੋਂ। ਕਿਉਂਕਿ ਦੇਖੋ ਕਿਸੇ ਦੀ ਸ਼ੈ ਤੇ ਕੋਈ ਬਹੁਤੀ ਦੇਰ ਡਾਂਗਾ ਨਹੀਂ ਖਾ ਸਕਦਾ। ਅੱਛਾ ਯੂਕਰੇਨ ਦੀ ਤਾਂ ਵੱਡੀ ਸਮੱਸਿਆ ਕਿ ਇਹਦੀ ਸਰਹੱਦ ਬਹੁਤ ਲੰਬੀ ਆ, ਸਾਰੀ ਦੀ ਸਾਰੀ ਰੂਸ ਨਾਲ ਲੱਗਦੀ ਆ। ਜਦੋਂ ਮਰਜ਼ੀ ਅਗਲੇ ਐਂਟਰ ਹੋ ਜਾਂਦੇ ਆ। ਹੁਣ ਇਹੀ ਸਮੱਸਿਆ ਉਹਦੇ ਲਈ ਖੜੀ ਹੋਈ ਹੈ ਨਾ। ਜਿਹੜੇ ਕੰਟਰੀ ਉਸ ਤੋਂ ਅਗਲੇ ਬੰਨੇ ਆ ਉਹਨਾਂ ਉਹ ਥੋੜੇ ਜਿਹੇ ਸੇਫ ਸਾਈਡ ਆ, ਪਰ ਇਹ ਤਾਂ ਸੇਫ ਸਾਈਡ ਨਹੀਂ ਆ। ਪਰ ਹੁਣ ਪੂਰੇ ਵਰਲਡ ਲੈਵਲ ਤੇ ਹੈ ਕਿ ਜੋ ਮਰਜ਼ੀ ਕਹਿਣ, ਜਿੰਨੀਆਂ ਮਰਜ਼ੀ ਸਟੇਟਮੈਂਟਾਂ ਦੇਣ, ਜਿਹੜੇ ਮਰਜ਼ੀ ਮਤੇ ਪਾ ਲੈਣ, ਜੋ ਮਰਜ਼ੀ ਕਰ ਲੈਣ, ਪਰ ਅੰਦਰੋਂ ਕਿਸੇ ਵੀ ਧਿਰ ਨੇ ਉੱਠ ਕੇ ਸਿੱਧਾ ਰੂਸ ਨੂੰ ਇਹ ਨਹੀਂ ਕਿਹਾ ਕਿ ਆਓ ਇੱਥੇ ਬੈਠੋ ਆਪਾਂ ਗੱਲਬਾਤ ਰਾਹੀਂ ਇਹ ਮਸਲਾ ਨਿਬੇੜੀਏ। ਇਹ ਮਸਲਾ ਜਿਹੜਾ ਇਸ ਤਰ੍ਹਾਂ ਉਲਝਾਉਣ ਦੇ ਨਾਲ ਜਿਹੜੀਆਂ ਮਨੁੱਖੀ ਜਾਨਾਂ ਉਹ ਜਾਂਦੀਆਂ ਨੇ, ਨੁਕਸਾਨ ਹੁੰਦਾ ਘਰਾਂ ਦੇ ਘਰ। ਤੁਸੀਂ ਦੇਖੋ ਤੇ ਤਬਾਹੀ ਕਿੱਦਾਂ ਮਚੀ, ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਜਿਹੜੇ ਉਹ ਵਿਲਕਦੇ ਫਿਰ ਰਹੇ ਆ, ਕੀ ਹਾਲਾਤ ਆ, ਕਿਸ ਤਰ੍ਹਾਂ ਟੈਂਕ ਜਿਹੜੇ ਆ ਉਹ ਜਾਂਦੀਆਂ ਕਾਰਾਂ ਦੇ ਉੱਪਰ ਦੀ ਚੜ ਰਹੇ, ਕਿੱਦਾਂ ਮਤਲਬ ਕਾਰਾਂ ਨੂੰ ਥੱਲੇ ਤਹਿਸ ਨਹਿਸ ਕਰ ਦਿੰਦੇ, ਕਿੱਦਾਂ ਲੋਕ ਕਲਪ ਰਹੇ, ਕੀ ਕੁਛ ਹੋ ਰਿਹਾ। ਮਤਲਬ ਕੋਈ ਛੋਟੀ ਗੱਲ ਥੋੜੀ ਹੈ। ਹਾਂ ਹੁਣ ਇੰਨਾ ਜ਼ਰੂਰ ਹੈ ਕਿ ਯੂਕਰੇਨ ਜਿਹੜਾ ਉਹ ਰਸ਼ੀਆ ਦੇ ਉੱਤੇ ਅਟੈਕ ਨਹੀਂ ਕਰ ਰਿਹਾ, ਉਹ ਤਾਂ ਸਿਰਫ ਉਹਨਾਂ ਦੇ ਅਟੈਕ ਜਿਹੜਾ ਆ ਰਿਹਾ ਉਹਦਾ ਜਵਾਬ ਦੇਣ ਲਈ ਆਪਦੀ ਅਜੇ ਤਿਆਰੀ ਕਰ ਰਿਹਾ। ਇਸ ਤੋਂ ਅੱਗੇ ਯੂਕਰੇਨ ਦੇ ਪੱਲੇ ਹਾਲ ਦੀ ਘੜੀ ਕੁਝ ਵੀ ਨਹੀਂ ਹੈ। ਬਿਲਕੁਲ। ਤੇ ਪੁਤਨ ਵੱਲੋਂ ਜਿਹੜਾ ਖਾਸ ਕਰਕੇ ਨਾਟੋ ਨੂੰ ਚੇਤਾਵਨੀ ਦਿੱਤੀ ਗਿਆ ਤੇ ਨਾਲ ਯੂਕਰੇਨੀ ਫੌਜਾਂ ਨੂੰ ਵੀ ਕਿਹਾ ਗਿਆ ਤੁਸੀਂ ਤਖਤਾ ਪਲਟ ਦਿਓ, ਤੁਹਾਡੇ ਨਾਲ ਸਲੂਕ ਬਿਹਤਰ ਹੋਏਗਾ। ਤੇ ਹੁਣ ਉਹ ਰਸ਼ੀਅਨ ਜਿਹੜੀਆਂ ਯੂਕਰੇਨੀ ਫੌਜਾਂ ਨੇ ਉਹ ਆਪਣੇ ਮੁਲਕ ਨਾਲ ਨਿਭਣ ਗਈਆਂ ਜਾਂ ਰਸ਼ੀਆ ਨਾਲ ਨਿਭਣ ਗਈਆਂ। ਤੇ ਇਸ ਸੰਬੰਧੀ ਰੂਸ ਨੇ ਜਿਹੜੇ ਆਪਣੇ ਖਿੱਤੇ ਦੇ ਵਿੱਚ ਬਹੁਤ ਸਾਰੀਆਂ ਸੋਸ਼ਲ ਸਾਈਟਸ ਨੇ, ਫੇਸਬੁੱਕ ਆ ਜਾਂ ਹੋਰ ਹੈ, ਉਹਨਾਂ ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ, ਹੁਣ ਜਿਵੇਂ ਦੇਖੋ ਉਹ ਕਾਰ ਨੂੰ ਕੁਚਲਿਆ ਗਿਆ ਜਾਂ ਹੋਰ ਹਾਲਾਤ ਨੇ ਕਿ ਉੱਥੋਂ ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਉਹ ਬਾਹਰ ਨਾ ਜਿਹੜੀਆਂ ਇੰਟਰਨੈਟ ਦੇ ਸੇਵਾਵਾਂ ਤੇ ਬੈਨ ਹੋਏਗਾ ਤਾਂ ਜੋ ਜਿਹੜੀ ਫੁਟੇਜ ਆ ਜੋ ਕੁਝ ਉੱਥੇ ਵਾਪਰ ਰਿਹਾ ਉਹ ਬਾਹਰ ਨਾ ਨਿਕਲੇ। ਹਾਲਾਂਕਿ ਇਸ ਦੌਰਾਨ ਅੱਜ 9 ਵਜੇ ਦੇ ਕਰੀਬ ਜਿਹੜੀ ਭਾਰਤੀ ਵਿਦਿਆਰਥੀਆਂ ਦੀ ਫਲਾਈਟ ਹੈ ਜਿਹੜੀ ਬੰਬੇ 에ਅਰਪੋਰਟ ਪਹੁੰਚ ਸਕਦੀ ਹੈ। ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੇ ਵਲਾਦੀਮੀਰ ਜ਼ੈਲੈਂਸਕੀ ਉਸ ਨੂੰ ਅਮਰੀਕਨ ਸਰਕਾਰ ਨੇ ਭਾਵੇਂ ਰਾਜਧਾਨੀ ਛੱਡਣ ਲਈ ਆਖਿਆ, ਪਰ ਜ਼ੈਲੈਂਸਕੀ ਨੇ ਇਨਕਾਰ ਕੀਤਾ ਕਿ ਮੈਨੂੰ ਭੱਜਣ ਦਾ ਰਾਹ ਨਾ ਦੱਸੋ, ਜੰਗ ਚੱਲ ਰਹੀ ਹੈ, ਮੈਨੂੰ ਅਸਲਾ ਦਿਓ, ਯਾਤਰਾ ਦਾ ਰਸਤਾ ਨਾ ਮੈਨੂੰ ਸੁਝਾਓ। ਉਸ ਨੇ ਰਸ਼ੀਅਨ ਰਾਸ਼ਟਰਪਤੀ ਨੂੰ ਇਹ ਸੁਨੇਹਾ ਅਮਰੀਕਨ ਸਰਕਾਰ ਨੂੰ ਇਹ ਸੁਨੇਹਾ ਜਿਹੜਾ ਦੇ ਦਿੱਤਾ ਕਿ ਮੈਨੂੰ ਸੁਰੱਖਿਅਤ ਰਸਤਾ ਨਾ ਦਿਖਾਓ ਬਲਕਿ ਮੈਨੂੰ ਜਿਹੜਾ ਅਸਲਾ ਦਿਓ ਤਾਂ ਜੋ ਅਸੀਂ ਲੜ ਸਕੀਏ। ਤੇ ਇਸ ਦੌਰਾਨ ਪੁਤਨ ਨੇ ਨਾਟੋ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇ ਨਾਟੋ ਦੇਸ਼ ਇਸ ਦੇ ਵਿੱਚ ਦਾਖਲ ਹੋਏ ਤਾਂ ਇਸ ਦੇ ਵਿੱਚ ਜਿਹੜਾ ਜੇ ਮਤਲਬ ਪੁਤਨ ਨਾਟੋ ਮੁਲਕਾਂ 'ਚ ਸ਼ਾਮਲ ਹੁੰਦਾ ਹੈ, ਦਾਖਲ ਹੁੰਦਾ ਹੈ ਤਾਂ ਫਿਰ ਅਮਰੀਕਾ ਉਹਦਾ ਮੂੰਹ ਤੋੜ ਜਵਾਬ ਦੇਵੇਗਾ। ਅਮਰੀਕਨ ਰਾਸ਼ਟਰਪਤੀ ਨੇ ਵਲਾਦੀਮੀਰ ਪੁਤਨ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਨਾਟੋ ਮੁਲਕਾਂ ਦੇ ਵਿੱਚ ਤੁਸੀਂ ਨਹੀਂ ਵੜਨਾ। ਸੋ ਇਸ ਦੌਰਾਨ ਅਜੇ ਭਾਵੇਂ ਕਿ ਜਿਹੜੇ ਪੋਪ ਨੇ ਉਹਨਾਂ ਨੇ ਜਿਹੜਾ ਉੱਥੇ ਰੋਮ ਦੇ ਵਿੱਚ ਜਿਹੜਾ ਰਸ਼ੀਅਨ ਦੂਤਾਵਾਸ ਸੀ ਉੱਥੇ ਜਾ ਕੇ ਅਪੀਲ ਵੀ ਕੀਤੀ ਹੈ, ਪਰ ਅਜੇ ਕੋਈ ਇਸ ਜੰਗ ਨੂੰ ਰੋਕਣ ਦੇ ਵਾਸਤੇ ਕੋਈ ਨਿੱਘਰ ਕੋਸ਼ਿਸ਼ ਨਹੀਂ ਹੋ ਰਹੀ। ਯੂਐਨਓ ਕਿਉਂਕਿ ਆਪ ਆਲੋਚਨਾ ਕਰ ਰਿਹਾ ਉਸਦੀ, ਹਾਲਾਂਕਿ ਮਤਾ ਜਿਹੜਾ ਰਸ਼ੀਆ ਨੇ ਵੀਟੋ ਕਰ ਦਿੱਤਾ ਤੇ ਸੁਰੱਖਿਆ ਕੌਂਸਲ ਦਾ ਮਸਲਨ ਉਸ ਮਸਲੇ ਨੂੰ ਜਿਵੇਂ ਤੁਸੀਂ ਆਖਿਆ ਕਿ ਠੰਡਾ ਕਰਨ ਵਾਸਤੇ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਬਲਕਿ
ਉਹ ਰਸ਼ੀਆ ਤੇ ਦਬਾਅ ਕਿ ਤੁਸੀਂ ਹਮਲਾ ਕਰ ਰਹੇ ਹੋ ਕਿ ਅਸਲ ਕਾਰਨ ਕੀ ਨੇ? ਬਲਦੀ ਅੱਗ ਦੇ ਵਿੱਚ ਕੋਈ ਮਤਲਬ ਬਚਾਅ ਦੀ ਗੱਲ ਅਜੇ ਕਿਸੇ ਪਾਸਿਓਂ ਸੁਰਿੰਦਰ ਵੀ ਨਜ਼ਰ ਨਹੀਂ ਆਉਂਦੀ। ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਜ਼ਰੂਰ ਇਹ ਤਾਕੀਦ ਕੀਤੀ ਹੈ ਕਿ ਤੁਸੀਂ ਗੁਆਂਢੀ ਦੇਸ਼ਾਂ ਵੱਲ, ਸਰਹੱਦਾਂ ਵੱਲ ਜਾਣ ਤੋਂ ਗੁਰੇਜ਼ ਕਰੋ। ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਲੱਗੇ ਹੋਏ ਹਾਂ, ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਕੋਸ਼ਿਸ਼ ਦੇ ਵਿੱਚ ਨੇ ਕਿ ਸ਼ਾਇਦ ਕਿਸੇ ਹੋਰ ਮੁਲਕ ਦੇ ਵਿੱਚ ਬਾਰਡਰ ਤੋਂ ਨਿਕਲ ਸਕੀਏ, ਕਿਉਂਕਿ ਉੱਥੇ ਬਾਰਡਰ ਤੇ ਨਿਕਲਣਾ ਖਤਰਨਾਕ ਹੋ ਸਕਦਾ ਹੈ ਤੇ ਉਹਦੇ ਚੋਂ ਫਿਰ ਟਰੇਸ ਕਰਨੇ ਵੀ ਮੁਸ਼ਕਲ ਹੋ ਸਕਦੇ ਨੇ। ਜੀ ਸੁਰਿੰਦਰ। ਨਹੀਂ, ਬਿਲਕੁਲ। ਦੇਖੋ, ਗੱਲ ਇਹ ਹੈ ਕਿ ਸਾਰੇ ਦੇਸ਼ ਇੱਥੇ ਇੱਕੋ ਆ ਕਿ ਇਹ ਦੋਨੋਂ ਕੰਟਰੀ ਥੱਕ ਜਾਣ ਲੜ ਕੇ। ਠੀਕ ਹੈ, ਹੁਣ ਅਮਰੀਕਾ ਕਹਿੰਦਾ ਨਾਟੋ ਦੇਸ਼ਾਂ ਦੇ ਵਿੱਚ ਤੁਸੀਂ, ਨਾਟੋ 'ਚ ਜਿਹੜੇ ਸ਼ਾਮਲ ਆ ਦੇਸ਼, ਉਹਨਾਂ ਦੇ ਵਿੱਚ ਤੁਸੀਂ ਐਂਟਰ ਨਹੀਂ ਹੋਵੋਗੇ। ਤੇ ਫਿਰ ਇਹਨੂੰ ਕਿਉਂ ਹੁਣ ਤੱਕ ਉਕਸਾ ਰਹੇ ਸੀ? ਠੀਕ ਹੈ, ਮਤਲਬ ਇਹ ਜਿਹੜੀ ਬੱਕਰੀ ਕਸਾਈ ਦੇ ਦੂਸਰਾ ਕੀ ਕਹਿੰਦੇ ਹੁੰਦੇ, ਖੋਖੇ ਮੋਰੇ ਲਿਆ ਕੇ ਬੰਨੀਏ, ਕਿਉਂ ਬੰਨੀ ਆ? ਨਾ ਭੜਕਾਉਂਦੇ, ਉਦੋਂ ਹੀ ਇਹਨੂੰ ਰਹਿਣ ਦਿੰਦੇ। ਬਾਕੀਆਂ ਲਈ ਚੇਤਾਵਨੀ ਦੇ ਦਿੱਤੀ ਤੇ ਇਹਦੇ ਲਈ ਕਿਉਂ ਨਹੀਂ ਦਿੱਤੀ? ਜਾਂ ਇਹਦੇ ਲਈ ਕੋਈ ਪ੍ਰਬੰਧ ਕਰ ਲੈਂਦੇ ਕਿ ਬਈ ਇੱਥੇ ਲੜਾਈ ਜਿਹੜੀ ਉਹ ਬੰਦ ਹੋਵੇ। ਨਾ ਤੁਸੀਂ ਲੜਾਈ ਬੰਦ ਕਰਾਉਣ ਲਈ ਕੁਝ ਕੀਤਾ, ਨਾ ਉਹਦੀ ਮਦਦ ਕਰਨ ਲਈ ਆਏ। ਤੁਸੀਂ ਚੇਤਾਵਨੀ ਦਿੰਦੇ ਰਹਿ ਗਏ ਇੱਕ ਬੰਨੇ ਸਾਰੇ ਕੰਟਰੀ ਇਕੱਠੇ ਹੋ ਕੇ ਕਿ ਤੁਸੀਂ ਸੁਧਰ ਜਾਓ, ਅਸੀਂ ਨਹੀਂ ਤੇ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ। ਹੁਣ ਜਵਾਬ ਦੇਣਾ ਸੀ ਤੇ ਦਿੰਦੇ, ਜੇ ਜਵਾਬ ਨਹੀਂ ਦੇਣਾ ਤਾਂ ਫਿਰ ਉੱਤਰ ਕੇ ਮੈਦਾਨ 'ਚ ਆਉਂਦੇ, ਆ ਕੇ ਅਗਲਿਆਂ ਨੂੰ ਉਹਨਾਂ ਦਾ ਸਮਝੌਤਾ ਕਰਾਉਂਦੇ ਦੋਨਾਂ ਧਿਰਾਂ ਦਾ। ਹੁਣ ਇਹ ਕਿੱਦਾਂ ਹੋ ਸਕਦਾ ਕਿ ਅਮਰੀਕਾ ਕਹੇ ਭਾਰਤ ਨੂੰ ਤੇ ਭਾਰਤ ਜਾ ਕੇ ਬੈਠ ਕੇ ਸਮਝੌਤਾ ਨਾ ਕਰਾਵੇ? ਹੁਣ ਭਾਰਤ ਦੀ ਜੋ ਮਰਜ਼ੀ ਆ ਰੂਸ ਦੇ ਨਾਲ ਤਾਂ ਬਣਦੀ ਹੈ ਨਾ, ਚਾਹੇ ਚਾਈਨਾ ਨਾਲ ਨਹੀਂ ਬਣਦੀ ਹੈ। ਝਗੜਾ ਕਿਹਦੇ ਨਾਲ ਆ? ਝਗੜਾ ਤਾਂ ਰੂਸ ਨਾਲ ਆ। ਉਧਰੋਂ ਜੇ ਬ੍ਰਿਟੇਨ ਕਹਿੰਦਾ, ਇਹ ਕਿੱਦਾਂ ਹੋ ਸਕਦਾ ਸੀਗਾ ਕਿ ਭਾਰਤ ਸਮਝੌਤਾ ਨਾ ਕਰਾਉਂਦਾ? ਪਰ ਹੁਣ ਸਾਰੀਆਂ ਧਿਰਾਂ ਇੱਥੇ ਪਈਆਂ ਹੋਈਆਂ ਨੇ ਕਿ ਕੋਈ ਗੱਲ ਨਹੀਂ, ਥੋੜਾ ਦੇਰ ਚੱਲ ਲੈਣ ਦੋ। ਇੱਕ ਧਿਰ ਜਿਹੜੀ ਬਿਲਕੁਲ ਕਮਜ਼ੋਰ ਹੋ ਜੂ। ਕਮਜ਼ੋਰ ਕਿਹੜੀ ਨੇ ਹੋਣਾ? ਕਮਜ਼ੋਰ ਸਾਰਿਆਂ ਨੂੰ ਪਤਾ ਯੂਕਰੇਨ ਨੇ ਹੋਣਾ, ਕਿਉਂਕਿ ਉਹ ਕੰਟਰੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਹੁਣ ਗੱਲ ਤੇ ਆ ਨਾ, ਜੇ ਟਰੱਕ ਜਿਹੜਾ ਉਹ ਸਾਈਕਲ ਦੇ ਉੱਪਰ ਦੀ ਲੰਘੇਗਾ ਤਾਂ ਸਾਈਕਲ ਨਹੀਂ ਚੱਕਣਾ ਚੂਰ ਹੋਣਾ ਨਾ। ਟਰੱਕ ਦਾ ਕਿੰਨਾ ਕੁ ਨੁਕਸਾਨ ਹੋ ਚੱਲਿਆ। ਇਸ ਕਰਕੇ ਕਿ ਜਦੋਂ ਯੂਕਰੇਨ ਬਿਲਕੁਲ ਥੱਕ ਹਾਰ ਜੂਗਾ, ਉਦੋਂ ਬਹਿ ਕੇ ਸਮਝੌਤਾ ਕਰਾ ਦੇਣਗੇ। ਸਮਝੌਤਾ ਤਾਂ ਅਲਟੀਮੇਟਲੀ ਹੋਣਾ ਹੀ ਆ। ਔਰ ਯੂਕਰੇਨ ਕੰਟਰੀ ਥੋੜੀ ਖਤਮ ਕਰ ਦੇਣਾ। ਯੂਕਰੇਨ ਨੇ ਯੂਕਰੇਨ ਹੀ ਰਹਿਣਾ ਵਾ। ਜੇ ਉਹ ਤੇ ਕਬਜ਼ਾ ਕਰਨਗੇ ਤਾਂ ਵੀ ਨੁਕਸਾਨ ਹੋਊਗਾ। ਪਰ ਗੱਲ ਇਹ ਹੈ ਕਿ ਕੋਈ ਵੀ ਕੰਟਰੀ ਜਿਹੜਾ ਉਹ ਸਿਹਰਦ ਨਹੀਂ ਹੈ। ਸਾਰੇ ਜਿਹੜੀ ਟਿਕਣਬਾਜ਼ੀ ਆਪਣੀ ਕੰਟਰੀ 'ਚ ਸਿਆਸਤ ਖੇਡਦੇ ਆ, ਉਹੀ ਵਰਲਡ ਲੈਵਲ ਤੇ ਹਰ ਕੰਟਰੀ ਦੂਸਰੇ ਕੰਟਰੀ ਨਾਲ ਖੇਡ ਲਿਆ। ਗੱਲ ਇਹ ਆ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਸਾਰੇ ਕਰਦੇ ਆ, ਪਰ ਜਿਹੜਾ ਹੁਣ ਮਨੁੱਖੀ ਜਾਨਾਂ ਉੱਥੇ ਜਾ ਰਹੀਆਂ ਨੇ, ਉਹਦਾ ਜ਼ਿੰਮੇਵਾਰ ਕੌਣ? ਉਹਦੇ ਲਈ ਕਦੀ ਕਿਸੇ ਨੇ ਸੋਚਿਆ? ਸਿਰਫ ਰੌਲਾ ਕੀ ਆ ਕਿ ਤੂੰ ਸਾਡੀ ਮੰਡੀ 'ਚੋਂ ਮਾਲ ਖਰੀਦਣਾ, ਦੂਜੀ ਦੀ ਮੰਡੀ 'ਚ ਨਹੀਂ ਜਾ ਸਕਦਾ। ਰੌਲਾ ਤਾਂ ਇੰਨਾ ਹੀ ਹੈ ਨਾ, ਇਸ ਤੋਂ ਵੱਧ ਕੋਈ ਨਹੀਂ ਹੈ। ਉਹ ਤਾਂ ਮੰਡੀ ਛੱਡ ਕੇ ਚੱਲੇ ਸੀ ਇੱਧਰਲੀ, ਉਧਰਲੀ ਮੰਡੀ 'ਚ ਚੱਲੇ ਸੀ। ਉਧਰਲੀ ਮੰਡੀ ਵਾਲੇ ਵੀ ਭੱਜ ਗਏ, ਇੱਧਰਲੇ ਕਹਿੰਦੇ ਬੰਦੇ ਦਾ ਪੁੱਤ ਬਣ ਕੇ ਆ ਜਾ। ਹੁਣ ਉਹਦੀ ਸਥਿਤੀ ਬੜੀ ਕਮਜ਼ੋਰ ਹੋਈ ਆ ਕਿ ਉਧਰਲਿਆਂ ਨੇ ਬਾਤ ਨਹੀਂ ਪੁੱਛੀ ਕਿ ਇੱਧਰਲੇ ਜਿਹੜੇ ਸੀਗੇ ਇਹ ਹੁਣ ਅੱਖਾਂ ਦਿਖਾਉਂਦੇ, ਅੱਖਾਂ ਵੀ ਦਿਖਾਉਂਦੇ, ਇੱਧਰਲੇ ਤਾਂ ਘਸੁੰਨ ਫੇਰਨ ਡਏ ਹੋਏ ਆ। ਇਸ ਕਰਕੇ ਆ ਕਿ ਯੂਐਨਓ ਕਹਿ ਦੇਣਾ, ਯੂਐਨਓ ਲਾਈ ਹੋਈ ਆ। ਯੂਐਨਓ ਹੈ ਕਿੱਥੇ ਆ? ਉਹ ਵੱਡੇ ਮੁਲਕਾਂ ਦਾ ਪਿੱਠ ਠੋਕਾ ਹੈ ਬਾਈ ਜੀ। ਉਹ ਨਹੀਂ, ਪਿੱਠ ਠੋਕੇ ਦੀ ਜ਼ਰੂਰਤ ਕੀ ਆ? ਫਿਰ ਉਹਨੂੰ ਤੋੜ ਕੇ ਪਰਾਂ ਮਾਰੋ। ਠੀਕ ਹੈ ਨਾ? ਜੇ ਬਾਪ ਨੂੰ ਇਹ ਦਿਖਦਾ ਹੋਵੇ ਕਿ ਮੇਰੇ ਪੁੱਤ ਮੇਰੇ ਕਹਿਣੇ 'ਚ ਨਹੀਂ, ਮੇਰੇ ਸਾਹਮਣੇ ਖੜੇ ਤੇ ਉਹ ਜੁੱਤੀ ਹੋ ਸਕਦੇ ਆ, ਇੱਕ ਦੂਸਰੇ ਦੀ ਖੂਨ ਦੇ ਪਿਆਸੇ ਹੋ ਸਕਦੇ ਆ, ਤੇ ਫਿਰ ਪੁੱਤ ਨੂੰ ਬਾਪ ਕਹਾਉਣ ਦਾ ਹੱਕ ਹੀ ਨਹੀਂ ਹੈ। ਫਿਰ ਯੂਐਨਓ ਕਾਹਦੀ ਆ? ਫਿਰ ਯੂਐਨਓ ਕਾਸੇ ਦੀ ਨਹੀਂ ਹੈ। ਯੂਐਨਓ ਨੂੰ ਘੱਟੋ ਘੱਟ ਇੱਥੇ ਹੈ ਕਿ ਸਾਂਝ ਕਾਹਦੀ ਹੁੰਦੀ ਆ? ਸਾਂਝ ਇਸੇ ਚੀਜ਼ ਦੀ ਹੁੰਦੀ ਆ ਕਿ ਜਿਸ ਵਿਅਕਤੀ ਦੇ ਉੱਤੇ ਕੋਈ ਕਿੰਤੂ ਪਰੰਤੂ ਨਾ ਹੋਏ, ਉਹਨੂੰ ਨਿਰਪੱਖ ਹੋ ਕੇ ਮੈਦਾਨ 'ਚ ਉਤਰਨਾ ਬਣਦਾ ਹੈ। ਪਰ ਜੇ ਮੈਦਾਨ 'ਚ ਹੀ ਨਹੀਂ ਉਤਰਨਾ, ਸਿਰਫ ਇਹ ਆ ਕਿ ਕਹਿ ਦੇਣਾ ਅਸੀਂ ਨਾ ਉਹਦੇ ਪੱਖ 'ਚ ਨਾ ਉਹਦੇ ਪੱਖ 'ਚ, ਇਹ ਗੱਲਾਂ ਕਹਿਣ ਨਾਲ ਥੋੜੀ ਕਿਤੇ ਗੱਲ ਚੱਲਦੀ ਹੈ। ਜਿਹੜੀਆਂ ਉੱਥੇ ਕਿੰਨੀਆਂ ਪਤਾ ਨਹੀਂ ਹੁਣ ਕਿੰਨੀਆਂ ਕੋ ਜਾਨਾਂ ਅਜੇ ਜਾਣੀਆਂ ਨੇ, ਕੀ ਹਾਲਾਤ ਹੋਣੀ ਆ, ਕਿੰਨਾ ਕੋ ਉਸ ਕੰਟਰੀ ਨੇ ਪਿੱਛੇ ਪੈ ਜਾਣਾ। ਤੁਸੀਂ ਇਹ ਤਾਂ ਦੇਖੋ ਨਾ ਵੀ ਉਸ ਕੰਟਰੀ ਦੇ ਅੰਦਰ ਸਾਡੇ ਕਿੰਨੇ ਸਟੂਡੈਂਟ ਗਏ ਹੋਏ ਆ ਜਿਹੜੇ ਸਟੱਡੀ ਲਈ ਗਏ ਹੋਏ। ਠੀਕ ਹੈ ਨਾ? ਮਤਲਬ ਇਹ ਤਾਂ ਦੇਖੋ ਨਾ ਵੀ ਸਾਡੇ ਕੰਟਰੀ ਤੋਂ ਤਾਂ ਅੱਗੇ ਆ ਨਾ। ਠੀਕ ਹੈ, ਸਾਡੇ ਸਟੂਡੈਂਟ ਉੱਥੇ ਪੜ੍ਹ ਕੇ ਔਰ ਫਿਰ ਜਿਹੜੇ ਸਟੱਡੀ ਕਰਨ ਗਏ ਉਹਨਾਂ ਨੇ ਉੱਥੇ ਨਹੀਂ ਰਹਿਣਾ, ਸਟੱਡੀ ਕਰਕੇ ਆ ਜਾਣਾ ਵਾਪਸ ਉਹਨਾਂ ਸਾਰਿਆਂ ਨੇ। ਇਹ ਵੀ ਗੱਲ ਆ ਵੱਡੀ। ਠੀਕ ਹੈ, ਸਾਡੇ ਨਾਲ ਤਾਂ ਬਿਹਤਰ ਰੈਵਨਿਊ ਜਨਰੇਟ ਕਰ ਰਹੇ ਨੇ। ਸਾਡਾ ਜਿਹੜਾ ਇੰਟੈਲੈਕਚੁਅਲ ਬ੍ਰੇਨ ਆ, ਅਸੀਂ ਸਾਂਭ ਨਹੀਂ ਸਕੇ। ਨਾਲੇ ਉੱਥੇ ਉਹ ਬਿਜ਼ਨਸ ਵੀ ਦਿੰਦੇ ਨੇ ਉਹਨਾਂ ਨੂੰ, ਕਿਉਂਕਿ ਉੱਥੇ ਰਹਿੰਦੇ ਨੇ, ਖਾਣ ਪੀਣ ਰਹਿਣ ਸਹਿਣ, ਉਹ ਬਿਜ਼ਨਸ ਵੀ ਦਿੰਦੇ ਨੇ, ਟੈਕਸੀ, 에ਅਰਲਾਈਨ, ਸਭ ਕੁਛ ਹੈ ਨਾ, ਜ਼ਰੂਰੀ ਵਸਤਾਂ।
ਤੇ ਦੂਸਰਾ ਸਾਰਾ ਬਿਜ਼ਨਸ ਉਹਨਾਂ ਨੂੰ ਦਿੰਦੇ ਨੇ, ਕਰੋੜਾਂ ਰੁਪਏ ਜਾ ਰਿਹਾ, ਤੇ ਇਸ ਦੌਰਾਨ ਇਹ ਚੀਜ਼ਾਂ ਇੰਡੀਆ ਨਹੀਂ ਹੋ ਰਹੀਆਂ ਹੈ ਨਾ, ਕਿਉਂਕਿ ਸਭ ਵਿਕਾਊ ਮਾਲ ਹੋ ਚੁੱਕਿਆ। ਸਰਕਾਰਾਂ ਦੇ ਜਿਹੜੇ ਕਾਲਜ ਨੇ ਉਹ ਫੇਲ ਹੋ ਰਹੇ ਹੁਣ, ਆਪਣੇ ਰਜਿੰਦਰਾ ਹਸਪੀਟਲ ਹੈ ਜਾਂ ਹੋਰ ਸੰਸਥਾਵਾਂ ਨੇ, ਭਾਵੇਂ SGPC ਦੇ ਅੰਡਰ ਨੇ ਜਾਂ ਹੋਰ ਨੇ, ਉਸ ਪਾਸੇ ਸਾਡਾ ਧਿਆਨ ਨਹੀਂ ਹੈ। ਹੁਣ ਸਾਡੇ ਇਸ ਤਰ੍ਹਾਂ ਦੇ ਬੱਚੇ ਜੇ ਜਾ ਰਹੇ ਨੇ, ਉਹ ਨੁਕਸਾਨ ਸਾਡਾ ਹੈ ਨਾ, ਉਸ ਪਾਸੇ ਤਾਂ ਸੋਚਣਾ ਨਹੀਂ, ਉਹਦੇ ਨਾਲ ਮਤਲਬ ਕੀ। ਤੇ ਖੈਰ ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਦਾ ਮੋਦੀ ਸਾਹਿਬ ਨੂੰ ਵੀ ਫੋਨ ਆਇਆ ਕਿ ਤੁਸੀਂ ਇਹਦੇ 'ਚ ਦਖਲ ਦਿਓ, ਦੇਖੋ ਹੁਣ ਕੀ ਬਣਦਾ ਹੈ। ਪਰ ਮੋਦੀ ਸਾਡੇ ਕੀ ਹੋ ਰਿਹਾ, ਸਾਡੇ ਕਿਤੇ ਹੱਕਾਂ ਤੇ ਡਾਕਾ ਨਹੀਂ। ਹੁਣ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਆਪਾਂ ਕੱਲ ਗੱਲ ਨਹੀਂ ਕੀਤੀ ਸੀਗੀ ਮਾਰਨਿੰਗ, ਇਸ ਮਾਮਲੇ 'ਚ ਪੰਜਾਬ ਦੀ ਪ੍ਰਤੀਨਿਧਤਾ ਖਤਮ ਜੋ ਕੀਤੀ ਜਾ ਰਹੀ ਹੈ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚੋਂ, ਟੇਢੇ ਤਰੀਕੇ ਨਾਲ ਜਿਹੜੀ ਮੈਨੇਜਮੈਂਟ ਉਹਨਾਂ ਦੀ ਆ, ਕੋਟਾ ਪਹਿਲਾਂ ਚੰਡੀਗੜ੍ਹ ਦਾ 60-40 ਦਾ ਖਤਮ ਕੀਤਾ ਗਿਆ, ਤੇ ਫਿਰ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਮਤਲਬ ਟੇਢੇ ਤਰੀਕੇ ਨਾਲ ਪੰਜਾਬ ਦੇ ਵਿੱਚ ਡਾਕਾ। ਇੱਕ ਪਾਸੇ ਤੁਸੀਂ ਵੇਖੋ ਕਿ ਲਾਹਨਤ ਦੀ ਹੱਦ ਹੈ ਕਿ ਸਾਰੇ ਸੂਬਿਆਂ ਦੀਆਂ ਇਲੈਕਸ਼ਨ 'ਚ ਬੀਜੇਪੀ ਫਸੀ ਹੋਈ ਹੈ। ਜੇ ਇਹ ਨਾ ਫਸੀ ਹੋਵੇ ਤੇ ਇਹ ਕਿਵੇਂ ਗਲਗੂਠਾ ਦੇਵੇ। ਯੂਪੀ 'ਚ ਸਿੱਖ ਵੋਟ ਹੈ, ਪੰਜਾਬੀ ਵੋਟ ਹੈ, ਉੱਤਰਾਖੰਡ 'ਚ ਪੰਜਾਬੀ ਵੋਟ ਹੈ, ਚਲੋ ਗੋਆ ਜਾਂ ਹੋਰਾਂ ਨੂੰ ਆਪਾਂ ਲਾਂਭੇ ਕਰੀਏ, ਥੋੜੀ ਬਹੁਤੀ ਵੋਟ ਤਾਂ ਹੈ ਹੀ ਹੈ, ਸੈਂਟੀਮੈਂਟ ਤਾਂ ਹੈ ਹੀ ਨੇ। ਪਰ ਉਸ ਦੌਰਾਨ ਵੀ ਤੁਸੀਂ ਪਿਛਲੇ ਦਿਨ ਵੇਖੋ ਕਿ ਚੰਡੀਗੜ੍ਹ ਬੋਰਡ ਨੂੰ ਇਹ ਖਤਮ ਕਰਨ ਤੁਰ ਪਏ। ਉਸ ਤੋਂ ਬਾਅਦ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਇਹਦੇ 'ਚ ਪੰਜਾਬ ਦੀ ਪ੍ਰਤੀਨਿਧਤਾ ਖਤਮ ਕੀਤੀ ਜਾ ਰਹੀ ਹੈ। ਮਸਲਾ ਡਰ ਪਾਓ ਹੈ ਨਹੀਂ ਕਿਸੇ ਚੀਜ਼ ਦਾ। ਹੁਣ ਕਿਸਾਨ ਜਥੇਬੰਦੀਆਂ ਜਾਂ ਕੁਝ ਹੋਰ ਲੋਕ ਨੇ ਜਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ, ਉਹ ਵਿਰੋਧ ਕਰਨ ਲੱਗੇ ਨੇ। ਇੰਨਾ ਕੁਝ ਕਰਕੇ ਵੀ ਬੀਜੇਪੀ ਨੂੰ ਕੋਈ ਖੌਫ ਹੀ ਨਹੀਂ ਹੈ। ਅੰਦੋਲਨ ਦੌਰਾਨ ਕਿਸਾਨੀ ਦੇ ਹਕੂਕ, MSP ਦੇਣੇ, ਮੁਆਵਜ਼ੇ ਦੇਣੇ, ਕੇਸ ਰੱਦ ਕਰਨੇ ਤਾਂ ਦੂਰ ਦੀ ਗੱਲ, ਮਤਲਬ ਪੰਜਾਬ ਤੇ ਡਾਕਾ ਮਾਰੀ ਜਾ ਰਹੇ ਨੇ, ਡਾਕੇ ਤੇ ਡਾਕਾ ਮਾਰੀ ਜਾ ਰਹੇ ਨੇ। ਡਰ ਪਾਓ ਕੋਈ ਨਹੀਂ ਹੈ। ਉਤੋਂ ਕਹਿੰਦੇ ਅਸੀਂ ਹਸਪੈਸ਼ੀ ਹੈ, ਤੇ ਸਾਡੇ ਆ ਜਿਹੜੇ ਧਾਰਮਿਕ ਸਾਧ ਲਾਣਾ ਬਾਬੇ ਕਿ ਟਕਸਾਲਾਂ ਵਾਲੇ ਉੱਥੇ ਯਵਕਦੇ ਫਿਰਦੇ ਨੇ, ਉਹਨਾਂ ਨੂੰ ਸਰੋਪੋ ਪਾ ਕੇ ਘਰ ਘਰ, ਮਤਲਬ ਉਦਾਂ ਜਥੇਦਾਰ ਕਿਸੇ ਆਮ ਬੰਦੇ ਨਾਲ ਗੱਲ ਨਹੀਂ ਕਰਦਾ, ਤੇ ਮੋਦੀ ਦੇ ਜਾ ਕੇ ਸਰੋਪੇ ਪਾ ਰਹੇ ਨੇ। ਉਹ ਪੰਜਾਬ ਨੂੰ ਛਾਂਗੀ ਜਾ ਰਹੇ ਨੇ ਹਰ ਪਾਸਿਓਂ। ਇਹ ਜਿਹੜਾ ਨਵਾਂ ਝੁਰਲੂ ਫੇਰ ਰਹੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ, ਹੱਦ ਹੀ ਹੈ ਸੁਰਿੰਦਰ ਵੀਰ, ਕਿ ਡਰ ਪਾਓ ਹੈ ਹੀ ਨਹੀਂ ਕੋਈ ਪੰਜਾਬ ਦਾ। ਜੀ ਦੇਖੋ, ਪਹਿਲਾਂ ਕੀ ਸੀਗਾ ਕਿ ਜਦੋਂ ਚੋਣਾਂ ਅਜੇ ਮਤਲਬ ਡੇਟ ਨਹੀਂ ਸੀ ਅਨਾਉਂਸ ਹੋਈ, ਉਦੋਂ ਇੱਕ ਗੱਲ ਤਾਂ ਚੱਲ ਰਹੀ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨਾ, ਤੇ ਪੰਜਾਬ ਦੇ ਵਿੱਚ ਬੀਜੇਪੀ ਬੜੇ ਦਮਖਮ ਨਾਲ ਉਤਰੇਗੀ। ਇਹ ਗੱਲਾਂ ਬੜੀਆਂ ਸਪਸ਼ਟ ਤੌਰ ਤੇ ਉੱਭਰ ਰਹੀਆਂ ਸੀ। ਹੁਣ ਨਾ ਚੰਡੀਗੜ੍ਹ ਦਿੱਤਾ, ਚੋਣਾਂ ਵੀ ਲੜ ਲੀਆਂ, ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਸੀ ਉਹ ਸਾਰੇ ਦਾ ਸਾਰਾ ਹੀ ਖਿੱਚ ਕੇ ਆਪਣੇ ਅਧੀਨ ਲੈ ਗਏ। ਠੀਕ ਹੈ, ਹਰਜੀਤ ਗਰੇਵਾਲ ਦੀ ਸਟੇਟਮੈਂਟ ਆ ਗਈ, ਕਹਿੰਦਾ ਪੰਜਾਬ ਨਾਲ ਕਾਹਦਾ ਧੱਕਾ, ਕਹਿੰਦਾ ਹਰਿਆਣੇ ਤੋਂ ਵੀ ਤਾਂ ਉਹਨਾਂ ਨੇ ਖੋਇਆ ਸਾਰਾ ਕੁਝ। ਉਹ ਵੀ ਹਰਿਆਣਾ ਕੀ ਲੱਗਦਾ ਸੀ, ਧਰਤੀ ਕਿਹਦੀ ਤੇ ਬਣਿਆ ਹੋਇਆ, ਧਰਤੀ ਤਾਂ ਪੰਜਾਬ ਦੀ ਤੇ ਬਣਿਆ ਹੋਇਆ ਨਾ, ਹੱਕ ਕਿਹਦਾ ਸੀ, ਪੰਜਾਬ ਦਾ ਸੀ। ਹੁਣ ਜਿਹੜਾ ਹਰਿਆਣੇ ਨੂੰ ਪਾਣੀ ਦਿੱਤਾ ਗਿਆ, ਜਿਹੜਾ ਰਿਪੇਰੀਅਨ ਲਾਅ ਦੇ ਮੁਤਾਬਕ ਹਰਿਆਣੇ ਦਾ ਹੱਕ ਨਹੀਂ ਬਣਦਾ ਹੈ। ਜਿਹੜੀ ਸਰਹੰਦ ਕਨਾਲ ਸੀਗੀ, ਸਰਹੰਦ ਕਨਾਲ ਜਿਹੜੀ ਕੱਢੀ ਗਈ ਆ, ਉਹ ਪੈਪਸੂ ਨੇ ਲਈ ਸੀ ਸਰਹੰਦ ਕਨਾਲ, ਤੇ ਮੇਰਾ ਖਿਆਲ ਸ਼ਾਇਦ 1872 ਦੇ ਆਸ-ਪਾਸ ਦੀ ਆ ਸ਼ਾਇਦ, ਜਦੋਂ ਲਈ ਹੋਈ ਹੈ ਇਹ। ਤੇ 1872 ਦੀ ਹੈ ਜਿੱਥੋਂ ਤੱਕ ਮੈਨੂੰ ਯਾਦ ਆ, ਮੇਰੇ ਕੋਲ ਪਿਆ ਹੋਊਗਾ ਇਹਦਾ ਡਿਟੇਲ ਸਾਰੀ। 1872 ਦੇ ਸੀਗੇ ਜੇਲ੍ਹਾਂ ਚ, ਉਹਨਾਂ ਤੋਂ ਲੇਬਰ ਕਰਾਈ ਗਈ, ਬਹੁਤ ਲੰਮਾ ਪ੍ਰੋਜੈਕਟ, ਬਾਕਮਾਲ ਪ੍ਰੋਜੈਕਟ ਹੈ ਇਹ। ਨਹੀਂ, ਉਹ ਪੈਪਸੂ ਰਿਆਸਤ ਨੇ ਇਹ ਸਰਹੰਦ ਕਨਾਲ ਲੈ ਆਂਦੀ ਸੀਗੀ। ਚਲੋ ਉਸ ਵੇਲੇ ਫਿਰ ਉਹ ਪੈਪਸੂ ਪੰਜਾਬ 'ਚ ਰਲ ਗਿਆ ਬਾਅਦ ਦੇ ਵਿੱਚ। ਪਰ ਇਹ ਆ ਕਿ ਜਦੋਂ ਹਸੈਨੀ ਵਾਲਾ ਜਿਹੜਾ ਉੱਥੋਂ ਜਿਹੜੀ ਸੀਗੀ ਗੰਗ ਕਨਾਲ ਕੱਢੀ ਗਈ ਸੀ ਬੀਕਾਨੇਰ ਰਿਆਸਤ ਦੇ ਲਈ, ਠੀਕ ਹੈ, ਉਹ ਰਾਜਾ ਗੰਗਾ ਸਿੰਘ ਸੀਗਾ, ਉਹਨਾਂ ਨੇ ਜਦੋਂ ਅੰਗਰੇਜ਼ਾਂ ਤੋਂ ਮੰਗ ਕੀਤੀ, ਉਹ ਕਹਿੰਦੇ ਪੰਜਾਬ ਦੇ ਨਾਲ ਗੱਲ ਕਰੋ, ਪੰਜਾਬ ਦਾ ਇਹਦੇ 'ਚ ਹੱਕ ਆ, ਤੇ ਪੰਜਾਬ ਤੋਂ ਅੱਗੇ ਪੈਪਸੂ ਨੇ ਵੀ ਲਿਆ, ਤੇ ਤੁਸੀਂ ਵੀ ਉਹਨਾਂ ਤੋਂ ਇਹਦਾ ਲੈ ਕੇ ਇਹਦੀ ਰੈਲਿਟੀ ਤੁਹਾਨੂੰ ਦੇਣੀ ਪੈਣੀ ਹੈ। ਤੋਂ ਦਿੰਦੇ ਰਹੇ, 1948 ਤੱਕ ਇਹ ਚੱਲਦਾ ਰਿਹਾ। 1948 ਤੋਂ ਬਾਅਦ ਇਹ ਸਾਰਾ ਕੁਝ ਬੰਦ ਹੋ ਗਿਆ। ਹੁਣ ਜਿਹੜਾ ਰਾਜਸਥਾਨ ਉਸ ਤੋਂ ਬਾਅਦ ਵਾਲਾ ਪਾਣੀ ਲੈ ਗਿਆ, ਜਾਂ ਜਿਹੜਾ ਗੰਗ ਕਨਾਲ ਦੇ ਰਾਹੀਂ ਹਸੈਨੀ ਵਾਲੇ ਤੋਂ ਗਿਆ, ਉਹਦਾ ਅੱਜ ਤੱਕ ਤਾਂ ਕੱਖ 1948 ਤੋਂ ਬਾਅਦ ਤਾਂ ਕੱਖ ਨਹੀਂ ਮਿਲਿਆ। ਠੀਕ ਹੈ, ਜਿਹੜਾ ਹਰਿਆਣੇ ਨੂੰ ਚਲਾ ਗਿਆ ਉਹਦਾ ਨਹੀਂ ਮਿਲਿਆ। ਹੁਣ ਹੱਕ ਕਿਹਦਾ ਸੀ, ਹੱਕ ਤਾਂ ਪੰਜਾਬ ਦਾ ਸੀ ਨਾ। ਪਹਿਲਾਂ ਤਾਂ ਤੁਸੀਂ ਪੰਜਾਂ ਦਰਿਆਵਾਂ ਚੋਂ ਕੀ ਕਹਿੰਦੇ ਹੁੰਦੇ ਆ, 2.25 ਰਹਿਣ ਦਿੱਤੇ, ਤੇ 2.25 ਜਿਹੜੇ ਸੀਗੇ ਉਹ ਵੀ ਮੁੜ ਕੇ ਵੰਡ ਦਿੱਤੇ। ਹੁਣ ਗੱਲ ਤੇ ਆ ਕਿ ਇੱਕ ਦੇ ਬਾਅਦ ਇੱਕ ਤਿਕੜਮਬਾਜ਼ੀ ਖੇਡੀ ਜਾ ਰਹੀ ਆ।
ਹੁਣ ਕੀ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਸਰਕਾਰ ਬਣੀ ਸੀ ਉਦੋਂ SYL ਇੱਕ ਹੋਰ ਬਣ ਰਹੀ ਸੀ। ਇਹ ਸਤਲੁਜ ਜਮਨਾ ਲਿੰਕ ਨਹਿਰ ਸੀ, ਉਹ ਸ਼ਾਰਦਾ ਜਮਨਾ ਲਿੰਕ ਨਹਿਰ ਸੀਗੀ, ਠੀਕ ਹੈ ਨਾ। ਉਹ ਲਿਆਉਣੀ ਸੀ, ਉਹਦੇ ਤੋਂ ਪਾਣੀ ਦੇਣਾ ਸੀ ਹਰਿਆਣੇ ਨੂੰ। ਉਹ ਕਹਿੰਦੇ ਸੀ SYL ਦਾ ਮੁੱਦਾ ਹੀ ਖਤਮ ਕਰੋ, ਇਹ ਜਿਹੜਾ ਰੋਜ਼ ਦਾ ਟੈਂਟ ਆ ਇਹਦੇ ਪਿੱਛੇ ਬਹੁਤ ਵੱਡਾ ਘਾਣ ਹੋ ਗਿਆ, ਇਹਨੂੰ ਕਰੋ ਬੰਦ, ਹਰਿਆਣੇ ਨੂੰ ਜਿੰਨਾ ਪਾਣੀ ਚਾਹੀਦਾ ਉਹ ਸ਼ਾਰਦਾ ਜਮਨਾ ਲਿੰਕ ਨਹਿਰ ਤੋਂ ਲਿਆ ਕੇ ਦੇ ਦਿਓ। ਉਹ ਵੀ SYL ਹੀ ਰੱਖੀ ਸੀ। ਉਸ ਵੇਲੇ ਤਕਰੀਬਨ 5 ਪ੍ਰੋਜੈਕਟ ਪੂਰੇ ਇੰਡੀਆ 'ਚ, ਸ਼ਾਇਦ ਇਹ ਜਿੱਥੋਂ ਤੱਕ ਮੇਰੀ ਨੌਲੇਜ ਆ 5 ਤਿਆਰ ਕੀਤੇ ਸੀਗੇ। ਪੰਜਾਂ ਦੀ ਪ੍ਰਪੋਜ਼ਲ ਸੀ, 5 ਚੋਂ 4 ਤਾਂ ਪੂਰੇ ਤਿਆਰ ਕਰਕੇ ਉਹ ਚਾਲੂ ਕਰਤੇ, ਲੇਕਿਨ ਜਿਹੜਾ ਇਹ 5ਵਾਂ ਸੀ ਇਹਦਾ ਪ੍ਰਪੋਜ਼ਲ ਬਣੀ, ਪ੍ਰਪੋਜ਼ਲ ਦੀ ਪ੍ਰਪੋਜ਼ਲ ਰਹਿ ਗਈ, ਗਾਂ ਉੱਤੇ ਕੰਮ ਹੀ ਨਹੀਂ ਹੋਇਆ। ਨਹੀਂ ਤੇ ਜਿਹੜਾ SYL ਵਾਲਾ ਤੇ ਪੰਜਾਬ ਤੋਂ ਪਾਣੀ ਜਾਣ ਵਾਲਾ ਇਹ ਸਾਰਾ ਟੈਂਟਾ ਹੀ ਖਤਮ ਹੋ ਜਾਣਾ ਸੀਗਾ। ਹਰਿਆਣੇ ਨੂੰ ਜਿੰਨਾ ਪਾਣੀ ਮਿਲਣਾ ਸੀ, ਉਹ ਜਿਹੜਾ ਉੱਥੇ ਪਾਣੀ ਬੇਕਾਰ ਜਾ ਰਿਹਾ, ਉਹ ਪਾਣੀ ਸਾਰੇ ਦਾ ਸਾਰਾ ਜਿਹੜਾ ਹਰਿਆਣੇ ਨੂੰ ਮਿਲ ਜਾਣਾ ਸੀਗਾ। ਪਰ ਹੁਣ ਗੱਲ ਤੇ ਹੈ ਨਾ, ਹੁਣ ਦਿੱਲੀ ਵੀ ਚਾਹੁੰਦਾ, ਦਿੱਲੀ ਵੀ ਹਿਮਾਚਲ ਤੋਂ ਮੁੱਲ ਪਾਣੀ ਲੈਂਦਾ, ਜਿਹੜਾ ਪੰਜਾਬ ਤੋਂ ਜਾਂਦਾ ਉਹ ਕਹਿੰਦੇ ਸਾਡਾ ਹੱਕ ਸੀਗਾ, ਕਿਉਂਕਿ ਦਿੱਲੀ ਜਿਹੜੀ ਉਹ ਪੰਜਾਬ ਦੀ ਧਰਤੀ ਤੇ ਬਣੀ ਸੀਗੀ, ਕਹਿੰਦਾ ਇਸ ਕਰਕੇ ਉਹ ਸਾਡਾ ਹੱਕ ਆ। ਹੁਣ ਹਰਿਆਣਾ ਵੀ ਕਹਿੰਦਾ ਅਸੀਂ ਪੰਜਾਬ ਦਾ ਹਿੱਸਾ ਸੀ, ਸਾਡਾ ਹੱਕ ਆ, ਪਰ ਰਿਪੇਰੀਅਨ ਲਾਅ ਨੂੰ ਕੋਈ ਨਹੀਂ ਪੜਦਾ। ਇਸ ਕਰਕੇ ਇਹ ਹੈ ਕਿ ਜਿਹੜੀ ਤਿਕੜਮਬਾਜ਼ੀ ਖੇਡੀ ਗਈ ਆ, ਹੁਣ ਕੀ ਹੋਣਾ, ਆਈ ਵਾਰ ਬੜੇ ਵੱਡੇ ਵੱਡੇ ਦਮ ਗਜੇ ਵੱਜਦੇ ਆ। ਮੈਨੂੰ ਉਹ ਦਿਨ ਯਾਦ ਆ ਜਦੋਂ ਪੰਜਾਬ 'ਚ ਹੜ੍ਹ ਆਏ ਸੀਗੇ, ਤਾਂ ਕੇਂਦਰ ਦੇ ਵਿੱਚ ਹਰਸਿਮਰਤ ਕੌਰ ਮੰਤਰੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਕੇਂਦਰ ਵੱਲੋਂ ਕੁਛ ਨਹੀਂ ਮਿਲਿਆ, ਤੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸੀ, ਹਰਸਿਮਰਤ ਕੌਰ ਕਹਿੰਦੀ ਜਿਹੜੇ ਤੁਹਾਡੇ ਕੋਲ ਦੂਸਰਾ ਕੀ ਕਹਿੰਦੇ ਹੁੰਦੇ ਆ ਕੁਦਰਤੀ ਆਫਤਾ ਰਾਹਤ ਫੰਡ ਪਿਆ, ਉਹਨੂੰ ਕਿਉਂ ਨਹੀਂ ਵਰਤਦੇ? ਤੁਹਾਡੇ ਕੋਲ ਪਿਆ ਉਹਨੂੰ ਵਰਤੋ, ਜਿੰਨੇ ਚਾਹੀਦੇ ਹੋਰ ਮਿਲ ਜਾਣਗੇ, ਪਹਿਲਾਂ ਉਹ ਵਰਤੋ, ਉਹ ਤੁਸੀਂ ਗਲਤ ਵਰਤਦੇ ਹੋ। ਮਤਲਬ ਇਹ ਨਹੀਂ ਸੀ ਕਹਿੰਦੇ ਕਿ ਜਿਹੜਾ ਮੌਕੇ ਤੇ ਚਾਹੀਦਾ ਉਹ ਦਿਓ, ਕਹਿੰਦੇ ਨਾ ਜਿਹੜਾ ਪਹਿਲਾਂ ਪਿਆ ਉਹ ਵਰਤੋ। ਚਲੋ ਉਹ ਵੀ ਲੰਘ ਗਿਆ। ਹੁਣ ਕੀ ਹੋਣਾ ਕਿ ਜਦੋਂ ਕਿਸਾਨੀ ਨੇ ਨੱਕਦਮ ਕੀਤਾ ਤੇ ਬੀਜੇਪੀ ਨਾਲ ਤੋੜ ਵਿਛੋੜਾ ਕਰ ਲਿਆ। ਹੁਣ ਜਦੋਂ ਬਹੁਮਤ ਨਾ ਆਇਆ, ਇਸੇ ਬੀਜੇਪੀ ਤੋਂ ਸਮਰਥਨ ਲੈ ਕੇ ਸਰਕਾਰ ਬਣਾਉਣ ਦੀ ਕਵਾਇਤ ਚੱਲ ਰਹੀ ਆ। ਉਧਰ ਕਹਿ ਰਿਹਾ ਕਿ ਦੇਖੋ ਜੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਲੈ ਲਿਆ ਉਹਨਾਂ ਨੇ ਪੰਜਾਬ ਤੋਂ, ਇਹ ਬੜਾ ਗਲਤ ਕੀਤਾ, ਸਾਡੇ ਨਾਲ ਧੱਕਾ ਹੋਇਆ, ਪਰ ਸਰਕਾਰ ਫੇਰ ਮਿਲ ਕੇ ਬਣਾਉਣੀ ਆ, ਫੇਰ ਇਹ ਕੰਟਰੋਲ ਵਾਪਸ ਆ ਜਾਊਗਾ। ਹੁਣ ਜਿੱਥੋਂ ਤੱਕ ਸੁਨੀਲ ਜਾਖੜ ਨੇ ਸਟੇਟਮੈਂਟ ਵਧੀਆ ਦਿੱਤੀ ਆ, ਉਹ ਕਹਿੰਦਾ ਜੇ ਭਗਵੰਤ ਮਾਨ ਆ, ਚਾਹੇ ਸੁਖਬੀਰ ਸਿੰਘ ਬਾਦਲ ਆ, ਚਾਹੇ ਨਵਜੋਤ ਸਿੰਘ ਸਿੱਧੂ ਆ, ਚਾਹੇ ਚਰਨਜੀਤ ਚੰਨੀ, ਸਾਰੇ ਇਕੱਠੇ ਹੋਵੋ, ਇੱਕ ਜਗ੍ਹਾ ਇਕੱਠੇ ਹੋ ਕੇ ਵਿਰੋਧ ਕਰੋ, ਕੇਂਦਰ ਨਾਲ ਮੱਥਾ ਲਾਈਏ ਕਿ ਪੰਜਾਬ ਦਾ ਹੱਕ ਕਿਉਂ ਖੋਇਆ ਜਾ ਰਿਹਾ। ਗੱਲ ਤਾਂ ਚੰਗੀ ਆ, ਚਲੋ ਕਾਂਗਰਸ ਦੀ ਵੀ ਨੀਂਦ ਖੁੱਲੀ ਆ ਕਿਸੇ ਟਾਈਮ, ਜਿਹੜੀ ਕੀ ਕਹਿੰਦੇ ਹੁੰਦੇ ਆ ਸਟੇਟ ਪੁਨਰਗਠਨ ਐਕਟ ਸੀਗਾ, ਉਹਦੀ ਧਾਰਾ 78 ਸੀਗੀ, ਉਹਨੂੰ ਜਿਹੜਾ ਚੈਲੰਜ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ 1977 ਚ ਵਜ਼ਾਰਤ ਬਣੀ ਆ, ਤੇ 1981 ਚ ਆ ਕੇ ਉਹਨੂੰ ਜਿਹੜਾ ਸੀਗਾ ਉਹ ਦਰਬਾਰਾ ਸਿੰਘ ਦੀ ਸਰਕਾਰ ਵੇਲੇ ਵਾਪਸ ਲੈ ਲਿਆ ਗਿਆ ਸੁਪਰੀਮ ਕੋਰਟ ਚ। ਚਲੋ ਅੱਜ ਜੇ ਜਾ ਕਾਂਗਰਸ ਦੀ ਖੁੱਲੀ ਚੰਗੀ ਗੱਲ ਆ, ਤੇ ਉਹ ਵੀ ਮੈਨੂੰ ਲੱਗਦਾ ਇਸ ਕਰਕੇ ਖੁੱਲੀ ਆ ਕਿ ਕੋਈ ਕੇਂਦਰ 'ਚ ਕਾਂਗਰਸ ਦੀ ਸਰਕਾਰ ਨਹੀਂ ਗੀ। ਪਰ ਬਦਕਿਸਮਤੀ ਹਰ ਵਾਰ ਸਟੇਟ ਨਾਲ ਜਿਹੜਾ ਧੱਕਾ ਹੁੰਦਾ ਤੁਰਿਆ ਜਾ ਰਿਹਾ, ਕੇਂਦਰ ਸਾਰਾ ਕੁਝ ਆਪਣੇ ਹੱਥ 'ਚ ਲਈ ਜਾਂਦਾ। ਐਜੂਕੇਸ਼ਨ ਦਾ ਸਾਡੀ ਦਾ ਕੀ ਹਾਲ ਹੋਇਆ, ਜਦੋਂ ਐਮਰਜੈਂਸੀ ਲੱਗੀ ਤੇ ਐਮਰਜੈਂਸੀ ਵੇਲੇ ਜਿਹੜਾ ਟੋਟਲੀ ਐਜੂਕੇਸ਼ਨ ਦਾ ਮਤਲਬ ਕੰਟਰੋਲ ਸੀ ਸਾਰੇ ਦਾ ਸਾਰਾ ਖਿੱਚ ਕੇ ਕੇਂਦਰ ਆਪਣੇ ਕੋਲ ਲੈ ਗਿਆ। ਲਗਾਈ ਤੇ ਇੰਦਰਾ ਗਾਂਧੀ ਸੀ, ਉਦੋਂ ਉਹਨਾਂ ਦੀ ਕਾਂਗਰਸ ਦੀ ਸਰਕਾਰ ਸੀ। ਮਤਲਬ ਹੌਲੀ ਸੌਲੀ ਸਾਰਾ ਕੰਟਰੋਲ ਹੀ ਐਜੂਕੇਸ਼ਨ ਦਾ ਉਹਨਾਂ ਕੁਝ ਚੱਲ ਗਿਆ, ਸਟੇਟ ਦੇ ਪੱਲੇ ਛੱਡਿਆ ਹੀ ਕੱਖ ਨਹੀਂ। ਹੁਣ ਇਸੇ ਤਰ੍ਹਾਂ ਹਰ ਜਿਹੜਾ ਵੀ ਮਸਲਾ, ਜਿਹੜਾ ਵੀ ਅਧਿਕਾਰ ਆ, ਉਹ ਸਟੇਟਾਂ ਤੋਂ ਖੋਇਆ ਜਾ ਰਿਹਾ, ਕੇਂਦਰ ਆਪਣੇ ਅਧੀਨ ਲੈਂਦਾ ਤੁਰਿਆ ਜਾ ਰਿਹਾ। ਹੁਣ ਪਹਿਲਾਂ ਕਿਸੇ ਸਟੇਟ ਨੂੰ ਆਪਣਾ ਟੈਕਸ ਮਿਲਦਾ ਸੀ, ਉਹਦੇ ਸਿਰ ਤੇ ਸਰਕਾਰ ਚੱਲਦੀ ਸੀਗੀ। ਜਿਹੜੇ ਸੈਂਟਰ ਤੋਂ ਫੰਡ ਆਉਂਦੇ ਸੀ ਉਹ ਚਲੋ ਜਿੰਨੇ ਕੋ ਆ ਜਾਂਦੇ ਸੀ, ਪਰ ਸਰਕਾਰ ਚੱਲਦੀ। ਹੁਣ GST ਆ, GST ਪਹਿਲਾਂ ਸਾਰੇ ਦਾ ਸਾਰਾ ਸੈਂਟਰ ਕੋ ਜਾਣਾ, ਉੱਥੋਂ ਫੰਡ ਹੋ ਕੇ ਤੁਹਾਡੇ ਹਿੱਸੇ ਦਾ ਅੱਧਾ ਆਉਣਾ। ਉਹ ਕਦੋਂ ਆਉਂਦਾ? 6 ਮਹੀਨਿਆਂ ਬਾਅਦ ਆਉਂਦਾ, ਕਈ ਵਾਰੀ ਸਾਲ 1.5 ਸਾਲ ਵੀ ਲਟਕਦਾ। ਤੇ ਸਟੇਟ ਦਾ ਰੋਜ਼ਾਨਾ ਇਹ ਆ ਕਿ ਬਾਪੂ ਦੇ ਮੋਹਰੇ ਜਾ ਕੇ ਦੋਨੋਂ ਮੀਆਂ ਬੀਬੀ ਜਿਹੜੇ ਆ ਉਹ ਵਿਚਾਰੇ ਹੱਥ ਜੋੜ ਕੇ ਬੈਠੇ ਹੁੰਦੇ, ਬਾਪੂ ਜੀ ਕੋ ਦੇਦਾ। ਬਾਪੂ ਕਹਿੰਦਾ ਚੱਲ ਸਿਰ ਕਰਦਾ ਤੁਰਦਾ ਬਣ, ਜਦੋਂ ਹੋਣਗੇ ਦੇ ਦੂੰਗਾ, ਮੈਂ ਖਾ ਚੱਲਿਆ, ਤੁਹਾਡੇ ਹੀ ਆ ਸਾਰਾ ਕੁਝ, ਕੋਈ ਨਹੀਂ ਹੁੰਦਾ ਜਿਹੜਾ ਤੁਹਾਡਾ ਹੱਕ ਮਿਲੂਗਾ, ਚਲੋ ਚੱਲ ਕੇ ਕੰਮ ਕਰੋ। ਕੰਮਕਾਰ ਕਰਦੇ ਨਹੀਂ, ਸਾਰਾ ਦਿਨ ਵਿਹਲੇ ਫਿਰਦੇ ਆ। ਮਤਲਬ ਆਹ ਹਾਲਤ ਆ। ਹੁਣ ਸਟੇਟਾਂ ਦੀ ਹਾਲਤ ਏਡੀ ਮਾੜੀ ਕਰ ਦਿੱਤੀ ਆ ਕਿ ਰੋਜ਼ ਫਾਈਨੈਂਸ ਮਿਨਿਸਟਰ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਵੱਲ ਤੁਰਿਆ ਰਹਿੰਦਾ, ਸਟੇਟ 'ਚ ਉਹਨੂੰ ਕੰਮ ਕੋਈ ਨਹੀਂ ਰਹਿ ਜਾਂਦਾ। ਉੱਥੇ ਹੀ ਆ ਕਿ ਸਾਰਾ ਦਿਨ ਉਹਨਾਂ ਦੇ ਤਰਲੇ ਮਿੰਨਤਾਂ ਕਰਦੇ ਆ, ਉਹ ਥੋੜੀ ਜਿਹੀ ਬੁਰਕੀ ਪਾ ਦਿੰਦੇ, ਉਹ ਲੈ ਕੇ ਆ ਜਾਂਦਾ
ਆਉਂਦਿਆਂ ਨੂੰ ਖਾਧੀ ਜਾਂਦੀ, ਅਗਲੇ ਦਿਨ ਫੇਰ ਤੁਰ ਪੈਂਦਾ ਕਿ ਦੇ ਦਿਓ ਜੀ, ਪਹਿਲੇ ਤਾਂ ਮੁੱਕ ਗਿਆ, ਜਿਹੜਾ ਬਾਕੀ ਬਕਾਇਆ ਪਿਆ ਹੋਰ ਦੇ ਦਿਓ। ਹੁਣ ਗੱਲ ਤੇ ਸਟੇਟਾਂ ਨੂੰ ਪੈਰਾਂ ਸਿਰ ਕੀ ਕਰਨਾ, ਸਟੇਟਾਂ ਤਾਂ ਬਿਲਕੁਲ ਨੰਗ ਕਰਕੇ ਜਿਹੜੀਆਂ ਇਹਨਾਂ ਨੇ ਰੱਖ ਦਿੱਤੀਆਂ। ਪਰ ਇਹ ਅੱਜ ਦਾ ਨਹੀਂ ਸ਼ੁਰੂ ਹੋਇਆ ਹੋਇਆ, ਜਦੋਂ ਐਮਰਜੈਂਸੀ ਲੱਗੀ ਸੀ 1975 ਤੇ ਉਦੋਂ ਦਾ ਚੱਲਦਾ ਚੱਲਦਾ ਅੱਜ ਆ ਕੇ ਹੁਣ ਇਹਨਾਂ ਟੋਟਲ 26-27 ਸਾਲਾਂ ਦੇ ਵਿੱਚ ਆਪਣਾ 46-47 ਸਾਲਾਂ 'ਚ ਇਹ ਸਾਰਾ ਕੁਝ ਇੱਥੋਂ ਤੱਕ ਆ ਕੇ ਨਿਪਟਿਆ ਤੇ ਸਟੇਟਾਂ ਨੂੰ ਬਿਲਕੁਲ ਨੰਗ ਕਰਕੇ ਜਿਹੜਾ ਉਹ ਰੱਖ ਦਿੱਤਾ ਹਰ ਮੁੱਦੇ। ਬਿਲਕੁਲ ਬਿਲਕੁਲ ਸੁਰਿੰਦਰ ਬਾਈ ਜੀ, ਦੀਪ ਸਿੱਧੂ ਦੇ ਮਾਮਲੇ ਤੇ ਸੁਰਿੰਦਰ ਵੀਰ ਪਤਾ ਨਹੀਂ ਤਾਂ ਆਈਟੀ ਸੈੱਲ ਹੈ, ਪਤਾ ਨਹੀਂ ਸਾਡੇ ਆਈਟੀ ਸੈੱਲ ਵੀ ਨਹੀਂ ਕਵਾਂਗੇ, ਆ ਕੁਝ ਇੱਕ ਸੱਜਣ ਸਾਨੂੰ ਵੀ ਆ ਕੇ ਇਨਬਾਕਸ 'ਚ ਬਹਿਸ ਮੁਬਾਸਾ ਕਰੀ ਜਾਂਦੇ ਨੇ। ਗੱਲ ਇਹ ਹੈ, ਦੇਖੋ ਜਿਉਂਦੇ ਜੀ ਲੱਖ ਵਖਰੇਵੇਂ ਹੁੰਦੇ ਨੇ, ਰੋਸ ਵਖਰੇਵੇਂ ਹੁੰਦੇ ਨੇ। ਗੁਰੂ ਫਲਸਫਾ ਵੀ ਹੈ ਕਿ ਰੋਸ ਨਾ ਕੀਜੈ ਉੱਤਰ ਦੀਜੈ। ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਵਿਚਾਰਕ ਮਤਭੇਦ ਹੁੰਦੇ ਨੇ, ਕੋਈ ਕਿਸੇ ਵਿਚਾਰਧਾਰਾ ਨਾਲ ਜੁੜਦਾ, ਕੋਈ ਕਿਸੇ ਵਿਚਾਰਧਾਰਾ ਨਾਲ ਜੁੜਦਾ। ਕਿਸਾਨ ਅੰਦੋਲਨ 'ਚ ਜੋ ਕੁਛ ਜਿਹੜੀ ਵੀ ਧਿਰ ਵੱਲੋਂ ਅਜਿਹਾ ਹੋਇਆ ਜਿਹਦੇ ਤੇ ਲੱਗਦਾ ਸੀ ਕਿ ਇਹ ਅੰਦੋਲਨ ਨੂੰ ਡੈਂਟ ਪਾਏਗਾ, ਜਦੋਂ 13 ਕਿਸਾਨ ਜਥੇਬੰਦੀਆਂ ਡਾਕਟਰ ਦਰਸ਼ਨਪਾਲ, ਡੱਲੇਵਾਲ, ਇਹ ਰਾਜੇਵਾਲ, ਇਹ ਸਾਰੇ ਅਮਿਤ ਸ਼ਾਹ ਨੂੰ ਮੀਟਿੰਗ ਕਰਨਗੇ, ਮੈਂ ਉਸ ਦਿਨ ਵੀ ਇਹਨਾਂ ਦੋਨਾਂ ਨੂੰ ਇੰਟਰਵਿਊ ਕੀਤਾ ਸੀ, ਡੱਲੇਵਾਲ ਤੇ ਡਾਕਟਰ ਦਰਸ਼ਨਪਾਲ, ਵੀ ਤੁਸੀਂ ਗਲਤ ਹੋ। ਉਹਨਾਂ ਦੀ ਵੀ ਆਲੋਚਨਾ ਹੋਈ, ਰਾਜੇਵਾਲ ਜਿੱਥੇ ਗਲਤ ਹੈ ਉਹਦੀ ਵੀ ਆਲੋਚਨਾ ਹੋਈ। ਦੀਪ ਸਿੱਧੂ ਜਾਂ ਉਹਨਾਂ ਦੇ ਖੇਮੇ ਨੇ ਜੋ ਪੈਟਰਨ ਅਪਣਾਇਆ ਸੀ, ਜਿੱਥੇ ਉਹ ਗਲਤ ਸੀ ਲੱਗਦਾ ਸੀ ਜੋ ਸਾਨੂੰ ਸਮਝ ਮੁਤਾਬਕ, ਅਸੀਂ ਉਹਦੀ ਵੀ ਆਲੋਚਨਾ ਕੀਤੀ। ਪਰ ਇੱਕ ਮਿਆਰੀ ਸ਼ਬਦ ਸੀ, ਕੋਈ ਇਸ ਤਰ੍ਹਾਂ ਦਾ ਕਿਸੇ ਦੇ ਖਿਲਾਫ ਪਰਸਨਲ ਕੋਈ ਗੈਰ ਮਿਆਰੀ ਲਫ਼ਜ਼ ਨਹੀਂ ਸੀ, ਕਿਉਂਕਿ ਜਿਸ ਦਾ ਵੀ ਐਕਸ਼ਨ ਹੁਣ ਅੱਜ ਵੀ ਜੇ ਕੇਜਰੀਵਾਲ ਦਾ, ਖਾਸ ਕਰਕੇ ਕੇਜਰੀਵਾਲ ਦੇ ਨਾਲ ਰਾਜੇਵਾਲ ਦਾ ਟਾਈ ਅਪ ਹੋਣਾ, ਦੋਨਾਂ ਦਾ ਆ ਕੇ ਪੰਜਾਬ ਦੀ ਇਲੈਕਸ਼ਨ ਲੜਨਾ, ਇਹ ਆਪਾਂ ਕਵਾਂਗੇ ਕਿ ਇਹ ਯਾਰ ਆਰਐਸਐਸ ਨੂੰ ਸੂਟ ਕਰਦਾ, ਇਹਨਾਂ ਨੇ ਉਹ ਕੰਮ ਕੀਤਾ ਜੋ ਆਰਐਸਐਸ ਚਾਹੁੰਦੀ ਸੀ। ਜਿਹੜਾ ਹੁਣ ਕਿਸੇ ਧਿਰ ਨੂੰ ਜੋ ਸੂਟੇਬਲ ਆ ਉਸ ਦੇ ਲਈ ਉਹ ਕੰਮ ਕਰਦਾ, ਤੇ ਉਹ ਫਿਰ ਮੰਨਿਆ ਕਿ ਉਹਨਾਂ ਦਾ ਬੰਦਾ ਹੋ ਸਕਦਾ, ਉਹਨਾਂ ਲਈ ਸੂਟੇਬਲ ਹੋ ਸਕਦਾ ਹੈ। ਹੁਣ ਰਾਜੇਵਾਲ ਵੈਸੇ ਨਾ ਉੱਠਦਾ ਜੇ ਕੇਜਰੀਵਾਲ ਉਹਨੂੰ ਉਕਸਾ ਕੇ ਲਿਆ ਕੇ ਚੱਲ ਤੈਨੂੰ ਮੁੱਖ ਮੰਤਰੀ ਬਣਾਉਣਾ, ਅੰਦੋਲਨ ਚੁਕਵਾ ਦਿੱਤਾ, ਆ ਕੇ ਉਰੇ ਇਲੈਕਸ਼ਨ ਲੜਨ ਦਾ ਹਊਆ ਦਿਖਾ ਦਿੱਤਾ। ਕਈ ਲੋਕ ਹੁਣ ਸਵੈਮਾਨ ਸਿੰਘ ਕਹਿੰਦੇ ਐਦਾਂ ਜਿੱਤ ਜਾਾਂਗੇ, ਐਂ ਜਿੱਤ ਜਾਾਂਗੇ, ਤੇ ਮੁੜ ਕੇ ਇਹਨਾਂ ਦੇ ਨਾਲ ਵੀ ਅੱਧੇ ਭੱਜ ਗਏ। ਮਸਲਨ ਜੇ ਅੰਦੋਲਨ ਨੂੰ ਨੁਕਸਾਨ ਪੁੱਜਿਆ, ਐਮਐਸਪੀ ਤਾਂ ਦੂਰ, ਮੁਆਵਜ਼ੇ ਜਾਂ ਕਿਸਾਨਾਂ ਤੇ ਪਰਚੇ ਤੱਕ ਨਹੀਂ ਰੱਦ ਹੋਏ। ਜਿਹੜੀਆਂ ਧਿਰਾਂ ਕਿਸੇ ਨਾ ਕਿਸੇ ਰੂਪ 'ਚ ਉਸ ਅੰਦੋਲਨ ਨੂੰ ਖਦੇੜਨ ਦੇ ਵਾਸਤੇ, ਦਿੱਲੀ ਤੋਂ ਪੰਜਾਬ ਲਿਆਉਣ ਵਾਸਤੇ ਜਿਹੜੀਆਂ ਵਿੱਚ ਇਨਵੋਲਵ ਹੋਈਆਂ, ਤੇ ਫਿਰ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੇ ਉਹ ਕੰਮ ਕੀਤਾ ਜੋ ਆਰਐਸਐਸ ਚਾਹੁੰਦੀ ਸੀ। ਸੋ ਇਸ ਸਿਲਸਿਲੇ ਵਿੱਚ ਸੁਰਿੰਦਰ ਵੀਰ ਮਤਭੇਦ ਹੁੰਦੇ ਨੇ। ਮੌਤ ਕੱਲ੍ਹ ਨੂੰ ਕਿਸੇ ਦੀ ਵੀ ਹੋਣੀ ਹੈ, ਸਾਡੀ ਵੀ ਹੋਣੀ ਹੈ, ਸਭ ਦੀ ਹੋਣੀ ਹੈ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ। ਸੋ ਇਸ ਦੌਰਾਨ ਜਿਹੜੇ ਉਸ ਮਤਭੇਦ ਤੋਂ ਬਾਅਦ, ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜੋ ਆਈਟੀ ਸੈੱਲ ਵਾਲਾ ਲਾਣਾ ਜੋ ਕੁਝ ਕਰ ਰਿਹਾ, ਮੈਂ ਵੇਖ ਰਿਹਾ ਕਿ ਇੱਕ ਹਿੰਦੂ ਨੌਜਵਾਨ ਦੀਪ ਸਿੱਧੂ ਨੂੰ ਲੈ ਕੇ ਬਹੁਤ ਗੰਦੀਆਂ ਗੱਲਾਂ ਕਹਿ ਰਿਹਾ। ਗੁਰੂ ਸਾਹਿਬ ਤੱਕ ਵੀ ਉਹਨੇ ਗੰਦ ਬੋਲਿਆ, ਮਾਫ ਕਰਨਾ, ਪਤਾ ਨਹੀਂ ਉਹ ਕੌਣ ਬੰਦੇ ਨੇ। ਉਹ ਕੱਲ ਦੀ ਵੀਡੀਓ ਰਾਤ ਦੀ ਉਹ ਘੁੰਮ ਰਹੀ ਹੈ, ਉਸ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਇਧਰੋਂ ਜਵਾਬ ਦੇ ਰਹੇ ਨੇ, ਤੇ ਉਧਰੋਂ ਲੱਖੇ ਸਧਾਣੇ ਦੀ ਇੱਕ ਵੀਡੀਓ ਆਈ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦਾ ਮਸਲਾ, ਹਾਲਾਂਕਿ ਜਿਹੜੀ ਉਹ ਕਿਤਾਬ ਸਿੱਖ ਇਤਿਹਾਸ ਬੜੀ ਪੁਰਾਣੀ ਕਿਤਾਬ ਹੈ ਜਿਹੜੀ ਬੈਨ ਕਰ ਦਿੱਤੀ ਐਸਜੀਪੀਸੀ ਨੇ, ਉਸ ਕਿਤਾਬ ਨੂੰ ਵੀ ਲੈ ਕੇ ਬਲਦੇਵ ਸਿੰਘ ਸਿਰਸਾ ਖੁਲਾਸੇ ਕਰ ਰਹੇ ਨੇ ਕਿ ਗੁਰੂ ਸਾਹਿਬ ਦੇ ਬਾਰੇ ਆਹ ਲਿਖਿਆ। ਤੇ ਉਸ ਦੇ ਵਿੱਚ ਲੱਖਾ ਸਧਾਣਾ ਵੱਲੋਂ ਹੁਣ ਆਉਣ ਵਾਲੀ ਪਤਾ ਨਹੀਂ ਕਿੰਨੀ ਤਰੀਕ ਨੂੰ ਸੱਦਿਆ ਗਿਆ ਕਿ ਤੁਸੀਂ ਮੋਹਾਲੀ ਬੋਰਡ ਇਕੱਠੇ ਹੋਵੋ, ਕਿ ਜੇ ਫਤਿਹਗੜ੍ਹ ਸਾਹਿਬ ਇੰਨਾ ਇਕੱਠ ਹੋਇਆ, ਉੱਥੇ ਕੋਈ ਪ੍ਰੋਗਰਾਮ ਅਜਿਹਾ ਦਿੱਤਾ ਜਾਵੇ ਜੋ ਦੀਪ ਸਿੱਧੂ ਦੀ ਸੋਚ ਤੇ ਪਹਿਰੇਦਾਰੀ ਕਰਦਾ ਹੋਵੇ। ਦੀਪ ਸਿੱਧੂ ਦੀ ਜਿਹੜੀ ਸੋਚ ਹੈ ਉਸ ਤੇ ਪਹਿਰੇਦਾਰੀ ਜੇ ਆਪਾਂ ਕਰਨੀ ਆ ਤਾਂ ਆਪਾਂ ਇਸ ਕਿਤਾਬ ਦੇ ਖਿਲਾਫ ਲਾਮਬੰਦ ਹੋਈਏ। ਹੁਣ ਇਹ ਕੁਦਰਤੀ ਹੈ ਕਿ ਜਿਹੜਾ ਉਸ ਅੰਦੋਲਨ ਨੂੰ ਰਨ ਕਰੇਗਾ ਜਾਂ ਜਿਹੜਾ ਉੱਥੇ ਨੌਜਵਾਨਾਂ ਨੂੰ ਇਕੱਠ ਨੂੰ ਮੈਨੇਜ ਕਰੇਗਾ, ਸਿਆਸੀ ਤੌਰ ਤੇ ਉਹ ਉੱਭਰੇਗਾ। ਹੁਣ ਉਹਦੇ ਵਿਰੋਧ ਦੇ ਵਿੱਚ ਜਿਹੜੇ ਦੀਪ ਸਿੱਧੂ ਦੇ ਖਾਮਖਿਆਲ ਲੋਕ ਨੇ, ਜਿਹੜੇ ਕਹਿੰਦੇ ਦੀਪ ਸਿੱਧੂ ਸਾਡਾ ਹੀ ਸੀ, ਉਹ ਕਹਿੰਦੇ ਲੱਖਿਆ ਸਧਾਣਿਆ ਤੂੰ ਕੌਣ ਹੁੰਨਾ ਦੀਪ ਸਿੱਧੂ ਦੀ ਨਾਂ ਤੇ ਉਸ ਦੀ ਸੋਚ ਤੇ ਇਕੱਠ ਕਰਨ ਵਾਲਾ, ਹੁਣ ਤੂੰ ਦੀਪ ਨੂੰ ਕੈਸ਼ ਕਰਦਾ। ਯਾਨੀ ਆਪਸ 'ਚ ਮਤਭੇਦ ਹੋ ਗਏ ਨੇ ਉਸ ਸਿਲਸਿਲੇ ਵਿੱਚ ਕਿ ਜਿਹੜਾ ਕੰਮ ਪੰਜਾਬ ਦੀ ਸਿੱਖੀ ਦੀ ਜਾਂ ਭਾਰਤ ਦੀ ਭਲਾਈ ਲਈ ਹੋਣਾ, ਉਸ ਨੂੰ ਲੈ ਕੇ ਜਿਹੜੇ ਆਪਣੀ ਵਿਚਾਰਧਾਰਾ ਇਸ ਤਰ੍ਹਾਂ ਵੰਡੀ ਜਾ ਰਹੀ ਹੈ। ਤੇ ਉਸ ਦੌਰਾਨ ਕਿ ਉਹ ਭਾਵੇਂ ਕਾਰਾ ਆਈਟੀ ਸੈੱਲ ਦਾ
ਜਾਂ ਸਾਡੇ ਵੀ ਲੋਕ ਕਈ ਵਾਰੀ ਕਿਉਂਕਿ ਫੈਨ ਇੰਨੇ ਨੇ, ਅੱਜ ਕਿਸੇ ਦੇ ਫੈਨ ਆ 2017 ਚ ਮੇਰੀ ਆਵਾਜ਼ ਚੱਕ ਕੇ ਵੇਖ ਲਓ, ਹਾਲਾਂਕਿ ਮੈਂ ਬਲੌਕ ਕੀਤੇ ਹੋਏ ਨੇ 20-50 ਬੰਦੇ ਉਦੋਂ ਦੇ ਹੀ, 30 ਕੁ ਬੰਦੇ ਬਲੌਕ ਕੀਤੇ ਸੀ ਮੇਰੇ ਖਿਆਲ ਉਦੋਂ, ਤੇ ਉਸ ਦੌਰਾਨ ਅੱਧੇ ਰਿਗਰੈਟ ਕਰ ਗਏ ਵੀ ਹਾਂ ਯਾਰ ਤੁਸੀਂ ਸਹੀ ਸੀ ਜੋ ਮੈਂ ਕਿਹਾ ਸੀ, ਮੈਂ ਕੋਈ ਰੱਬ ਨਹੀਂ, ਜਾਂ ਜੋ ਜੱਜਮੈਂਟ ਸੀ ਵੀ ਨਹੀਂ ਸਰਕਾਰ ਬਣੇਗੀ, ਭਗਵੰਤ ਗਲਤ ਕਰ ਰਿਹਾ, ਤੇ ਉਦੋਂ ਬਹੁਤ ਮੰਦਾ ਚੰਗਾ ਬੋਲਿਆ ਲੋਕਾਂ ਨੇ, ਹਨਾ। ਸੋ ਇਸ ਦੌਰਾਨ ਜ਼ਰੂਰੀ ਨਹੀਂ ਕਿ ਐਡੀ ਸੈਲੀ ਬੋਲਦਾ ਵਿੱਚ, ਲੋਕ ਜਜ਼ਬਾਤੀ ਇੰਨੇ ਨੇ। ਇਸ ਦੌਰਾਨ ਦੀਪ ਨੂੰ ਲੈ ਕੇ ਲੋਕ ਭਾਵਕ ਇੰਨੇ ਨੇ, ਜੇ ਲੱਖੇ ਨੇ ਆਖਿਆ ਕਿ ਉੱਥੇ ਇਕੱਠੇ ਹੋਵੋ, ਨਹੀਂ ਜਾਣਾ ਨਾ ਜਾਓ, ਪਰ ਕਹਿੰਦੇ ਹੁਣ ਤੂੰ ਕੌਣ ਹੁੰਨਾ, ਉਹ ਆਪਸ ਦੇ ਵਿੱਚ ਜਿਹੜਾ ਵਖਰੇਵੇਂ ਵੱਧ ਰਹੇ ਨੇ, ਗਾਲੀ ਗਲੋਚ ਦੇ ਰੂਪ ਦੇ ਵਿੱਚ ਉਹ ਇੱਕ ਦੂਸਰੇ ਦਾ ਜਿਹੜਾ ਨਫ਼ਰਤ ਵੱਧ ਰਹੀ ਹੈ, ਇੰਨੀ ਮਤਲਬ ਜਿਹੜੀ ਨਿਰਾਸ਼ਾ ਡਿਪਰੈਸ਼ਨ ਫੈਲ ਰਿਹਾ ਸੋਸ਼ਲ ਸਾਈਟਸ ਤੇ, ਰਹੇ ਰੱਬ ਦਾ ਨਾਂ। ਤੇ ਇਹ ਜਿਹੜੇ ਕੁਝ ਹਿੰਦੂ ਜਥੇਬੰਦੀਆਂ ਨਾਲ ਜੁੜੇ ਨੌਜਵਾਨ ਨੇ, ਪਤਾ ਨਹੀਂ ਉਹ ਕੌਣ ਨੇ, ਉਹਨਾਂ ਨੇ ਦੀਪ ਦੇ ਬਾਰੇ ਕੁਝ ਅਜਿਹੀਆਂ ਪੋਸਟਾਂ ਪਾਈਆਂ ਨੇ ਕਿ ਉਹ ਇਸ ਹਾਲਤ ਸੀ, ਉਹ ਲੜਕੀ ਨਾਲ ਸੀ, ਬਲਾ ਸੀ, ਇਹ ਸੀ ਉਹ ਸੀ। ਠੀਕ ਹੈ, ਅਗਲੇ ਦਾ ਰਿਲੇਸ਼ਨ ਹੈ, ਉਹਦੀ ਕੋ ਹੋਸਟ ਸੀਗੀ, ਉਹਦੀ ਦੋਸਤ ਸੀ, ਵਧੀਆ ਦੋਸਤੀ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਨਿੱਜੀ ਰਿਲੇਸ਼ਨ ਹੋਵੇ, ਉਹਨੂੰ ਰਿਸੀਵ ਕਰਨ ਪੁੱਜਿਆ, ਪਰ ਉਸ ਨੂੰ ਲੈ ਕੇ ਗੱਲਾਂ ਉਭਾਰੀਆਂ ਜਾ ਰਹੀਆਂ ਨੇ, ਮਾੜਾ ਚੰਗਾ ਬੋਲਿਆ ਜਾ ਰਿਹਾ। ਹਾਲਾਂਕਿ ਦੀਪ ਦੀ ਵਾਈਫ ਦਾ ਉਹਦੇ ਪਰਿਵਾਰ ਵੱਲੋਂ ਕੋਈ ਅਜਿਹਾ ਉਜ਼ਰ ਨਹੀਂ ਹੈ, ਕੋਈ ਕਿੰਤੂ ਪਰੰਤੂ ਨਹੀਂ ਹੈ, ਨਾ ਜਾਂਚ ਤੇ ਹੈ ਨਾ ਹੋਰ ਤੇ ਹੈ। ਉਹ ਦਰਬਾਰ ਸਾਹਿਬ ਗਏ ਨੇ ਦੀਪ ਦੀ ਧਿਆਣੀ ਤੇ ਉਹਨਾਂ ਦੀ ਵਾਈਫ ਨਮਰਤਾ ਸਿੱਧੂ, ਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ, ਹੋਣਾ ਚਾਹੀਦਾ। ਪਰ ਗੱਲ ਇਹ ਹੈ ਨਾ ਕਿ ਜਿਹੜੇ ਹੁਣ ਕੋਈ ਦੀਪ ਦਾ ਫੈਨ ਹੈ, ਕੱਲ ਕਿਸੇ ਦਾ ਫੈਨ ਸੀ, ਅੱਜ ਦੀਪ ਦਾ ਫੈਨ ਹੈ, ਕੱਲ ਨੂੰ ਕਿਸੇ ਹੋਰ ਦਾ ਹੋਏਗਾ, ਉਧਰੋਂ ਲੱਖੇ ਹੋਰਾਂ ਦੇ ਜਾਂ ਦੂਸਰਿਆਂ ਦੇ ਫੈਨ ਨੇ, ਉਧਰ ਹਿੰਦੂ ਜਥੇਬੰਦੀਆਂ ਦੇ ਉਹਨਾਂ ਦੇ ਫੈਨ ਨੇ। ਉਸ ਦੌਰਾਨ ਜਿਹੜਾ ਖਲਾਰਾ ਪੰਜਾਬ 'ਚ ਪੈ ਰਿਹਾ, ਇਹ ਮੇਰੇ ਖਿਆਲ ਸਟੇਟ ਨੂੰ, ਬੀਜੇਪੀ ਨੂੰ ਖੂਬ ਰਾਸ ਆਉਂਦਾ ਹੈ, ਕਿਉਂਕਿ ਇੱਥੋਂ ਅੰਦੋਲਨ ਦੀ ਜਿਹੜੀ ਲੁੱਟ ਦੇ ਖਿਲਾਫ ਜੋ ਅੰਦੋਲਨ ਪੰਜਾਬ 'ਚੋਂ 4000 ਸਾਲ ਤੋਂ ਉੱਠਦੇ ਆਏ ਨੇ, ਜਿਹੜੇ ਕਾਰਪੋਰੇਟ ਲਈ ਵੱਡਾ ਖਤਰਾ ਨੇ, ਉਸ ਅੰਦੋਲਨ ਨੂੰ ਮਸਲਣ ਦੀ ਕਵਾਇਦ ਹੈ ਕਿ ਇਸ ਜਵਾਨੀ ਨੂੰ ਆਪਸ 'ਚ ਇਦਾਂ ਲੜਾ ਮਰਾ ਦਿਓ, ਹੈਨਾ। ਸੋ ਉਹ ਸਿਲਸਿਲਾ ਜਿਹੜਾ ਸਿਮਰਜੀਤ ਮਾਨ ਅਲੱਗ ਇਸ਼ੂ ਤੇ ਚੱਲ ਰਹੇ ਨੇ, ਉਹ ਕਹਿੰਦੇ ਬੇਅਦਬੀ ਲਈ ਇਕੱਠੇ ਹੋਣਾ, ਲੱਖਾ ਕਹਿੰਦਾ ਦੀਪ ਦੀ ਸੋਚ ਤੇ ਜੇ ਪਹਿਰਾ ਦੇਣਾ ਤਾਂ ਆਪਾਂ ਇਹ ਕਿਤਾਬ ਦੇ ਖਿਲਾਫ ਧਰਨਾ ਦਿਓ ਜੋ ਐਜੂਕੇਸ਼ਨ ਬੋਰਡ ਦੇ ਰਿਹਾ, ਕੋਈ ਬੰਦਾ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਇਸ ਦੌਰਾਨ ਇਹ ਸਾਰੇ ਭੰਬਲ ਭੂਸੇ 'ਚ ਜਿਹੜੀ ਇਕਜੁੱਟਤਾ ਉਹ ਤੀਲਾ ਤੀਲਾ ਹੋ ਰਹੀ ਹੈ। ਇਸ ਤੇ ਥੋੜੀ ਜਿਹੀ ਦਿਓ ਅਪਡੇਟ, ਫਿਰ ਇੱਕ ਦੋ ਹੋਰ ਇਸ਼ੂ ਨੇ ਆਪਾਂ ਖਤਮ ਕਰਾਂਗੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਕਿਸੇ ਸਰੋਤੇ ਦਾ ਸਵਾਲ ਹੋਵੇ ਉਹ ਵੀ ਗੱਲ ਕਰ ਸਕਦੇ ਹੋ। ਤੇ ਸਾਡੇ ਜਿਹੜੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਹੈ, ਲਾਸਟਲ ਟਰੈਵਲ ਸੈਂਟਰ, 14814 ਲੋਮਾ ਸਟਰੀਟ, ਲਾਸਟਲ, ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਤੁਸੀਂ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਊਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਸਭ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹਿਬ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, ਤੇ ਜਿਨ੍ਹਾਂ ਦਾ ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ 425 232 84 13, 4252328413 ਨੰਬਰ ਹੈ ਸਾਹ ਹਰਜਾਪ ਸਿੰਘ ਹੋਰਾਂ ਦਾ। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਸੁਖੀ ਘੁੰਮਣ ਹੋਰਾਂ ਨੇ, ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੇ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵੇਜ਼ ਟਰੱਕ ਸ਼ਾਪ ਦੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ, ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ, ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਇੱਥੇ ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇੱਕ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ ਹੈ 661 885 8855 661 885 8855। ਬੇਕਰਸਫੀਲਡ ਇਲਾਕੇ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਬੋਪਰਾ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਬੋਪਰਾ ਸਾਹਿਬ।
ਹਾਂਜੀ ਸਤਿ ਸ਼੍ਰੀ ਅਕਾਲ ਬੋਪਰਾ ਸਾਹਿਬ, ਗੱਲ ਕਰੋ, ਕੀ ਕਹਿਣਾ ਚਾਹੁੰਦੇ ਤੁਸੀਂ? ਆਨਰ ਹੋ ਸਰ। ਮੈਂ ਇਹ ਕਿਹਾ ਸੀ, ਜੇ ਤੁਸੀਂ ਗੱਲ ਕੀਤੀ ਨਾ ਵੀ ਇਹ ਸਾਰਿਆਂ ਦੇ ਅੱਡੋ ਅੱਡੀ ਹੋਏ ਹੋਏ ਨੇ, ਕੋਈ ਲੱਕੇ ਸਧਾਰਨ ਨੂੰ ਪਈ ਜਾਂਦਾ ਟੁੱਟ ਕੇ ਯੂਥ ਹੋਏ, ਕੋਈ ਕਿਸੇ ਨੂੰ ਪਈ ਜਾਂਦਾ, ਇਹ ਸਾਡੀ ਫਿਤਰਤ ਹੈ। ਜੇ ਅਸੀਂ ਇੱਕ ਰਾਹ ਤੇ ਚੱਲਣ ਵਾਲੇ ਹੁੰਦੇ ਤਾਂ ਅੱਜ ਅਕਾਲੀ ਦਲ ਦੇ 50 ਟੁੱਟੇ ਨਾ ਹੁੰਦੇ। ਜੇ ਅਸੀਂ ਇੱਕ ਰਾਹ ਚੱਲਣ ਵਾਲੇ ਹੁੰਦੇ ਤਾਂ ਸਾਡੀ ਕਿਸਾਨ ਯੂਨੀਅਨ 32 ਨਾ ਹੁੰਦੀਆਂ, ਇੱਕ ਹੁੰਦੀ। ਜੇ ਅਸੀਂ ਇੱਕ ਰਾਹ ਚੱਲਣ ਵਾਲੇ ਹੁੰਦੇ ਤਾਂ ਸਾਡੇ ਅੱਜ ਜਿਹੜੇ ਜਵਾਕ ਜੋਕਰੇ ਨੂੰ ਬੈਠੇ ਨੇ, ਆਪਦੇ ਮੰਮੀ ਡੈਡੀ ਨੂੰ ਯਾਦ ਕਰਕੇ ਰੋਂਦੇ ਆ, ਉਹ ਸਾਡੇ ਇੱਥੇ ਮਾਂ ਪਿਓ ਬੱਚਿਆਂ ਨੂੰ ਯਾਦ ਕਰਕੇ ਰੋ ਰਹੇ ਨੇ, ਉਹ ਨਾ ਰੋਂਦੇ ਜੇ ਅਸੀਂ ਇੱਕ ਰਾਹ ਤੁਰਨ ਵਾਲੇ ਹੁੰਦੇ। ਇਹ ਅਸੀਂ ਨਾ ਜਦੋਂ ਸਾਡੇ ਰਾਹ ਫੜਦੇ, ਹਰੇਕ ਬੰਦਾ ਚੌਧਰ ਭਾਲਦਾ, ਇਹ ਚੌਧਰਾਂ ਨੇ ਸਾਡੇ ਪੰਜਾਬ ਦਾ ਬੇੜਾ ਕਰ ਕੀਤਾ। ਬਿਲਕੁਲ, ਇਹ ਪਤਾ ਨਹੀਂ ਕਿੰਨਾ ਹੋਰ ਕਰੂਗਾ ਇਹ। ਹੁਣ ਹਰੇਕ ਬੰਦਾ ਉੱਠਦਾ, ਮੈਂ ਕਹਿਣਾ ਨਹੀਂ ਚਾਹੁੰਦਾ, ਚਲੋ ਕਿਸੇ ਦਿਲ ਤੇ ਲੱਗਦੀ ਹੁੰਦੀ ਆ। ਹੁਣ ਹਰੇਕ ਸਾਡੇ ਯੂਥ ਹੈ, ਯੂਥ ਨੂੰ ਇੰਨਾ ਪੱਟ ਲਿਆ ਸਿਆਸੀ ਲੀਡਰਾਂ ਨੇ। ਉਹ ਯੂਥ ਪੜ੍ਹਾਈ ਕਰਨ ਦੀ ਬਜਾਏ ਚਿੱਟੇ ਨੀਵੇਂ ਕੁੜਤੇ ਪਜਾਮੇ ਪਾ ਕੇ, ਜਾਕਟਾਂ ਪਾ ਕੇ, ਉਹ ਇਹਨਾਂ ਨੂੰ ਵੱਡੇ ਲੀਡਰ ਬਣ ਫਿਰਦੇ ਨੇ। ਉਹ ਪੜ੍ਹਾਈ ਛੱਡ ਕੇ ਵਿਚਾਰੇ ਆਪਦੀ, ਜਿਹੜੇ ਗੈਂਗਸਟਰ ਬਣੇ ਉਹ ਇਹਨਾਂ ਲੀਡਰਾਂ ਬਣਾਏ, ਪਾੜ ਕੇ ਘਰ ਪੜਦੇ ਲੋਕਾਂ ਦੇ। ਪਰ ਅਸੀਂ ਫੇਰ ਨਹੀਂ ਸਮਝਦੇ, ਅਸੀਂ ਫੇਰ ਇਹਨਾਂ ਮਗਰ ਲੱਗ ਕੇ ਇਹ ਸਾਨੂੰ ਭੜਕਾ ਦਿੰਦੇ ਆ। ਸਾਡਾ ਯੂਥ ਵੀ ਮਗਰ ਲੱਗ ਜਾਂਦਾ, ਆਪਦਾ ਫਿਊਚਰ ਖਰਾਬ ਕਰ ਲੈਂਦਾ। ਬਿਲਕੁਲ, ਸਾਡੇ ਜਿਹੜੇ ਮਾਂ ਪਿਓ ਨੇ ਉਹ ਕਿਉਂ ਬੱਚਿਆਂ ਬਾਹਰ ਭੇਜਦੇ ਨੇ? ਸਿਰਫ ਇਸ ਵਾਸਤੇ ਕਿ ਦੇਖੇ ਕਿਤੇ ਸਾਡਾ ਬੱਚਾ ਇਹਨਾਂ ਦੀ ਚੋਲ 'ਚ ਨਾ ਫੜ ਜਾਵੇ, ਕਿਤੇ ਇਹਨਾਂ ਦੇ ਉਂਗਲ ਨਾ ਫੜ ਲਵੇ। ਜੇ ਉਂਗਲ ਫੜ ਲਈ ਤਾਂ ਸਾਡਾ ਬੱਚੇ ਦਾ ਭਵਿੱਖ ਖਤਮ ਹੋ ਜਾਊਗਾ। ਸਹੀ ਗੱਲ ਹੈ ਵੀਰ, ਸਹੀ। ਉਹਦੇ ਜ਼ਮੀਨਾਂ ਵੇਚ ਕੇ ਬੱਚਿਆਂ ਬਾਹਰ ਭੇਜਦੇ ਨੇ। ਥੈਂਕ ਯੂ ਬੋਪਰਾ ਸਾਹਿਬ, ਦਰੁਸਤ ਫਰਮਾਇਆ। ਸੋ ਬਿਲਕੁਲ ਸਾਡਾ ਯੂਥ ਹੈ ਹੁਣ ਆ ਮੁਕਤਸਰੀ ਕੁੜਤੇ ਪਾ ਕੇ, ਤੇ ਇੰਨਾ ਜਿਹੜਾ ਗੈਂਗਸਟਰ ਵੀ ਇਦਾਂ ਹੀ ਹੈ। ਹੁਣ ਉਹ ਸੁੱਖਾ ਕਾਲਵਾ ਸੀ, ਉਹਦੀ ਮਾਂ ਜ਼ਿਕਰ ਕਰ ਰਹੀ ਸੀ ਜਦੋਂ ਡੈਥ ਹੋਈ ਆ, NRI ਮਾਂ ਸੀ ਵਿਚਾਰੀ, ਪੁੱਤਰ ਦੁਨੀਆ ਤੋਂ ਚਲਾ ਗਿਆ ਇਸ ਗੈਂਗਵਾਰ ਦੇ। ਉਹ ਕੀਰਨੇ ਪਾ ਰਹੀ ਸੀ, ਕਹਿੰਦੀ ਪੁੱਤਰ ਸੁੱਖਿਆ, ਤੂੰ ਤਾਂ ਕਹਿੰਦਾ ਸੀ ਏਅਰਪੋਰਟ ਤੋਂ ਤੈਨੂੰ ਲਾਲ ਬੱਤੀ ਵਾਲੀ ਗੱਡੀ 'ਚ ਲੈਣ ਆਊਂਗਾ। ਪਰ ਜਦੋਂ ਬੱਚਾ ਕਹਿੰਦਾ ਨਾ, ਤੇ ਮਾਂ ਦਾ ਪੁੱਛਣਾ ਵੀ ਫਰਜ਼ ਬਣਦਾ। ਮੈਨੂੰ ਹਮਦਰਦੀ ਹੈ ਉਸ ਮਾਂ ਦੇ ਨਾਲ ਵੀ, ਪਰ ਉਸ ਬੱਚੇ ਨੂੰ ਪੁੱਛਣਾ ਵੀ ਬਣਦਾ ਕਿ ਤੂੰ ਭਾਈ ਕਿਹੜਾ IPS ਬਣ ਗਿਆ, IAS ਬਣ ਗਿਆ ਕਿ ਤੂੰ ਮੈਨੂੰ ਲਾਲ ਬੱਤੀ ਵਾਲੀ ਗੱਡੀ 'ਚ ਲੈ ਕੇ ਆਵੇਂਗਾ, ਜਾਂ ਤੂੰ ਕਿਹੜਾ ਮਤਲਬ ਕੋਈ ਲੀਡਰ ਬਣ ਗਿਆ ਵੱਡਾ। ਸੋ ਉਹ ਜਿਹੜੀਆਂ ਇੰਨੀਆਂ ਛਾਵਾਂ ਪਾਲੀਆਂ ਹੋਈਆਂ ਨੇ, ਸੋ ਗੈਂਗਸਟਰੀ ਦੇ ਵਿੱਚੋਂ ਅੱਗੇ ਲੀਡਰ ਪੈਦਾ ਹੁੰਦੇ ਨੇ। ਵੋਟਾਂ ਡਰਾ ਲਓ, ਧਮਕਾ ਲਓ, ਗੁੰਡੇ ਬਣੋ, ਨਾਲ 4 ਬੰਦੇ ਹੋਰ ਲੱਗ ਜਾਂਦੇ ਨੇ ਕਿ ਕਦੇ ਲੋੜ ਹੀ ਪੈ ਜੂ, ਹੈ ਨਾ। ਸੋ ਉਸ ਸਿਲਸਿਲੇ ਵਿੱਚ ਜਿਨ੍ਹਾਂ ਦੀ ਬੈਕਗਰਾਉਂਡ ਹੀ ਇਸ ਤਰ੍ਹਾਂ ਵਾਇਲੈਂਸ ਤੇ ਆ, ਨਸ਼ਿਆਂ ਤੇ ਆ, ਡਰੱਗ ਤੇ ਆ, ਲੜਾਈ ਝਗੜਿਆਂ ਤੇ ਆ, ਉਹਨਾਂ ਤੋਂ ਅਸੀਂ ਉਹਨਾਂ ਦੇ ਵਿੱਚੋਂ ਅਸੀਂ ਲੀਡਰ ਵੇਖਦੇ ਹਾਂ ਕਿ ਇਹ ਬਚਾਊ ਹੁਣ ਪੰਜਾਬ ਨੂੰ। ਸਵਾਗਤ ਤੁਹਾਡਾ ਮੁਕੱਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਗੱਲ ਕਰੋ। ਹਾਂਜੀ ਟਵਾਣਾ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ, ਚਲੋ ਠੀਕ ਹੈ, ਕੁਝ ਹੋਣਗੇ ਵੀ IT ਸੈੱਲ ਦੇ ਜਿਹੜੇ ਜਾਣ ਕੇ ਗੁੰਮਰਾਹ ਕਰ ਰਹੇ ਨੇ, ਪਰ ਜਿਹੜੇ ਕੁਝ ਬੰਦੇ ਜਿਵੇਂ ਲੱਖੇ ਦੇ ਖਿਲਾਫ ਵੀ ਵੀਡੀਓ ਪਈ ਹੈ ਵੀ ਤੂੰ ਉਦੋਂ ਐਂ ਕਹਿਣਾ ਸੀ ਤੂੰ ਕਾਮਰੇਡ ਹੈ, ਇੱਕ ਉਹ ਮੁੰਡਾ ਜਿਹਨੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਘੇਰਿਆ ਸੀ ਉਦੋਂ, ਉਹ ਵੀਡੀਓ ਪਾ ਰਿਹਾ। ਤੇ ਇਹ ਮਾਹੌਲ ਟਵਾਣਾ ਸਾਹਿਬ ਅਸਲ 'ਚ ਨਾ ਤੁਸੀਂ ਮੰਨੋਗੇ, ਮੈਨੂੰ ਆਪ ਇੰਨਾ ਇਰੀਟੇਟ ਜਿਹਾ ਹੋ ਰਿਹਾ ਨਾ ਮਹਿਸੂਸ ਵੀ ਇਹ ਕਰ ਕੀ ਰਹੇ ਨੇ। ਕੋਈ ਵੀ ਬੰਦਾ ਨਾ ਕਲੀਅਰ ਕਰਨ ਨੂੰ ਤਿਆਰ ਨਹੀਂ ਹੈਗਾ, ਸਭ ਚੁੱਪ ਨੇ। ਤੇ ਕੁਝ ਬੰਦੇ ਵਿੱਚੋਂ ਉਹੀ ਰਾਜਨੀਤੀ ਵਾਲੀ ਗੇਮ ਆਪਣੀ ਚਲਾ ਰਹੇ ਨੇ ਜੀ। ਜਿਵੇਂ ਹੁਣ ਕੁੜੀ ਨੇ ਉਧਰੋਂ ਮੰਨ ਲਓ ਕਲੀਅਰ ਕਰਨ ਦੀ ਕੋਸ਼ਿਸ਼ ਕਰੀ, ਤੇ ਇਧਰੋਂ ਕੋਈ ਉਹ ਕੁੜੀ ਨੇ ਪਾਤੀ ਵੀਡੀਓ ਵੀ ਤੇਰੇ ਕੋਲ ਮਤਲਬ ਲੇਡੀਜ਼ ਉਹਦੇ ਮਗਰ ਪੈ ਗਈਆਂ ਕੁੜੀ ਦੇ, ਕਹਿੰਦੇ ਤਹੀਂ ਮਰਾਇਆ, ਦੱਸੋ ਲੈ। ਇਹ ਸਕੀਆਂ ਹੋ ਗਈਆਂ ਤੇ ਉਹ ਦੁਸ਼ਮਣ ਹੋ ਗਈ ਜਿਹੜੀ ਨਾਲ ਸੀ ਉਹਦੇ, ਇੰਨੀ ਕਲੋਜ਼ ਸੀ ਲੜਕੀ, ਪੜ੍ਹੇ ਲਿਖੇ ਪਰਿਵਾਰ ਦੀ, ਵੈਲ ਐਜੂਕੇਟਡ ਆ, ਅਮਰੀਕਨ ਸਿਟੀਜ਼ਨ ਆ। ਹਾਂਜੀ ਉਹ ਵੀ 5 ਘੰਟੇ ਉਹਨੇ ਕਹਿਤਾ ਵਿੱਚ ਵੀ 5 ਘੰਟੇ ਮੈਨੂੰ ਪਤਾ ਨਹੀਂ ਲੱਗਿਆ, ਵੀ ਮੇਰੇ ਭਰਾ ਨੇ ਆ ਕੇ ਦੱਸਿਆ। ਉਹ ਕਹਿੰਦੇ ਵੀ ਤੇਰੇ ਕੋਲ ਫੋਨ ਸੀ, ਤੂੰ ਫੋਨ ਦੇਖੀ ਜਾਂਦੀ ਸੀ, ਤੈਨੂੰ ਪਤਾ ਕਿਵੇਂ ਨਹੀਂ ਲੱਗਿਆ ਵੀ ਤੂੰ ਝੂਠ ਬੋਲ ਰਹੀ ਆ ਉਹਦੇ 'ਚ। ਬਸ ਉਹੀ ਹੈ ਨਾ, ਉਹ ਜਿਹਦੀ ਮਲੋਟ ਤੱਕ ਮੱਤ ਨਹੀਂ ਜਾਂਦੀ ਤੇ ਉਹ ਅਮਰੀਕਾ ਵਾਲੇ ਨੂੰ ਮੱਤਾਂ ਦਿੰਦਾ ਹੈ। ਗੱਲ ਇਹ ਹੈ ਕਿ ਉਹਦੀ TRP ਵਿਕਦੀ, ਉਹਦੀ ਵੈਲਿਊ ਵਿਕਦੀ ਹੈ। ਉਹ ਤੋਂ ਹੁਣ ਦੱਸੋ ਹਾਦਸਾ ਵਾਪਰਿਆ, ਇਸ ਦੌਰਾਨ ਕੋਈ ਵੀ ਸ਼ੌਕਿੰਗ ਨਿਊਜ਼, ਅਫਸੋਸ ਦੀ ਨਿਊਜ਼ ਉਹਨੂੰ ਦੇਈ ਨਹੀਂ ਦੇ। ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਕੋਲ ਆ ਗਏ ਉਦੋਂ ਦੱਸਿਆ ਕਿ ਭਾਈ ਡੈਥ ਹੋ ਚੁੱਕੀ ਹੈ। ਮਤਲਬ ਹਰ ਬੰਦਾ FBI ਦਾ ਉਹ ਬਣਿਆ ਹੋਇਆ ਇੱਥੇ। ਜੇ ਉਹ ਕਲੋਜ਼ ਸੀ ਤਾਂ ਹੀ ਦੀਪ ਕੋਈ ਨਿਆਣਾ ਥੋੜੀ ਸੀ ਯਾਰ, ਉਹ ਐਡਾ ਇੰਟੈਲੈਕਚੁਅਲ ਸੀ, ਉਹਨੂੰ ਪਤਾ ਨਹੀਂ ਸੀ ਵੀ ਕੌਣ ਮੇਰਾ ਤੇ ਕੌਣ ਆਪਣਾ। ਉਹ ਠੀਕ ਹੈ ਇਕੱਲਾ ਵਿਚਰਦਾ ਸੀ, ਪ੍ਰਾਈਵੇਸੀ ਆਪਣੀ ਰੱਖਦਾ ਸੀ, ਉਸ ਪ੍ਰਾਈਵੇਸੀ 'ਚੋਂ ਨਾਲ ਨਹੀਂ ਸੀ ਰੱਖਦਾ ਕਿਸੇ ਨੂੰ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੁੰਦੀ ਹੈ, ਕਿਉਂਕਿ ਕਈ ਵਾਰ ਬੰਦਾ ਓਵਰ ਕੌਨਫੀਡੈਂਸ ਹੁੰਦਾ ਕਿ ਮੈਂ ਇਕੱਲਾ ਜਾਵਾਂ ਜਿੱਥੇ ਜਾਵਾਂ। ਸ਼ਾਇਦ ਇਸ ਪ੍ਰਾਈਵੇਸੀ ਕਰਕੇ ਉਹ ਇਕੱਲਾ ਸੀ, ਉਹ ਲੜਕੀ ਨੂੰ ਨਾਲ ਲੈ ਕੇ ਆਇਆ। ਤੇ ਉਹ ਹੁਣ ਕਹਿ ਰਹੀ ਹੈ ਵੀ ਕਾਰ ਦੇ ਵਿੱਚੋਂ ਤਾਂ ਕਹਿੰਦੀ ਕੋਈ ਲਗੇਜ ਨਹੀਂ ਨਿਕਲੇ। ਯਾਰ ਲਗੇਜ ਉੱਥੇ ਹੁਣ ਕਿਤੇ ਟਰੰਕ ਰੱਖਣਾ ਹੁੰਦਾ, ਅਗਲਾ 4 ਬੈਗ ਹੁੰਦੇ ਨੇ। ਜਦੋਂ ਲਿਖਿਆ ਕਹਿੰਦੀ ਲਗੇਜ ਕਿੱਥੇ ਨੇ, ਲਗੇਜ ਤਾਂ ਨਿਕਲੇ ਨਹੀਂ।
ਨਹੀਂ ਇਹ ਨਾ ਟਵਾਣਾ ਸਾਹਿਬ ਦੇਖੋ ਮੈਨੂੰ ਤਾਂ ਐਂ ਹੀ ਲੱਗ ਰਿਹਾ ਵੀ ਜਿਵੇਂ ਹੁਣ ਲੱਖਾ ਸਧਾਣਾ ਇਕੱਠ ਕਰਨ ਬਾਰੇ ਕਹਿ ਰਿਹਾ ਹੈ, ਕੋਈ ਹੋਰ ਹੀ ਏਜੰਸੀ ਸ਼ਰਾਰਤ ਕਰਦੇ, ਕੋਈ ਵੱਡਾ ਹਾਦਸਾ ਕੋਈ ਉਦਾਂ ਦਾ ਹੀ ਨਾ ਇਹ ਕਰਾ ਦੇਣ ਤੇ ਫਿਰ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਇਹਦੇ ਵਿੱਚ। ਕੋਈ ਪਤਾ ਨਹੀਂ ਹੈ ਬਾਈ ਜੀ, ਖਾਨਾ ਜੰਗੀ ਕਰਾਉਣਗੇ ਮੁੰਡਿਆਂ 'ਚ, ਕਿਉਂਕਿ ਸੰਤਾਂ ਵਕਤ ਵੀ ਤੁਸੀਂ ਵੇਖੋ ਸੁਰਿੰਦਰ ਹੋਰਾਂ ਨੇ ਤਾਂ ਵੇਖਿਆ ਸਾਰਾ ਕੁਝ ਹੱਡੀ ਹੰਡਾਇਆ। ਇੱਕ ਪਾਸੇ ਬੱਬਰ, ਦੂਸਰੇ ਪਾਸੇ ਉਹ ਰੋਜ਼ ਗੋਲੀਆਂ ਚੱਲਦਾ ਸੀ, ਕਦੇ ਸੋਢੀ ਦਾ ਕਤਲ, ਕਦੇ ਉਹਦਾ ਕਤਲ। ਮੂਵਮੈਂਟ ਏਦਾਂ ਹੀ ਫੇਲ ਹੁੰਦੀਆਂ ਨੇ। ਉਹ ਹੁਣ ਏਦਾਂ ਦਾ ਭੰਬਲ ਪੂਸਾ ਆਪਾਂ IT ਸੈੱਲ ਵੀ ਨਹੀਂ ਕਹਿ ਸਕਦੇ। ਆ ਹੁਣ ਜਦੋਂ ਸਾਨੂੰ ਆ ਕੇ ਸਿੱਧੇ ਭਿੜਦੇ ਨੇ ਕਿ ਤੁਸੀਂ ਐ ਬੋਲਿਆ, ਤੁਸੀਂ ਏਦਾਂ, ਸਾਡੀ ਯਾਰ ਜੌਬ ਹੈ। ਅਸੀਂ ਤਾਂ ਜਥੇਦਾਰਾਂ ਨੂੰ ਵੀ ਬੋਲਦੇ ਹਾਂ, ਧਰਮ ਦੇ ਆਗੂਆਂ ਨੂੰ ਵੀ ਬੋਲਦੇ ਹਾਂ, ਸੀਚੇਵਾਲ ਨੂੰ, ਹੋਰਾਂ ਨੂੰ ਵੀ ਕਹਿੰਦੇ ਆ ਕਿ ਭਾਈ ਉੱਥੇ ਕੀ ਕਰਨ ਗਏ ਹੋ, ਹਨਾ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ, ਹੁਣ ਫੈਨ ਤੇ ਸੀਚੇਵਾਲ ਦੇ ਵੀ ਹੋਣਗੇ, ਉਹਨਾਂ ਲਈ ਰੱਬਾ ਪੈਰ ਧੋ ਕੇ ਪੀਂਦੇ ਨੇ ਲੋਕ। ਇਹਦਾ ਮਤਲਬ ਅਸੀਂ ਕਿਸੇ ਦੇ ਖਿਲਾਫ ਹੀ ਨਾ ਬੋਲੀਏ। ਅਸੀਂ ਕਹਿੰਦੇ ਜਥੇਦਾਰ ਸਾਹਿਬ ਪਟਨਾ ਸਾਹਿਬ ਵਾਲਿਓ, ਮੋਦੀ ਕੋਲ ਕਿਉਂ ਗਏ ਉੱਥੇ ਤੁਸੀਂ? ਉਹਦੇ ਘਰੇ ਕੋਈ ਖੰਡ ਪਾਠ ਸੀ? ਘਰੇ ਜਾ ਕੇ ਸਰੋਪੇ ਦੇ ਰਹੇ ਹੋ। ਸਾਡੀ ਤਾਂ ਯਾਰ ਜੌਬ ਹੈ ਬੋਲਣਾ। ਬਾਕੀ ਹੈਗੇ ਚੁਫੇਰਗੜੀ ਆ, ਮੀਡੀਆ ਚਾਪਲੂਸ ਨਹੀਂ ਬੋਲਦਾ, ਉਹਨਾਂ ਨੂੰ ਸੁਣ ਲਿਆ ਕਰੋ। ਪਰ ਗੱਲ ਇਹ ਹੈ ਕਿ ਜਿਹੜਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਤਲਵਾਰ ਰੱਖੀ ਹੋਈ ਇਹਨਾਂ ਨੇ। ਹੁਣ ਤੁਸੀਂ ਵੇਖੋ ਸੁਰਿੰਦਰਵੀਰ ਜਸ ਬਾਜਵੇ ਦਾ ਵੀ ਬਿਆਨ ਆਇਆ, ਕਹਿੰਦਾ ਜਿਹੜਾ ਬਦਸਲੂਕੀ ਮਿਸਵੇਵ ਹੋਇਆ, ਫਤਿਹਗੜ੍ਹ ਗਏ ਹੋ, ਕਹਿੰਦਾ ਇਦਾਂ ਜੇ ਤੁਸੀਂ ਕਰੋਗੇ, ਕਹਿੰਦਾ ਕਿਸੇ ਨੇ ਆਉਣਾ ਨਹੀਂ। ਉਹਦੇ ਨਾਲ ਦੀਪ ਦੀ ਜਿਹੜੀ ਸੋਚ ਸੀ ਉਹਦੀ ਵੇਵ ਵੀ ਟੁੱਟੇਗੀ। ਫਿਰ ਤੁਸੀਂ ਉਹੀ ਚੰਦ ਬੰਦੇ ਕਰ ਲੋਗੇ, ਹਰ ਇੱਕ ਨੂੰ ਨਿੰਦਣਾ। ਹੁਣ ਕਿਸਾਨਾਂ ਦੇ ਮਤਭੇਦ ਸੀ ਕਿ ਕਿਸਾਨਾਂ ਨੇ ਇੱਕ ਦੂਸਰੇ ਦੇ ਖਿਲਾਫ ਬਿਆਨ ਨਹੀਂ ਦਿੱਤੇ। ਜੇ VM ਸਿੰਘ ਗਲਤ ਸੀ, ਕਨਵੀਨਰ ਬਣਾਇਆ ਸੀ, ਅਗਲੇ ਨੇ ਕੱਢ ਕੇ ਬਾਹਰ ਮਾਰਿਆ। ਜਦੋਂ ਉਹਨਾਂ ਨੂੰ ਸੂਟ ਹੀ ਨਹੀਂ ਕਰਦਾ, VM ਸਿੰਘ ਨੇ ਕਿੰਨਾ ਕੇਸ ਲੜਿਆ, 600 ਕਰੋੜ ਦਾ ਮਾਲਕ ਹੈ ਉਹ, 30 ਸਾਲ ਹੋ ਗਏ ਉਹਨੂੰ UP 'ਚ ਕਿਸਾਨਾਂ ਦਾ ਹੱਕ ਤੇ ਲੜਦੇ ਨੂੰ। ਜਦੋਂ ਉਹਨੂੰ ਲੱਗਿਆ ਕਿਸਾਨਾਂ ਨੂੰ ਕਿ ਢਿੱਲੀ ਗੱਲ ਕਰੀ ਨੇ, ਉਹਨੇ ਇਹ ਆਖਿਆ ਸੀ ਕਿ ਕਰੋਨਾ ਆਪਾਂ ਯਾਰ ਰੁਕ ਜਾਈਏ। ਇਸੇ ਦੌਰਾਨ ਇਹੀ ਕਰੋਨਾ ਦੇ ਬਾਰੇ ਦੀਪ ਅਪੀਲ ਕਰਦਾ ਕਿ ਕਰੋਨਾ ਹੈ, ਮੋਟਰਸਾਈਕਲਾਂ ਤੇ ਕਿਉਂ ਘੁੰਮਦੇ, ਇਹਨਾਂ ਦੇ ਪੱਟੇ ਮਾਰੋ, ਕਹਿੰਦਾ ਉੱਥੇ ਹੀ ਮਾਰੋ ਜਿਹਦਾ ਨਾਂ ਨਾ ਲਵਾਂ। ਇਸੇ ਕਰੋਨਾ ਦਾ ਹੋਊਗਾ। VM ਸਿੰਘ ਕਿਸਾਨ ਆਗੂ ਨੇ ਖੜਾ ਕੀਤਾ, ਜਿਹੜਾ ਇਸ ਸਾਰੀ ਐਜੀਟੇਸ਼ਨ ਦਾ ਕਨਵੀਨਰ ਸੀ। ਜਦੋਂ ਉਹ ਗਲਤ ਸੀ, ਉਹਨਾਂ ਨੇ VM ਸਿੰਘ ਮੱਖਣ ਚੋਂ ਵਾਲਾਂ ਨੂੰ ਕੱਢ ਕੇ ਉਹ ਮਾਰਿਆ, ਮੁੜ ਕੇ ਦੜੀ ਨਹੀਂ ਚੜਨ ਦਿੱਤਾ। ਜੇ ਦੀਪ ਸਿੱਧੂ ਨੂੰ ਵਿਚਾਰਕ ਮਤਭੇਦ ਸੀ ਉਹਨਾਂ ਦੇ, ਕਿਉਂਕਿ ਇਹਦੀ ਸਟੇਜ ਤੇ ਹਰ ਪੋਲੀਟੀਕਲ ਬੰਦਾ ਆ ਕੇ ਬੋਲਦਾ ਸੀਗਾ, ਇਸੇ ਕਰਕੇ ਉਹਨਾਂ ਨੇ ਇਹਨੂੰ ਹਾਸ਼ੀਏ ਤੇ ਰੱਖ ਦਿੱਤਾ। ਕੀ ਗੁਨਾਹ ਹੋ ਗਿਆ ਯਾਰ ਕਿਸਾਨਾਂ ਵੱਲੋਂ, ਜਦੋਂ ਉਹਨਾਂ ਨੇ ਆਪਣੇ ਬੰਦੇ ਨੂੰ, ਆਪਣੇ ਕਨਵੀਨਰ ਨੂੰ ਲਾਂਭੇ ਕਰ ਦਿੱਤਾ, ਜਿਹੜਾ ਕਰੋੜਾਂ ਰੁਪਏ ਸੁਪਰੀਮ ਕੋਰਟ ਦੇ ਕੇਸਾਂ ਤੇ ਲੜ ਚੁੱਕਾ ਹੈ। ਐਡਾ ਉਹਦਾ ਕੰਟਰੀਬਿਊਸ਼ਨ ਹੈ, ਲੱਖਾਂ ਕਰੋੜਾਂ ਰੁਪਏ ਉਹਨੇ ਕਿਸਾਨ ਐਜੀਟੇਸ਼ਨ ਤੇ ਲਾਏ ਹੋਣੇ ਹੁਣ ਤੱਕ। ਇਹਨਾਂ ਨੇ VM ਸਿੰਘ ਨੂੰ ਨਹੀਂ ਵੜਨ ਦਿੱਤਾ, ਤੇ ਫਿਰ ਦੀਪ ਸਿੱਧੂ ਉਦੋਂ ਵੱਡਾ ਥੋੜੀ ਹੋ ਗਿਆ। ਸੋ ਇਸ ਕਰਕੇ ਸਾਡੇ ਲੋਕ ਸਮਝਦੇ ਨਹੀਂ ਬਾਈ ਜੀ, ਪ੍ਰੋਬਲਮ ਇਸ ਗੱਲ ਦੀ ਹੈ। ਹੋਰ ਕੁਝ ਕਹਿਣਾ ਚਾਹੁੰਦੇ ਮੁਕੱਦਰ ਜੀ? ਨਹੀਂ, ਐ ਹੀ ਹੈ ਨਾ ਜੀ। ਦੇਖੋ ਜਿਵੇਂ ਹੁਣ ਲੱਖਾ ਇਕੱਠ ਕਰਨ ਦੀ ਕੋਸ਼ਿਸ਼ ਕਰ ਰਿਹਾ, ਜੇ ਕਿਸੇ ਨੇ ਸ਼ਰਾਰਤ ਕਰਕੇ ਕੋਈ ਹਮਲਾ ਕੋਈ ਹੋ ਜੇ, ਉਹੀ ਗੱਲ ਨੌਜਵਾਨ ਵੰਡੇ ਜਾਣਗੇ, ਉਹੀ ਦੰਗਿਆਂ ਵਾਲਾ ਮਾਹੌਲ ਹੋਣ ਵਾਲਾ ਹੀ ਕਾਰਨ ਬਣ ਜੂਗਾ ਨਾ ਜੀ ਫਿਰ ਉਹੀ। ਧੰਨਵਾਦ ਸਾਹਿਬ, ਮਿਹਰਬਾਨੀ ਜੀ। ਆਪਣਾ ਸਮਰਾਈਜ਼ ਕਰੋ ਆਪਣਾ ਸੁਰਿੰਦਰ ਵੀਰ। ਖੈਰ ਇੱਕ ਮੈਂ ਸਪਾਂਸਰ ਦਾ ਜ਼ਿਕਰ ਕਰਦੇ ਹਾਂ, ਫਿਰ ਉਸ ਤੋਂ ਬਾਅਦ ਤੁਸੀਂ ਇਸ ਸਾਰੇ ਮਸਲੇ ਤੇ ਕਿ ਜਿਹੜੀ ਖਾਨਾ ਜੰਗੀ, ਤੁਸੀਂ ਤਾਂ ਉਹ ਐਡੀ ਵੱਡੀ ਐਜੀਟੇਸ਼ਨ ਸੰਤਾਂ ਵਾਲੀ ਵੇਖੀ ਹੈ ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਲੋਕ ਸਿਰ ਵਾਰ ਨੂੰ ਤਿਆਰ ਹੋ ਜਾਂਦੇ ਸੀ ਕਿ ਹੁਕਮ ਕਰੋ। ਉਹ ਐਜੀਟੇਸ਼ਨਾਂ ਫੇਲ ਕਰਾਈਆਂ ਏਜੰਸੀਆਂ ਨੇ ਤੇ ਸਾਡੇ ਲੀਡਰਾਂ ਨੇ। ਇਹ ਤਾਂ ਕੁਝ ਵੀ ਚੀਜ਼ ਨਹੀਂ ਹੈ। ਇੱਕ ਜੇ ਪੰਜਾਬ ਦੇ ਭਲੇ ਲਈ ਕੋਈ ਸਲੀਕੇ ਨਾਲ ਗੱਲ ਚੱਲਦੀ ਹੈ, ਉਹਨੂੰ ਕਰ ਲੈਣ ਦਿਓ। ਮਤਲਬ ਉਹ ਕੰਮ ਨਾ ਕਰੋ ਜਿਹੜਾ BJP ਨੂੰ ਰਾਸ ਆਉਣਾ ਖਾਨਾ ਜੰਗੀ ਦਾ, ਪਰ ਇਹ ਕਰਨਾ ਉਹ ਕੰਮ ਹੈ ਜਿਹੜਾ BJP ਨੂੰ ਰਾਸ ਆਉਂਦਾ। ਹਰ ਬੰਦਾ ਇੰਡੀਵਿਜੂਅਲੀ ਕਹਿੰਦਾ ਮੈਨੂੰ ਪਤਾ ਹੈ ਦੀਪ ਦੀ ਸੋਚ ਕੀ ਹੈ, ਮੇਰੇ ਮੁਤਾਬਕ ਚੱਲੋ। ਇਸ ਦੌਰਾਨ ਉਹ ਕੰਮ ਕਰਾਉਣਗੇ ਪੰਜਾਬ ਦੀ ਜਵਾਨੀ ਨੂੰ ਆਪਸ 'ਚ ਲੜ ਮਰਾ ਕੇ, ਜਿਹੜਾ BJP ਨੂੰ ਰਾਸ ਆਉਂਦਾ, ਤਾਂ ਜੋ ਇੱਥੋਂ ਕਾਰਪੋਰੇਟ ਲੁੱਟ ਦੇ ਖਿਲਾਫ, ਪੰਜਾਬ ਦੇ ਹਕੂਕ ਦੇ ਖਿਲਾਫ ਕੋਈ ਮੂਵਮੈਂਟ ਹੀ ਨਾ ਖੜੀ ਹੋ ਸਕੇ। ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਲਡ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੇ ਤਾਇਓ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੇ ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਜਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੀਦੇ ਨੇ, ਤਾਂ ਓਨਰ, ਆਪਰੇਟਰ ਤੇ ਡਰਾਈਵਰ ਵੀਰ ਸੰਪਰਕ ਕਰਨ। ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੱਤੀ ਜਾਂਦੀ ਹੈ ਤੇ ਤੁਸੀਂ ਸੰਪਰਕ ਕਰਨਾ ਹੈ ਵਾਸ਼ਿੰਗਟਨ ਫੀਲਡ ਸਰਵਿਸ ਤੋਂ ਬਾਈ ਜਗਦੇਵ ਸਿੰਘ ਸੰਧੂ। ਅੱਜ ਕੱਲ੍ਹ ਇੰਡੀਆ ਨੇ ਉਸ ਹਿਸਾਬ ਨਾਲ ਕਾਲ ਕਰ ਰਹੇ ਹੋ। ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਗਿੱਲ,
ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਆਪਣੇ ਸਾਖ ਸੰਬੰਧੀ ਨੂੰ ਅਮਰੀਕਾ ਸੱਦ ਸਕਦੇ ਹੋ। ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਪੇਪਰ ਫਾਈਲਿੰਗ ਕਰਾਉਣੀ ਹੈ ਤੇ ਇਹ ਸੇਵਾਵਾਂ ਤੁਸੀਂ CPA ਤਰਸੇਮ ਸਿੰਘ ਗਿੱਲ ਤੋਂ ਲੈ ਸਕਦੇ ਹੋ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਆਪਣੇ ਪੁਰਾਣੇ ਲਿਸਟਰ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਦਾ ਨੰਬਰ ਨੋਟ ਕਰ ਲਓ 484 764 9861 484 764 9861। ਜੀ ਸੁਰਿੰਦਰ ਵੀਰ, ਉਹ ਜਿਹੜੀ ਖਾਨਾ ਜੰਗੀ ਆਪਾਂ ਉਸ ਵਕਤ ਹੱਡੀ ਹੰਡਾਈ ਹੈ, ਕਿਵੇਂ ਉਦੋਂ ਵੇਖਿਆ ਕਿ ਜਿਹੜੇ ਕੈਟ ਸੀਗੇ ਅੰਮ੍ਰਿਤਸਰ ਇਲਾਕੇ ਦੇ ਸੀ ਕੁਝ, ਉਹ ਕਹਿੰਦੇ ਸੀ ਕਿ ਇਹ ਤਾਂ ਜੀ ਬਹੁਤ ਵੱਡੇ ਪੰਥਕ ਪਰਿਵਾਰ ਚੋਂ ਨੇ, ਪਰ ਉਹ ਕੈਟਾਂ ਵਾਲਾ ਕੰਮ ਕਰਦੇ ਸੀ। ਉਦੋਂ SLR ਉਹਨਾਂ ਦੀਆਂ ਗੱਡੀਆਂ 'ਚ ਹੁੰਦੀਆਂ ਸੀ। ਅੱਜ ਕੱਲ ਉਹ ਮੌਜਾਂ ਕਰਦੇ ਆ, ਪਰ ਉਦੋਂ ਕੌਮ ਦੇ ਹੀਰੇ ਬਣੇ ਸੀ। ਕਿਵੇਂ ਖਾਨਾ ਜੰਗੀਆਂ ਉੱਥੇ ਆਪਣੇ ਹੋਸਤਾਂ ਚੱਲੀਆਂ, ਕਿਵੇਂ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਈਆਂ ਦੋਨੇ ਧਿਰਾਂ, ਤੇ ਉਹ ਇੱਥੋਂ ਲੈ ਕੇ ਯੂਨੀਵਰਸਿਟੀਆਂ ਸਕੂਲਾਂ ਤੋਂ ਲੈ ਕੇ ਪੰਜਾਬ ਦੀਆਂ ਮੂਵਮੈਂਟਾਂ ਚੋਂ ਲੈ ਕੇ ਉਹ ਸੰਤਾਂ ਦੇ ਆਲੇ ਦੁਆਲੇ ਤੱਕ ਉਹ ਗੱਲਾਂ ਹੋਈਆਂ। ਬੱਬਰਾਂ ਨਾਲ ਜੋ ਮਤਭੇਦ ਹੋਏ, ਸੰਤਾਂ ਨੇ ਸਿਆਣਪ ਕੀਤੀ, ਪਾਸਾ ਵਟਿਆ ਕਿ ਭਰਾ ਮਾਰੂ ਜੰਗ ਨਹੀਂ ਕਰਨੀ, ਬਚਾਅ ਕੀਤਾ ਉਹਨਾਂ ਨੇ ਇਸ ਤੋਂ। ਪਰ ਆਖਰ ਨੂੰ ਉਹ ਅਜਿਹੀ ਖੇਡ ਖੇਡੀ ਗਈ ਏਜੰਸੀਆਂ ਦੀ ਆਪਸੀ ਜਿੱਦ ਦੀ, ਆਪਣੀ ਹਉਮੈ ਦੀ, ਵੱਡੀ ਦੀ, ਕਿ ਉਹ ਬਰਬਾਦ ਹੋਈਆਂ ਦੋਨੇ ਧਿਰਾਂ। ਇਹੀ ਕੁਛ ਹੁਣ ਹੋ ਰਿਹਾ ਪੰਜਾਬ ਦੇ ਵਿੱਚ, ਤਾਂ ਜੋ ਇੱਥੋਂ ਹਕੂਕ ਦੀ ਲੜਾਈ, ਫਸਲਾਂ ਦੀ ਲੜਾਈ ਦੀ ਕੋਈ ਗੱਲ ਨਾ ਚੱਲ ਸਕੇ। ਜਿਹੜਾ ਮਸਲਾ ਕੇਂਦਰ ਨੂੰ ਰਾਸ ਆਉਂਦਾ, ਉਹ ਮਸਲਾ ਕਰਵਾਇਆ ਜਾਵੇਗਾ ਇਹਨਾਂ ਲੋਕਾਂ ਵੱਲੋਂ ਆਪਣੀ ਜਿੱਦ ਦੇ ਵਿੱਚ, ਜਾਂ ਆਪਣੀ ਮਾੜੀ ਸੋਚ ਦੇ ਕਾਰਨ, ਜਾਂ ਆਪਣੀ ਮੈਂ ਦੇ ਕਾਰਨ। ਜੀ ਸੁਰਿੰਦਰ ਵੀਰ, ਕਰੋ ਸਮਾਪਤੀਆਂ। ਸਿੱਖ ਜਿਹੜੇ ਨਾ ਇਤਿਹਾਸ ਬਣਾਉਣਾ ਜਾਣਦੇ ਆ, ਪਰ ਇਤਿਹਾਸ ਸਾਂਭਣਾ ਨਹੀਂ ਜਾਣਦੇ। ਅੱਜ ਤੱਕ ਮੈਨੂੰ ਸਿੱਖ ਦੱਸ ਦੇਣ ਉਹਨਾਂ ਕੋਈ ਇਤਿਹਾਸ ਜੇ ਸਾਂਭਿਆ ਹੋਇਆ ਤਾਂ। ਦੂਸਰੀ ਗੱਲ, ਹੁਣ ਬਲਦੇਵ ਸਿੰਘ ਸਿਰਸਾ ਸੀ, ਭਾਵੇਂ ਉਹ ਕਿਸਾਨੀ ਮੂਵਮੈਂਟ ਦੇ ਵਿੱਚ ਸੀ, ਜੇ ਉਹ ਦੀਪ ਸਿੱਧੂ ਦੇ ਭੋਗ ਤੇ ਆਇਆ ਤੇ ਉਹਨੂੰ ਧੱਕੇ ਮਾਰ ਕੇ ਉੱਥੋਂ ਬਾਹਰ ਕੱਢਿਆ ਗਿਆ, ਉਹਦਾ ਕਿੱਡਾ ਕੋ ਕਸੂਰ ਸੀਗਾ। ਠੀਕ ਹੈ ਨਾ। ਇਸ ਤੋਂ ਅਗਲੀ ਗੱਲ ਆ ਜੋ, ਮੈਂ ਉਹ ਸਾਰਾ ਕੁਝ ਦੇਖਿਆ। ਸ਼ੁਰੂਆਤ ਕਰਾਂਗਾ ਕਿ ਜਿਸ ਟਾਈਮ ਦਮਦਮੀ ਟਕਸਾਲ ਦੇ ਵਿੱਚ ਤੇ ਸਿੱਖ ਮਤਲਬ ਕੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਟਸਲ ਪੈਦਾ ਹੋਈ ਆ, 1978 ਚ ਪੈਦਾ ਹੋ ਗਈ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਦੀ ਜ਼ਿੰਮੇਵਾਰੀ ਸੰਭੀ ਹੈ। ਉਹ ਚੱਲਦੀ ਚੱਲਦੀ ਪਹੁੰਚ ਗਈ ਧਰਮ ਯੁੱਧ ਮੋਰਚੇ ਤੱਕ। ਧਰਮ ਯੁੱਧ ਮੋਰਚਾ ਜਦੋਂ ਪੂਰੇ ਪੀਕ ਤੇ ਚਲਾ ਗਿਆ, ਕੁਛ ਨਿਬੇੜਾ ਨਹੀਂ ਹੋਇਆ, ਤਾਂ ਸੰਤਾਂ ਦੀ ਰਿਹਾਇਸ਼ ਦਮਦਮੀ ਟਕਸਾਲ ਤੋਂ ਨਿਕਲ ਕੇ ਅਕਾਲ ਰੈਸਟ ਹਾਊਸ ਤੱਕ ਚਲੀ ਗਈ, ਗੁਰੂ ਨਾਨਕ ਨਿਵਾਸ ਤੱਕ। ਉੱਥੋਂ ਨਿਕਲੇ ਤੇ ਲੰਗਰ ਹਾਲ ਦੇ ਉੱਪਰਲੀ ਬਿਲਡਿੰਗ ਤੇ ਆ ਗਏ। ਜਦੋਂ ਉੱਥੇ ਵੀ ਆ ਕੇ ਵਾਹ ਵੇਲਾ ਨਾ ਖਤਮ ਹੋਇਆ, ਤੇ ਅਖੀਰ ਉਹਨਾਂ ਸੋਚਿਆ ਕਿ ਬੱਬਰਾਂ ਨਾਲ ਮੇਰਾ ਬਹੁਤਾ ਵਿਗਾੜ ਪਊਗਾ, ਨੁਕਸਾਨ ਹੋਊਗਾ, ਤੇ ਉਹ ਉੱਥੋਂ ਵੀ ਜਾ ਕੇ ਅਕਾਲ ਤਖਤ ਸਾਹਿਬ ਤੇ ਚਲੇ ਗਏ। ਤੇ ਜੂਨ 1984 ਵਾਪਰ ਗਿਆ। ਇਹ ਖਿੱਚ ਤੂੰ ਭਾਵੇਂ ਅਕਾਲੀ ਦਲ ਚ ਤੇ ਸੰਤਾਂ ਚ ਸੀ, ਤੇ ਭਾਵੇਂ ਬਾਅਦ ਚ ਬੱਬਰ ਇੱਕ ਬੰਨਿਓ ਟਿਕਟ ਬਣ ਗਏ ਤੇ ਫੇਰ ਦੀ ਚੱਲੀ ਆ। ਉਹਨਾਂ ਦਾ ਬੰਦਾ ਮਾਰਤਾ ਤੇ ਉਹਨਾਂ ਦਾ ਮਾਰਤਾ, ਉੱਥੇ ਵੀ ਚੱਲਦਾ ਰਿਹਾ। ਸਰਕਾਰ ਦਾ ਮਸਲਾ ਸੌਖਾ ਹੋ ਗਿਆ। ਸਰਕਾਰ ਨੂੰ ਸੀ ਵੀ ਜਿਹੜਾ ਕੰਮ ਅਸੀਂ ਕਰਨਾ ਸੀ ਆਪਸ ਚ ਕਰਦੇ ਆ, ਤੇ ਉਹ ਚੱਲੀ ਗਿਆ। ਜੇ ਸੰਤ ਵੀ ਉੱਥੇ ਸਿੱਧਮ ਸਿੱਧੇ ਹੋ ਜਾਂਦੇ ਤੇ ਫਿਰ ਨੁਕਸਾਨ ਜ਼ਿਆਦਾ ਹੁੰਦਾ, ਪਰ ਉਹਨਾਂ ਨੇ ਪਾਸਾ ਵਟਿਆ ਤੇ ਵੱਟ ਕੇ ਉਧਰ ਨਿਕਲ ਗਏ। ਜਿਹੜਾ ਕਿ ਸਾਰੀ ਲੀਡਰਸ਼ਿਪ ਚਾਹੁੰਦੀ ਸੀ ਕਿ ਉੱਥੇ ਜਾਵੇ ਤੇ ਇਹਦੇ ਤੋਂ ਸਾਡਾ ਖਹਿੜਾ ਛੁੱਟੇ, ਇਹ ਸਾਰੀ ਕਾਲੀ ਲੀਡਰਸ਼ਿਪ ਚਾਹੁੰਦੀ ਸੀ। ਹੁਣ ਉਸ ਤੋਂ ਬਾਅਦ ਕੀ ਹੋਇਆ, 1984 ਵਿਖਾਈ, ਮਤਲਬ ਵੀ ਆਪਾਂ ਬਚਾਅ ਕਰ ਲਈਏ, ਇਹ ਮਤਲਬ ਕੋਈ ਡਰਪੋਕਪਣਾ ਨਹੀਂ ਹੈ, ਬਹਾਦਰੀ ਹੈ। ਪਰ ਗੱਲ ਇਹ ਹੈ ਨਾ ਕਿ ਸਮਝ ਸਿਆਣਾ ਅੰਦਰ ਵੜਿਆ, ਮੂਰਖ ਆ ਕੇ ਮੇਰੇ ਤੋਂ ਡਰਿਆ, ਵਹਿਮ ਪਾਲ ਲੈਂਦੇ ਨਾ ਅਗਲੇ। ਹਾਂ, ਫਿਰ ਚਲੋ 1984 ਵਾਪਰ ਗਿਆ। 1986 ਆਇਆ ਤਾਂ 29 ਅਪ੍ਰੈਲ 1986 ਵਾਲੇ ਦਿਨ ਜਿਹੜੀ ਪੰਥਕ ਕਮੇਟੀ ਬਣੀ ਹੋਈ ਸੀ, ਉਹਨੇ ਦਰਬਾਰ ਸਾਹਿਬ ਉੱਤੇ ਆਪਣਾ ਦਰਬਾਰ ਸਾਹਿਬ ਖਾਲਿਸਤਾਨ ਦਾ ਐਲਾਨ ਕਰਤਾ। ਹੁਣ ਸਟੇਟ ਚ ਸਰਕਾਰ ਕੀ ਦੀ ਸੀ, ਆਪਣੇ ਦੀ ਸਰਜੀਤ ਸਿੰਘ ਬਰਨਾਲਾ ਦੀ। ਉਹਨੇ ਵੀ ਬੇਵਕੂਫੀ ਕੀਤੀ, ਉਹ ਪਹਿਲਾਂ ਚੈੱਕ ਤਾਂ ਕਰ ਲੈਂਦਾ ਵੀ ਉਹ ਹੈਗੇ ਆ, ਉਹਦਾ ਐਲਾਨ ਕਰਕੇ ਉਦੋਂ ਹੀ ਨਿਕਲ ਗਏ। ਇਹਨਾਂ ਨੇ ਚੱਕ ਕੇ ਤੇ ਪੁਲਿਸ ਭੇਜ ਦਿੱਤੀ, ਤੇ ਅਕਾਲੀ ਦਲ 2 ਹਿੱਸਿਆਂ ਚ ਹੋ ਗਈ, ਸਰਕਾਰ ਵੀ 2 ਹਿੱਸਿਆਂ ਚ ਹੋ ਗਈ। ਤੇ ਸਰਜੀਤ ਸਿੰਘ ਬਰਨਾਲਾ ਨੂੰ
ਕਾਂਗਰਸ ਦੀ ਸਪੋਰਟ ਲੈ ਕੇ ਸਰਕਾਰ ਚਲਾਉਣੀ ਪਈ ਤਾਂ ਅਖੀਰ ਸਰਕਾਰ ਕਾਂਗਰਸ ਨੇ ਉਹਨਾਂ ਦੀ ਜਿਹੜੀ ਸੀਗੀ ਉਹ ਬਰਖਾਸਤ ਕਰਤੀ ਤੇ ਰਾਸ਼ਟਰਪਤੀ ਰਾਜ ਲਾਗੂ ਕਰਤਾ ਮਈ 1987 ਚ ਆ ਕੇ। ਫਿਰ ਦਰਬਾਰ ਸਾਹਿਬ ਦੇ ਅੰਦਰ ਗਿਣ ਮਿੱਥ ਕੇ ਵਿਅਕਤੀ ਵਾੜੇ ਗਏ, ਚਾਹੇ ਉਹਨਾਂ ਚ ਅਜੇ ਵੀ ਮੈਨੂੰ ਕੁਛ ਨਾਮ ਜ਼ਬਾਨੀ ਯਾਦ ਨੇ। ਮਲਕੀਤ ਸਿੰਘ ਸੀਗਾ, ਇੱਕ ਭਾਗ ਸਿੰਘ ਸੀਗਾ, ਹੋਰ ਇੱਕ ਨਰਵੈਰ ਸਿੰਘ ਸੀਗਾ, ਕਈ ਨਾਂ ਸੀ ਉਹ। ਔਰ ਉਹਨਾਂ ਨੇ ਜਿੰਨਾ ਉੱਥੇ ਗਦਰ ਪਾਇਆ, ਈਵਨ ਕਿ ਅਕਾਲ ਤਖਤ ਸਾਹਿਬ ਦੀ ਪਹਿਲੀ ਬਿਲਡਿੰਗ ਜਿਹੜੀ ਸਰਕਾਰੀ ਬਣੀ ਸੀ ਉਹ ਢਾਈ ਗਈ ਸੀ। ਉਹਦਾ ਮਲਬਾ ਮੰਜੀ ਸਾਹਿਬ ਹਾਲਦਵਾਨ ਦੇ ਸਾਹਮਣੇ ਜਿੱਥੇ ਅੱਜ ਕੱਲ ਪਾਰਕ ਬਣਿਆ ਹੋਇਆ ਉੱਥੇ ਢੇਰੀ ਲਾਈ ਗਈ ਸੀ ਵੀ ਇੱਥੋਂ ਬਾਅਦ ਚ ਚੱਕਾਂਗੇ। ਜਿਹੜੇ ਬੰਦੇ ਨੂੰ ਉੱਥੇ ਮਾੜਾ ਜੇ ਦੇਖਣਾ ਉਹਨੂੰ ਮਾਰਨਾ, ਮਾਰ ਕੇ ਉਹ ਮਲਬੇ ਥੱਲੇ ਨੱਪ ਦੇਣਾ। ਤੇ ਬਲੈਕ ਥੰਡਰ ਹੋ ਗਿਆ 1988 ਚ 9 ਮਈ ਨੂੰ। ਫਿਰ ਉਹਨਾਂ ਨੇ ਸਰੈਂਡਰ ਕੀਤਾ। ਸਰਕਾਰ ਨੇ ਇੱਕ ਜਸਟੀਫਾਈ ਕਰ ਦਿੱਤਾ ਕਿ ਦੇਖੋ ਜੀ ਵੀ ਆਪਰੇਸ਼ਨ ਬਲੂ ਸਟਾਰ ਸਹੀ ਸੀਗਾ, ਆ ਬੰਦਿਆਂ ਨੇ ਅੱਜ ਕੀ ਕੀਤਾ। ਜਦੋਂ ਮਲਬਾ ਚੱਕਿਆ ਗਿਆ ਮਲਬੇ ਥੱਲੇ ਪਿੰਜਰ ਨਿਕਲ ਆਏ, ਰੌਲਾ ਹੋਰ ਪੈ ਗਿਆ, ਰਹਿੰਦੀ ਖੁੰਦੀ ਖੇ ਹੋ ਗਈ। ਫੇਰ ਉਦੋਂ ਤੱਕ ਕੀ ਹੋਇਆ, ਪੰਜਾਬ 'ਚ ਘੱਟੋ ਘੱਟ ਵੀ 11 ਕੁ ਜਥੇਬੰਦੀਆਂ ਬਣ ਗਈਆਂ ਸੀਗੀਆਂ ਖਾੜਕੂਆਂ ਦੀਆਂ। ਉਹ 'ਚ ਇੱਕ ਦੂਜੇ ਦੇ ਠੋਕਣੇ ਸ਼ੁਰੂ ਕਰਤੇ। ਅਕਾਲੀ ਦਲ ਨਾਲ ਵੀ ਟੈਂਟਾ ਚੱਲਿਆ। ਇੱਕ ਵਾਰੀ ਤਾਂ ਮੈਂ ਅਜਿਹਾ ਮੰਜ਼ਰ ਦੇਖਿਆ 1988 ਵਾਲਾ ਕਿ ਚੰਡੀਗੜ੍ਹ ਜੇਲ੍ਹ ਦਾ, ਮੈਨੂੰ ਅੱਜ ਤੱਕ ਉਹ ਸੀਨ ਯਾਦ ਆ। ਆਪਰੇਸ਼ਨ ਬਲੈਕ ਥੰਡਰ ਵੇਲੇ ਇੱਕ ਬੰਨੇ ਟਾਡਾ 'ਚ ਫੜੇ ਹੋਏ ਮੁੰਡੇ ਅੰਦਰ ਤੇ ਦੂਜੇ ਬੰਨੇ ਅਕਾਲੀ ਲੀਡਰਸ਼ਿਪ ਜਿਹੜੇ ਕਹਿੰਦੇ ਸੀਗੇ ਕਿ ਬਲੈਕ ਥੰਡਰ ਗਲਤ ਕੀਤਾ ਗਿਆ, ਪੁਲਿਸ ਨੇ ਅੰਦਰ ਕਿਉਂ ਵੜੀ ਆ। ਠੀਕ ਹੈ, ਹੁਣ ਉੱਥੇ ਕੀ ਹੋਇਆ ਕਿ ਦੋਨੇ ਧਿਰਾਂ ਨੇ ਜਿਹੜੀਆਂ ਚੁੱਲ੍ਹੇ 'ਚ ਬਾਲਣ ਵਾਲੀਆਂ ਲੰਬੀਆਂ ਲੰਬੀਆਂ ਲੱਕੜਾਂ ਉਹ ਚੱਕੀਆਂ ਹੋਈਆਂ, ਇੱਕ ਦੂਜੇ ਦੀਆਂ ਬੈਰਕਾਂ ਵੱਲ ਨੂੰ ਕੁੱਟਣ ਨੂੰ ਭੱਜ ਪਏ। ਠੀਕ ਹੈ, ਇੱਕ ਉਹਨਾਂ ਨੂੰ ਕਹਿਣ ਕਿ ਤੁਸੀਂ ਗਦਾਰ ਹੋ, ਦੂਜੇ ਕਹਿਣ ਤੁਸੀਂ ਪਾਕਿਸਤਾਨ ਦੇ ਏਜੰਟ ਹੋ। ਅਖੀਰ ਸੁਪਰਡੈਂਟ ਆਇਆ, ਸੁਪਰਡੈਂਟ ਨੇ ਆ ਕੇ ਸਮਝਾਇਆ, ਕਹਿੰਦਾ ਓਏ ਇਹ ਲੱਕੜਾਂ ਚੁੱਲ੍ਹੇ 'ਚ ਬਾਲਣ ਲਈ ਆ, ਇੱਕ ਦੂਜੇ ਦੇ ਸਿਰ ਪਾੜਨ ਲਈ ਨਹੀਂ ਗੀਆਂ ਤੇ ਬੰਦੇ ਦੇ ਪੁੱਤ ਬਣੋ। ਮੁਸੀਬਤ ਪਈ ਆ, ਅੰਦਰ ਆਇਓ ਤੇ ਬਾਹਰ ਜਾਣ ਦਾ ਹੀਲਾ ਵਸੀਲਾ ਸੋਚੋ ਤੇ ਜਾ ਕੇ ਉੱਥੇ ਜਿਹਦਾ ਮਰਜ਼ੀ ਸਿਰ ਪਾੜਿਓ, ਜਿਹਦੀਆਂ ਮਰਜ਼ੀ ਲੱਤਾਂ ਭੰਨਿਓ ਤੇ ਬੰਦੇ ਦੇ ਪੁੱਤ ਬਣੋ। ਇਹ ਛੱਡ ਦੋ, ਇਹਦੇ 'ਚ ਕੁਛ ਨਹੀਂ ਰੱਖਿਆ ਹੋਇਆ। ਠੀਕ ਹੈ, ਤੇ ਫਿਰ ਉਸ ਮੂਵਮੈਂਟ ਦਾ ਅੰਤ ਕੀ ਹੋਇਆ। ਠੀਕ ਹੈ, ਹੁਣ ਜਿਹੜੀ ਸਟੇਜ ਸਾਂਭੀ ਗਈ ਸੀ ਦੀਪ ਸਿੱਧੂ ਦੀ ਭੋਗ ਦੇ ਵੇਲੇ, ਉਹ ਸਟੇਜ ਤੇ ਉੱਤੇ ਜਿਹੜਾ ਸਭ ਤੋਂ ਅੰਤਮ ਬੁਲਾਰਾ ਸੀ, ਸਾਰੀ ਖਾੜਕੂ ਮੂਵਮੈਂਟ ਦਾ ਬੇੜਾ ਗਰਕ ਕਰਨ ਵਾਲਾ ਵੀ ਉਹੀ ਵਿਅਕਤੀ ਸੀਗਾ। 1991 ਦੀਆਂ ਚੋਣਾਂ ਨਹੀਂ ਲੜਨੀਆਂ, 1992 ਦੀਆਂ ਚੋਣਾਂ ਸਾਰੀਆਂ ਪੰਥਕ ਧਿਰਾਂ ਦਾ, ਕਿ ਅਕਾਲੀ ਦਲ ਦਾ ਵੀ ਸਾਰਿਆਂ ਦਾ ਬਾਈਕਾਟ। 1999 ਦੀ ਚੋਣ ਆਈ, ਨਹੀਂ ਜੀ ਬਾਈਕਾਟ। ਮਤਲਬ ਹਰ ਚੋਣ ਦਾ ਉਸ ਬੰਦੇ ਨੇ ਬਾਈਕਾਟ ਕਰਵਾਇਆ। ਤੇ ਮੁੜ ਕੇ ਆਪ 1997 ਚ ਅਕਾਲੀ ਦਲ ਦੀ ਸਰਕਾਰ ਆਈ ਤੇ ਕੈਪਟਨ ਕਮਲਜੀਤ ਨਾਲ ਮਿਲ ਕੇ ਆਪਣੇ ਕੇਸ ਨਕਸਲਾਈਟ ਮੂਵਮੈਂਟ ਵਾਲੇ ਵੀ ਤੇ ਸਾਰੇ ਖਤਮ ਕਰਾਤੇ। ਆਪ ਦੇ ਉੱਤੇ ਟਾਡਾ ਦਾ ਇੱਕ ਵੀ ਕੇਸ ਨਹੀਂ, ਸਾਰੇ ਨਕਸਲਾਈਟ ਮੂਵਮੈਂਟ ਦੇ ਸੀ ਤੇ ਅਗਵਾਈ ਕਰ ਰਿਹਾ ਸੀਗਾ, ਸੁਝਾਅ ਦੇ ਰਿਹਾ ਸੀ ਸਿੱਖ ਮੂਵਮੈਂਟ। ਪ੍ਰੋਬਲਮ ਤਾਂ ਸੁਰਿੰਦਰ ਵੀ ਇਹੀ ਹੈ ਕਿ ਹੁਣ ਨਵੀਂ ਪੀੜ੍ਹੀ ਹੈ, ਉਹ ਪਤਾ ਹੀ ਨਹੀਂ ਉਹਨਾਂ ਨੂੰ, ਜੋ ਕੁਝ YouTube ਤੇ ਵੇਖ ਲਿਆ। ਹੁਣ ਉਹਦੇ ਆ ਗੁਰਿੰਦਰ ਹੈ ਸਾਧ ਜਿਹੜਾ ਕਹਿੰਦਾ 5 ਸਾਲ ਚ ਕਹਿੰਦਾ ਪਰਨੇ ਬੰਨ ਲਓ, ਤਲਵਾਰਾਂ ਚੱਕ ਲਓ, ਕੇਸਰੀ ਪਟਕੇ ਸਜਾ ਲਓ, 5 ਸਾਲ ਚ ਖਾਲਸਾ ਰਾਜ ਆਜੂ, ਮੈਂ ਲਿਖ ਕੇ ਦੇਣਾ। ਦੱਸੋ, ਇਹ ਤਾਂ ਉਹਨਾਂ ਦੇ ਰੋਲ ਮਾਡਲ। ਹੁਣ ਹੋ ਕੀ ਰਿਹਾ? ਅਬ ਇੱਕ ਕਾਲ ਲੈ ਲਾ ਮੈਂ ਪਹਿਲਾਂ, ਕਾਫੀ ਦੇਰ ਦੀ ਹੋਲਡ ਤੇ। ਭਗਵਾਨ ਸਿੰਘ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਕਰਨੀ ਇੱਕ ਜੀ ਕਰੋ। ਸਾਡੀ ਇੱਕ ਬੇਨਤੀ ਹੈ ਵੀ ਇੱਕ ਬੰਨੇ ਤਾਂ ਆਪਾਂ ਸਿੱਖ ਕੌਮ ਬਹਾਦਰ ਬੜੀ ਇੱਕ ਕੌਮ ਆਪਾਂ ਭਾਰਤੀ ਜਨਤਾ ਪਾਰਟੀ ਤੋਂ ਡਰੀ ਜਾਂਦੇ। ਹੁਣ ਮੰਨ ਲਾ ਜੇ ਹੋ ਗਿਆ ਜੀ ਫੇਰ ਆਪਾਂ RSS ਦਾ ਨਾਂ ਲਾਈਦਾ। ਆਪਣੀ ਜੋ ਸਿਆਣ ਸੀ ਇੰਨੇ ਆਪਾਂ ਸਿਆਣੇ ਬੰਦੇ ਇੰਨੇ ਬਹਾਦਰ ਆ, ਆਪਾਂ ਨਾਲ ਸਾਡਾ ਰਾਜ ਭਾਗ ਕਦੀ ਨਾ ਕੋਈ ਅਸੀਂ ਗੱਲ ਕਰਾ ਸਕਦੇ। ਫੇਰ ਆਪਾਂ ਬਹਾਦਰ ਕਰੀ ਜਾਂਦੇ, ਫਿਰ ਸੀਟ ਤੇ ਆਣ ਕੇ ਨਾਲੇ ਦੋਵੇਂ ਬੰਨੇ ਆਪਾਂ ਇੱਕ ਬੰਨੇ ਹੁਣ ਸਿੰਦਰਪਾਲ ਜੀ ਦੱਸਣ ਦੇ ਆ ਵੀ ਸਾਰੀ ਮੂਵਮੈਂਟ ਫੇਲ ਕਰਤੀ ਇਹਨਾਂ ਲੋਕਾਂ। ਆਪਾਂ ਇੰਨੇ ਪੜ੍ਹੇ ਲਿਖੇ ਨਹੀਂ, ਜਦੋਂ ਵੀ ਮੂਵਮੈਂਟ ਕੋਈ ਚੱਲਦੀ ਆ। ਹੁਣ ਕਿਸਾਨਾਂ ਵਾਲੀ ਚੱਲੀ ਉਹ ਫੇਲ ਹੋ ਗਈ, 84 ਵਾਲੀ ਚੱਲੀ ਉਹ ਫੇਲ ਗਈ। ਹੁਣ ਮਤਲਬ ਦੀਪ ਸਿੱਧੂ ਨੂੰ ਦੀ ਗੱਲ ਹਰ ਬੰਨੇ ਭਾਰਤੀ ਜਨਤਾ ਪਾਰਟੀ ਆਪਾਂ ਸਿਆਣੇ ਭਾਰਤੀ ਜਨਤਾ ਪਾਰਟੀ RSS ਵਿੱਚ ਵਰਤੇ ਜੀ। ਹਾਂਜੀ ਜੀ, ਹਰ ਬੰਨੇ ਜਦੋਂ ਆਪਾਂ ਹੀ ਜਿਹੜੀ ਗੱਲ ਕਰੀ ਜਾਂਦੇ ਬਹਾਦਰ ਕਰਕੇ ਜਿਹੜੀ ਗੱਲ ਹਰ ਕੰਮ ਚ। ਹੁਣ ਮੰਨ ਲਾ ਜੇ ਸਾਡੇ ਪਿਓ ਦਾਦੇ ਬਹਾਦਰ ਸੀ ਅੱਜ ਤੋਂ 100 ਸਾਲ ਪਹਿਲਾਂ ਹੁਣ ਅਸੀਂ ਉਹ ਬਹਾਦਰੀ ਥੋੜਾ ਵੀ ਉਹ ਬਹਾਦਰੀ ਹੁੰਦੀ ਆ। ਮੰਨ ਲਾ ਅੱਜ ਫਸਲਾਂ ਦੂਜੇ ਬੰਨੇ ਹੋਣ ਲੱਗ ਪਈਆਂ। ਅੱਜ ਦੇ ਜ਼ਮਾਨੇ ਨਾਲ ਸੋਚੀਏ, ਸਾਇੰਸ ਦੇ ਜ਼ਮਾਨੇ ਨਾਲ ਆਪਾਂ ਚੱਲੀਏ। ਹੁਣ ਹਰ ਕੰਮ ਨੂੰ ਹੁਣ ਮੰਨ ਲਾ ਜੋ ਇੰਨੇ ਇਕੱਠੇ ਹੋ ਗਏ ਜੀ, ਇੰਨਾ ਐਕਸੀਡੈਂਟ ਹੋਇਆ ਸਾਹਮਣੇ ਦੇਖਣ ਮਗਰੋਂ ਗੱਡੀ ਵੱਜੀ ਆ ਤੇ ਉਹ ਗੰਨੇ ਨੂੰ ਫਿਰ ਸੱਚ ਕਿੱਥੇ ਰਹਿ ਗਿਆ ਜੀ।
ਸਮਝਣਾ ਨਹੀਂ ਭਗਵਾਨ ਸਿੰਘ ਜੀ, ਦੁੱਖ ਤਾਂ ਇਸ ਗੱਲ ਦਾ, ਬਹੁਤ ਸੰਜੀਦਾ ਵਿਚਾਰ ਨੇ ਤੁਹਾਡੇ। ਤੇ ਯੂਕੇ ਤੋਂ 44 ਨੰਬਰ 986 ਸਵਾਗਤ ਹੈ ਤੁਹਾਡਾ, ਵੈਲਕਮ ਬਾਈ ਜੀ। ਗੱਲ ਕਰੋ 986, ਤੁਸੀਂ 에ਅਰ ਤੇ ਹੋ, ਗੱਲ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਗੱਲ ਕੰਪਲੀਟ ਕਰੋ। ਸਤਿ ਸ਼੍ਰੀ ਅਕਾਲ, ਕੰਪਲੀਟ ਕਰੋ ਗੱਲ, ਮੈਂ ਸੁਣ ਰਿਹਾ ਹਾਂ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਬੋਲਦਾ ਯੂਕੇ ਤੋਂ। ਹਾਂਜੀ ਸੁਖਵਿੰਦਰ ਜੀ, ਗੱਲ ਮੈਂ ਕਰੋ। ਉਹੀ ਦੱਸਣਾ ਚਾਹੁੰਦਾ ਸੀਗਾ, ਜਿੱਦਾਂ ਕਿ ਹੁਣ ਤੁਸੀਂ ਦੇਖ ਲਓ, ਪਹਿਲਾਂ 1995 ਦੇ ਵਿੱਚ ਜਾਂ 94 ਦੇ ਵਿੱਚ ਜਿਹੜੇ ਕਵੀਸ਼ਰ ਹੁੰਦੇ ਸੀਗੇ, ਕਵੀਸ਼ਰਾਂ ਨੇ ਕਿੰਨਾ ਘਾਣ ਕਰਿਆ ਹੈਗਾ, ਜਿੱਦਾਂ ਹਨਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਉਹਨਾਂ ਨੇ ਬਾਰਾਂ ਗਾਉਣੀਆਂ, ਸਾਰਾ ਕੁਝ ਕਰਨਾ, ਤੇ ਵਿੱਚ ਏਜੰਸੀਆਂ ਦੇ ਬੰਦੇ ਬੈਠੇ ਹੁੰਦੇ ਸੀਗੇ। ਉਹਨਾਂ ਨੇ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਨਾਂ ਤੇ ਏਦਾਂ ਪੈਸੇ ਦੇ ਦੇਣੇ, ਤੇ ਸਾਡੇ ਵਰਗੇ ਜਿਹੜੇ ਬੈਠੇ ਹੁੰਦੇ ਸੀ ਉਹਨਾਂ ਨੇ ਵੀ ਉਹਨਾਂ ਦੇ ਮਗਰ ਲੱਗ ਕੇ ਪੈਸੇ ਦੇ ਦੇਣੇ, ਤੇ ਏਜੰਸੀਆਂ ਨੇ ਮੁੜ ਕੇ ਬੰਦੇ ਚੱਕ ਲੈਣ, ਉਹੀ ਬੰਦੇ ਚੱਕ ਕੇ ਮਾਰ ਮੂਰ ਦੇਣੇ ਹਨਾ। ਉਹੀ ਬਸ ਹੁਣ ਚੱਲਦਾ ਹੈਗਾ ਵਾ। ਤੇ ਤਾਂ ਕਰਕੇ ਆ ਕਿ ਹੁਣ ਸੁਧਰਨਾ ਚਾਹੀਦਾ ਹਨਾ, ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੀ। ਇੰਨਾ ਹੀ ਕਹਿਣਾ ਚਾਹੁੰਦਾ ਸੀ। ਮਿਹਰਬਾਨੀ ਬਾਈ ਜੀ, ਮਿਹਰਬਾਨੀ। ਬਿਲਕੁਲ, ਕਿਉਂਕਿ ਬਹੁਤ ਸਾਰੇ ਹੈਗੇ ਹੀ ਆ, ਪਤਾ ਹੀ ਹੈ। ਹੁਣ ਜੇ ਪੱਤਰਕਾਰ, ਪ੍ਰੀਚਰ, ਕਿੰਨੇ ਲੋਕ ਨੇ ਜਿਹੜਾ ਵਿੱਚ ਵਿਕਾਊ ਮਾਲ ਤੁਰਿਆ ਫਿਰਦਾ। ਕੋਈ ਅਸੀਂ ਗਰੰਟੀ ਥੋੜੀ ਲੈ ਸਕਦੇ ਹਾਂ ਕਿ ਬੰਦਾ ਵਾਰ ਸੁਣਾ ਗਿਆ, ਜਾਂ ਉੱਥੇ ਕਵਿਸ਼ਰੀ ਕਰ ਗਿਆ, ਜਾਂ ਉੱਥੇ ਪੱਤਰਕਾਰੀ ਕਰ ਗਿਆ, ਜਾਂ ਉੱਥੇ ਗੀਤਕਾਰੀ ਕਰ ਗਿਆ। ਜਿਹੜਾ ਸਿਲਸਿਲਾ ਹੈ ਉਹਦੇ ਵਿੱਚ ਤੁਹਾਨੂੰ ਉਕਸਾਇਆ ਜਾਣਾ। ਹੁਣ ਇੱਕ ਬੀਬੀ ਤੁਰੀ ਫਿਰਦੀ ਹੈ, ਕਹਿੰਦੇ ਮੈਂ ਸਨਾਤਨੀ ਹਿੰਦੂ, ਸੰਤ ਭਿੰਡਰਾਂ ਵਾਲਿਆਂ ਨੇ ਜੋ ਕੁਝ ਕਿਹਾ ਸੀ ਚੱਕੋ, ਤਲਵਾਰਾਂ ਚੱਕੋ, ਕਿਰਪਾਨਾਂ ਚੱਕੋ, ਆਨੰਦਪੁਰ ਦਾ ਮਤਾ ਲਾਗੂ ਕਰੋ। ਪਰ ਪਹਿਲਾਂ ਆਨੰਦਪੁਰ ਦੇ ਮਤੇ ਵਾਲਿਆਂ ਨੂੰ ਤਾਂ ਪੁੱਛ ਲਓ। ਸੋ ਗੱਲ ਇਹ ਹੈ ਨਾ ਕਿ ਸਿੱਖ ਉਂਗਲ ਤੇ ਬਹੁਤ ਚੜ੍ਹਦੇ ਆ, ਟੂ ਬੀ ਵੈਰੀ ਫਰੈਂਕ। ਕੋਈ ਬਾਹਰੋਂ ਆ ਕੇ ਟੁੱਚੂ ਜਿਹਾ ਬੰਦਾ ਕਹਿ ਦੇਵੇ ਨਾ ਇਹਨਾਂ ਨੂੰ ਕਿ ਵਾਹ ਜੀ, ਉਹ ਫਿਰ ਕਹਿਣਗੇ ਆਹ ਦੇਖੋ ਹਿੰਦੂ ਬੀਬੀ ਨੇ ਇਹ ਕਿਹਾ। ਕਿਉਂਕਿ ਤੁਹਾਨੂੰ ਨਹੀਂ ਪਤਾ ਹਿੰਦੂ ਬੀਬੀ ਨੇ ਕੀ ਕਿਹਾ, ਤੁਹਾਨੂੰ ਨਹੀਂ ਪਤਾ ਤੁਹਾਡਾ ਕੀ ਇਤਿਹਾਸ ਆ। ਤੁਹਾਡੇ ਤਾਂ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ ਦੱਸਦੀਆਂ ਨੇ ਸਾਡਾ ਇਤਿਹਾਸ। ਤਾਂ ਹੁਣ ਉਹ ਕੋਈ ਹਿੰਦੂ ਬੀਬੀ ਜਾਂ ਮੁਸਲਿਮ ਬੀਬੀ ਜਾਂ ਕੋਈ ਸਿੱਖ ਪ੍ਰੀਚਰ ਕੋਈ ਬੰਬੇ ਤੋਂ ਆ ਕੇ ਦੱਸੂਗਾ, ਤੁਹਾਨੂੰ ਨਹੀਂ ਪਤਾ ਇਤਿਹਾਸ ਕੀ ਹੈ। ਕਦੇ ਹਰ ਵਾਰੀ ਸਿਰ ਵਰਤਣ ਨਾਲੋਂ, ਵਾਰਨ ਨਾਲੋਂ ਵਰਤਣਾ ਵੀ ਸਿੱਖ ਲਈ, ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦਾ, ਜਾਂ ਹਰ ਵਾਰੀ ਕੁਰਬਾਨੀਆਂ ਹੀ ਕੁਰਬਾਨੀਆਂ ਦੇਈ ਜਾਣੀਆਂ। ਜਸਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਮੇਰੇ ਖਿਆਲ ਮੈਂ ਜੀ ਜਿਹੜੀ ਆਪਣੇ ਦੀਪ ਸਿੱਧੂ ਦੇ ਐਕਸੀਡੈਂਟ ਦੀ ਕਨਫਿਊਜ਼ਨ ਹੈਗੀ ਹੈ, ਜੇਕਰ ਟਰਾਲੇ ਦੇ ਡਰਾਈਵਰ ਦਾ ਨਾਰਕੋ ਟੈਸਟ ਕਰਾਇਆ ਜਾਵੇ, ਬੇਸ਼ੱਕ ਉਹ ਅਦਾਲਤ ਦੇ ਵਿੱਚ ਮਾਨਿਆਯੋਗ ਨਾ ਵੀ ਹੋਵੇ, ਪਰ ਸੱਚਾਈ ਤਾਂ ਸਾਹਮਣੇ ਆ ਸਕਦੀ ਹੈ ਨਾ। ਪੁੱਛੋ ਤਾਂ ਵਕੀਲ ਸਾਹਿਬ ਨੂੰ ਇਹਦੇ ਬਾਰੇ ਵਿੱਚ ਨਾਰਕੋ ਟੈਸਟ ਹੈਗਾ, ਉਹ ਸੱਚਾਈ ਸਾਹਮਣੇ ਆ ਸਕਦੀ ਹੈ, ਜਾਂ ਕੋਰਟ ਮਾ ਮਾਨਿਆਯੋਗ ਹੈਗਾ, ਨਾ ਵੀ ਮਾਨਿਆਯੋਗ ਹੈਗਾ, ਸੱਚ ਤਾਂ ਸਾਹਮਣੇ ਆਊਗਾ ਨਾ ਕਮ ਸੇ ਕਮ। ਸੱਚ ਬਾਈ ਜੀ ਲਿਆਉਣਾ ਹੀ ਨਹੀਂ ਚਾਹੁੰਦੇ। ਕਿਸੇ ਧਿਰ ਨੇ ਕੋਈ FIR ਕਰਾਈ ਹੈ? UNO ਦੀ ਗੱਲ ਕਰਦੇ ਨੇ। UNO ਕੋਲ ਉਹ ਯੂਕਰੇਨ ਦਾ ਕੇਸ ਲੜੇਗੀ ਜਾਂ ਦੀਪ ਸਿੱਧੂ ਦਾ ਲੜੇਗੀ? ਜਦੋਂ ਮਾਨ ਸਾਹਿਬ ਖੁਦ 65 ਮੁਕੱਦਮੇ ਐਡੇ ਖਤਰਨਾਕ, ਹੋਰ ਕਿੰਨੇ ਲੋਕ ਨੇ, ਸੁਰਿੰਦਰ ਤੇ ਕਿੰਨੇ ਸੀ, ਵੀਰ ਤੇ ਹੋਰਾਂ ਤੇ ਸੀ, ਉਹ ਇੱਕ ਪ੍ਰੋਸੈਸ ਹੈ, ਉਹ ਤੁਸੀਂ ਫਾਲੋ ਕਰੋ। ਹਾਂ ਬਿਲਕੁਲ। ਗੱਲ ਤੇ UNO ਜਾਵਾਂਗੇ ਜੀ, UNO ਜਾਵਾਂਗੇ ਜੀ। ਨਹੀਂ ਉਹਦਾ ਪਾਣੀ ਮੈਂ ਵਧਾਣੀ ਹੈ ਜੀ, ਬਹੁਤ ਸਮਾਂ ਲੱਗ ਜਾਂਦਾ ਹੋਊਗਾ ਮੇਰੇ ਖਿਆਲ ਦੇ ਵਿੱਚ। ਜੇ ਉਹ ਲੜਕੀ ਸਪੋਜ਼ ਕਰੋ, ਹੁਣ ਸਿਮਰਜੀਤ ਮਾਨ ਨਾਲ ਇੰਨਾ ਲਗਾ ਸੀ, ਸਿਮਰਜੀਤ ਮਾਨ ਹੋਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਦਲਜੀਤ ਕਲਸੀ ਦੀ ਬਣਦੀ ਹੈ, ਉਦੋਕੇ ਦੀ ਬਣਦੀ ਹੈ, ਸਰਦਾਰ ਅਜਮੇਰ ਸਿੰਘ ਦੀ ਬਣਦੀ ਹੈ। ਜੇ ਦੀਪ ਦਾ ਕਤਲ ਹੋਇਆ, ਜਿਹਦੀ ਪੈਰਵਾਈ ਨਹੀਂ ਕਰਦੇ, ਉਹ ਪਰਿਵਾਰ ਦੇ ਰਾਹੀਂ ਉਸ ਅਮਰੀਕਾ ਵਾਲੀ ਲੜਕੀ ਨਾਲ ਕਾਨਫਰੰਸ ਕਰਕੇ ਆਪਣਾ ਨਿੱਜੀ ਤੌਰ ਤੇ ਉਹਦੇ ਤੋਂ ਸਪਸ਼ਟ ਗੱਲ ਕਰਾਉਣ। ਹੁਣ ਉਹਨੇ ਬਿਆਨ ਦਿੱਤਾ ਇਹ ਬਾਰੇ ਵੀ ਜਿਹੜੇ ਮੋਤਬਰ ਬੰਦੇ ਹੈਗੇ ਟਵਾਣਾ ਸਾਹਿਬ, ਇੱਕ ਰਾਏ ਨਹੀਂ ਬਣ ਰਹੀ ਪਰਿਵਾਰ ਦੀ ਜਾਂ ਮੋਤਬਰ ਬੰਦਿਆਂ ਦੀ। ਮੇਰੇ ਖਿਆਲ ਦੇ ਮੋਤਬਰ ਬੰਦੇ ਚਾਹੁੰਦੇ ਹੀ ਨਹੀਂ ਕਿ ਸੱਚ ਸਾਹਮਣੇ ਆਵੇ, ਕਿਉਂਕਿ ਭੰਬਲ ਭੂਸਾ ਰਾਸ ਆਉਂਦਾ ਹਰ ਇੱਕ ਨੂੰ। ਐਵੇਂ ਅਸੀਂ ਕਿਸੇ ਨੂੰ ਭੰਡੀ ਜਾਈਏ, ਸੱਚ ਸਾਹਮਣੇ ਆਉਣਾ ਚਾਹੀਦਾ। ਬਿਲਕੁਲ। ਹੁਣ ਦਲਜੀਤ ਕਲਸੀ ਕਹਿੰਦਾ ਸੀ ਕਿ ਰਾਹਗੀਰ ਕੋਲ ਕਿੱਥੋਂ ਨੰਬਰ ਆ ਗਿਆ ਮਨਦੀਪ ਦਾ, ਕਹਿੰਦਾ ਮੇਰੇ ਕੋਲ ਨੰਬਰ ਨਹੀਂ ਦਲਜੀਤ ਦੇ, ਦੀਪ ਦੇ ਭਰਾ ਦਾ। ਉਹ ਕਹਿੰਦਾ ਰਸਤੇ ਚੋਂ ਫੋਨ ਕੀਤਾ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਮੁੰਡੇ ਦਾ। ਉਹ ਭਾਈ ਉਹ ਕੁੜੀ ਨੇ ਬਿਆਨ ਦਿੱਤਾ ਕਿ ਉਹ ਕੁੜੀ ਕੋਲ ਨੰਬਰ ਸੀ ਸਭ ਦੇ, ਉਹਨੇ ਨੰਬਰ ਦਿੱਤਾ, ਰਾਹਗੀਰ ਨੇ ਫੋਨ ਕੀਤਾ ਮਨਦੀਪ ਨੂੰ। ਜੇ ਮਨਦੀਪ ਕੋਲ ਨੰਬਰ ਹੈ, ਤੁਸੀਂ ਉਹ ਬੰਦੇ ਤੋਂ ਤਹਿਕੀਕਾਤ ਕਰੋ। ਤੁਹਾਡੇ ਕੋਲ ਤਾਂ ਕਾਲ ਹੈਗੀ ਆ ਕਿ ਆ ਕਿਸ ਨੰਬਰ ਤੋਂ ਕਾਲ ਆਈ ਹੈ, ਟਰੇਸ ਕਰੋ। ਕੋ ਖੁਦ ਵਕੀਲ ਹੈ। ਗੱਲ ਇਹ ਆ ਬਾਈ ਜੀ, ਲੋਕਾਂ ਨੂੰ ਇਹ ਭੰਬਲ ਭੂਸਾ ਚ ਪਾ ਕੇ ਇਹ ਸਾਰੀਆਂ ਧਿਰਾਂ ਨੂੰ ਰਾਸ ਆਉਂਦਾ ਹੈ। ਉਹ ਜਵਾਨ ਪੁੱਤ ਅਗਲੇ ਦਾ ਮੁੱਕ ਗਿਆ,
ਉਸ ਬਾਲੜੀ ਦਾ ਪਿਤਾ ਹਾਂਜੀ। ਚਲਿਆ ਗਿਆ ਤੇ ਉਹ ਨਿਮਰਤਾ ਭੈਣ ਜੀ ਹੋਰਾਂ ਦਾ ਸ਼ਰੀਕੇ ਹੱਥ ਚਲਿਆ ਗਿਆ। ਪਰਿਵਾਰ ਦਾ ਤਾਂ ਜੀ ਬਹੁਤ ਲਾਸ ਹੋਇਆ, ਜਵਾਨ ਵੀ ਪੁੱਤ ਗਿਆ ਤੇ ਉਹਨਾਂ ਦੀ ਕਮਾਈ ਦਾ ਸਾਧਨ ਵੀ ਗਿਆ, ਡਬਲ ਲਾਸ ਹੋਇਆ ਜੀ ਉਹਨਾਂ ਦਾ। ਉਹਨੂੰ ਉਹ ਜਿਹਦੀ ਲੜਕੀ ਦੇ ਮੂਹਰੇ ਸਾਰੀ ਉਮਰ ਪਈ ਹੈ ਤੇ ਉਹਨਾਂ ਦਾ ਫਿਊਚਰ ਹਨਾ, ਪੈਸਾ ਵੀ ਉਹ ਵੀ ਹੋਵੇ ਪਰ ਜਿਹੜਾ ਇੱਕ ਰਿਸ਼ਤਾ ਬਾਬਲ ਦਾ ਖਤਮ ਹੋਣਾ ਕਿੱਡਾ ਘੱਟ ਹੈ ਹਨਾ। ਸੋ ਉਹ ਤਾਂ ਜ਼ਿੰਮੇਵਾਰੀ ਚੱਕਦੇ ਨਹੀਂ ਜੀ। ਥੈਂਕ ਯੂ। ਗੱਲ ਦੇਖੋ, ਲੜਕੀ ਹੈ ਜਿਹੜੀ ਉਹ ਰੀਨਾ ਰਾਏ, ਉਹਨੂੰ ਇਹ ਲੋਕ ਮੋਤਬਰ ਨੇ, ਇਹ ਆਪਣੇ ਤੌਰ ਤੇ ਸਪਸ਼ਟ ਕਰਨ ਕਿ ਹਾਂ ਭਾਈ ਸੱਚ ਕੀ ਹੈ, ਤੂੰ ਸਾਨੂੰ ਦੱਸ, ਤੇਰੇ ਤੇ ਕੋਈ ਦਬਾਅ ਆ? ਅਮਰੀਕਾ 'ਚ ਬੈਠੀ ਹੈ, ਉਹਦੇ ਤੇ ਕਾਹਦਾ, ਕਿਹੜੀ ਏਜੰਸੀ ਦਾ ਦਬਾਅ ਹੋ ਸਕਦਾ ਹੈ? ਆ ਨਿੱਕੇ ਜਿਹੇ ਮੁਲਕ 'ਚ ਕੀ ਪਿੰਡ 'ਚ ਬੈਠਾ ਬੰਦਾ ਕਿਸੇ ਦੇ ਕਤਲ 'ਚ ਨਹੀਂ ਇਨਵੋਲਵ ਹੁੰਦਾ? ਦੀਪ ਦੇ ਕਤਲ 'ਚ ਕਿਸੇ ਨੇ ਇਸ ਤਰ੍ਹਾਂ ਇਨਵੋਲਵ ਹੋ ਕੇ ਮਰਨਾ, ਆਪਣਾ ਖਾਨਦਾਨ ਖਤਮ ਕਰਾਉਣਾ? ਕੌਣ ਆਏਗਾ? ਹਰਗਿਜ਼ ਨਹੀਂ ਕੋਈ ਆਏਗਾ। ਇਹ ਐਵੇਂ ਥਿਉਰੀ ਘੜੀ ਜਾ ਰਹੀ ਹੈ। ਸੁਰਿੰਦਰ ਵੀਰ, ਇਹ ਜਿਹੜਾ ਆਪਣੀ ਗੱਲਬਾਤ ਚੱਲ ਰਹੀ ਸੀ, ਜਿਵੇਂ ਤੁਸੀਂ ਆਖਿਆ ਕਿ ਜਿਹੜਾ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਵੀ ਉੱਥੇ ਅਪਮਾਨ ਕੀਤਾ ਗਿਆ, ਕਿ ਧੱਕੇ ਮਾਰੇ ਗਏ ਜਾਂ ਕੋਈ ਵੀ ਵਾਪਰਿਆ, ਤੇ ਇਸੇ ਤਰ੍ਹਾਂ ਜਸ ਬਾਜਵਾ ਨੇ ਵੀ ਆਖਿਆ ਕਿ ਜੇ ਤੁਸੀਂ ਇਦਾਂ ਕਰੋਗੇ ਕੱਲ ਨੂੰ ਕੌਣ ਆਏਗਾ? ਜਿਉਂਦੇ ਜੀ ਲੱਖ ਮਤਭੇਦ ਹੁੰਦੇ ਨੇ, ਲੋਕਾਂ ਦੇ ਆਪਣੇ ਮਾਂ ਤੇ ਪਿਓ ਨਾਲ ਮਤਭੇਦ ਨੇ। ਕੌਮ ਸਾਡੀ ਜਾ ਕਿਸ ਪਾਸੇ ਨੂੰ ਰਹੀ ਹੈ? ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ, ਇਹ ਚੇਤਨਪੁਰਾ ਮਾਝੇ ਦਾ ਪਿੰਡ ਹੈ, ਕੋਟਲੀ ਸੱਕਾਂ ਵਾਲਾ। ਇੱਥੇ ਨਿਹੰਗ ਸਿੰਘ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਦਾ ਅਜਨਾਲਾ ਚੁਗਾਵਾਂ ਸੜਕ ਤੇ ਗੁਰਦੁਆਰਾ ਬਣਾਇਆ। ਉੱਥੇ ਇੱਕ ਨਿਹੰਗ ਨਿਰਮਲ ਸਿੰਘ ਅਨਾਉਂਸਮੈਂਟ ਕਰਕੇ ਕਿ ਮੈਨੂੰ ਗੁਰੂ ਘਰ 'ਚ ਸੇਵਾ ਨਹੀਂ ਕਰਨ ਦੇ ਰਹੇ ਤੇ ਮੈਂ ਜ਼ਹਿਰ ਖਾ ਰਿਹਾ। ਉਹ ਬੰਦਾ ਸਪੀਕਰ ਤੇ ਅਨਾਉਂਸਮੈਂਟ ਕਰਕੇ ਗੁਰੂ ਘਰ ਦੇ ਵਿੱਚੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਗਿਆ। ਨਿਰਮਲ ਸਿੰਘ ਨਿਹੰਗ, ਨਿਹੰਗਾਂ ਦਾ ਗੁਰਦੁਆਰਾ ਬਣਾਇਆ ਹੋਇਆ ਤਰਲੋਕ ਸਿੰਘ ਖਿਆਲੇ ਵਾਲਿਆਂ ਦੇ ਨਾਂ ਤੇ ਇਹ ਪਿੰਡ ਕੋਟਲੀ ਸੱਕਾਂ ਦੇ ਗੁਰਦੇਵ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ ਤੇ 306 ਦਾ ਪਰਚਾ ਦਰਜ ਹੋ ਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਇੱਥੇ ਖੜੀ ਹੈ ਸਿੱਖੀ, ਕੀ ਕਰੋਗੇ ਤੁਸੀਂ? ਜੀ ਸੁਰਿੰਦਰ ਵੀਰ, ਕੰਟੀਨਿਊ ਪਲੀਜ਼। ਕਹਿਣਾ ਬਹੁਤ ਸੌਖਾ, ਠੀਕ ਹੈ ਨਾ। ਇੱਕ ਗੱਲ ਨੂੰ ਤੁਸੀਂ ਨਿਗਾਹ ਮਾਰ ਲਓ, 1984 ਵਾਪਰਿਆ, ਅਕਾਲ ਤਖਤ ਸਾਹਿਬ ਢੇਟੇ ਵੀ ਕੀਤਾ। ਭਾਵੇਂ ਕਿ ਲੀਡਰਸ਼ਿਪ ਚਾਹੁੰਦੀ ਸੀ ਕਿ ਠੀਕ ਆ ਵੀ ਇਹ ਯੋਗ ਹੋ ਗਿਆ, ਵਧੀਆ ਹੋ ਗਿਆ, ਲੀਡਰਸ਼ਿਪ ਚਾਹੁੰਦੀ ਸੀ, ਅਕਾਲੀ ਲੀਡਰਸ਼ਿਪ, ਮੈਂ ਇਹਦੇ ਤੋਂ ਮੁਨਕਰ ਨਹੀਂ ਹੁੰਦਾ ਕਦੀ, ਪਰ ਸਿੱਖ ਕੌਮ ਇੰਨੀ ਮਾਯੂਸ ਹੋਈ ਕਿ ਪਿੰਡਾਂ 'ਚ ਜਥੇ ਬਣਾ ਅੰਮ੍ਰਿਤਸਰ ਵੱਲ ਨੂੰ ਭੱਜ ਗਏ, ਜਦੋਂ ਕਿ ਸਾਰਾ ਪੰਜਾਬ ਕਰਫਿਊ ਲੱਗਾ ਹੋਇਆ ਸੀ। ਲੋਕ ਕਰਫਿਊ ਦੀ ਪਰਵਾਹ ਕੀਤੇ ਤੋਂ ਬਗੈਰ ਭੱਜੇ। ਪਰ ਜਦੋਂ 1988 'ਚ ਲੋਕਾਂ ਨੂੰ ਅਸਲੀਅਤ ਪਤਾ ਲੱਗੀ, ਬਲੈਕ ਥੰਡਰ ਵੇਲੇ ਕੋਈ ਨਹੀਂ ਬਾਹਰ ਨਿਕਲਿਆ ਸੀ। ਕੋਈ ਵਿਰੋਧ ਕਰਨ ਗਿਆ ਦਰਬਾਰ ਸਾਹਿਬ ਦੇ ਬਾਹਰ? ਪੂਰਾ ਪੰਜਾਬ ਚੁੱਪ ਕਰਕੇ ਬਹਿ ਗਿਆ। ਲੋਕਾਂ ਨੂੰ ਅਸਲੀਅਤ ਪਤਾ ਲੱਗ ਗਈ ਕਿ ਇਹੀ ਦੋਸ਼ੀ ਨੇ ਜਿਹੜੇ ਅੰਦਰ ਬੈਠੇ ਆ, ਠੀਕ ਹੈ। ਜਦੋਂ ਤੁਸੀਂ ਹਰ ਇੱਕ ਨਾਲ ਵਿਗਾੜੋਗੇ ਫਿਰ ਇਹੀ ਅਸਰ ਹੋਊਗਾ। ਸਾਰੀ ਮੂਵਮੈਂਟ ਕਿਉਂ ਗਿਰੀ 1992 ਤੱਕ ਆਉਂਦੀ? ਉਹਦਾ ਕਾਰਨ ਵੀ ਇਹੀ ਸੀਗਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ, ਨਹੀਂ ਯਾਰ ਇਹ ਤਾਂ ਕਹਿੰਦੇ ਕੁਛ ਆ, ਕਰਦੇ ਕੁਛ, ਠੀਕ ਹੈ ਨਾ। ਸਭ ਤੋਂ ਵੱਡੀ ਗਲਤੀ ਸੀ 1991 ਦੀ ਚੋਣ ਦੇ ਵਿੱਚ 27 ਸਿੱਖ ਕੈਂਡੀਡੇਟਾਂ ਨੂੰ ਮਾਰ ਦੇਣਾ, ਠੀਕ ਹੈ। ਉਹ ਅਕਾਲੀ ਦਲ ਮਾਨ ਦੇ ਵੀ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਸੀ ਤੇ ਅਕਾਲੀ ਦਲ ਬਾਦਲ ਦੇ ਵੀ ਸੀ। ਤਿੰਨਾਂ ਦਲਾਂ ਦੇ 27 ਕੈਂਡੀਡੇਟ ਮਾਰਤੇ। ਉਹੀ ਹੈ, ਉਹ ਤੋਂ ਜ਼ਿਆਦਾ ਵਾਵੇਲਾ ਵੱਧ ਗਿਆ, ਠੀਕ ਹੈ ਨਾ। ਉਹ 27 ਮਾਰੇ, ਉਹ ਤੋਂ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਸੀ, ਅਕਾਲੀ ਦਲ ਮਾਨ ਵੀ ਦੂਰ ਹੋ ਗਿਆ, ਸਿੱਖ ਸਟੂਡੈਂਟ ਫੈਡਰੇਸ਼ਨ। ਉਹ ਕਹਿੰਦੇ ਇਹਨਾਂ ਦਾ ਕੰਮ ਹੀ ਹੈ ਕਿ ਜਿਹਨੂੰ ਦੇਖਦੇ ਜਿਹੜਾ ਸੌਖਾ ਕਾਬੂ ਆ ਜਾਂਦਾ ਉਹਨੂੰ ਝੰਬ ਕੇ ਗਾਹ ਹੁੰਦੇ। ਤੇ 1992 ਦੀ ਚੋਣ ਆਈ, ਇੱਕ ਵੀ ਕੈਂਡੀਡੇਟ ਵੱਲ ਹੱਥ ਨਹੀਂ ਚੱਕ ਸਕੀ। ਫਿਰ ਅੱਜ ਵੀ ਅਕਾਲੀ ਦਲ ਹਮੇਸ਼ਾ ਜਦੋਂ ਗੱਲ ਕਰਦਾ ਉਹ ਕਹਿੰਦਾ ਕਿ ਇੱਕ ਗੱਲ ਦੱਸੋ, 1999 ਦੀਆਂ ਚੋਣਾਂ ਤੁਸੀਂ ਲੜੀਆਂ ਬਰਾਬਰ, ਉਦੋਂ ਤੁਸੀਂ ਕਿਸੇ ਕੈਂਡੀਡੇਟ ਨੂੰ ਕੁਝ ਨਹੀਂ ਕਿਹਾ। 1991 ਦੀਆਂ ਚੋਣਾਂ 'ਚ ਤੁਸੀਂ ਸਾਡੇ ਤਿੰਨ ਗਰੁੱਪਾਂ ਦੇ 27 ਕੈਂਡੀਡੇਟ ਮਾਰੇ। ਤੇ ਜਦੋਂ 1992 ਆਈ ਕਿ ਆਪਣੇ FM ਪਟਿਆਲਾ ਸੀ, ਆਕਾਸ਼ਵਾਣੀ ਪਟਿਆਲਾ, ਉਹਨਾਂ ਦਾ ਮਨਚੰਦਾ ਸਾਹਿਬ, ਸਿਰਫ ਉਹ ਹਿੰਦੂ ਹੋਣਾ ਹੀ ਗੁਨਾਹ ਹੋ ਗਿਆ ਯਾਰ। ਉਹਦਾ ਕੀ, ਉਹਦਾ ਵਿਚਾਰੇ ਦਾ ਬਿੱਲੀ ਪਾਪ ਕੀਤਾ, ਉਹ ਪਾਪ ਲੈ ਕੇ ਬਹਿ ਗਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਹਸ਼ਰ ਫਿਰ ਕੀ ਹੋਇਆ? ਆਹੋ, ਜਥੇਬੰਦੀਆਂ ਸਿਰ ਵੱਢ ਕੇ ਉਹਦਾ ਮੇਰਾ ਖਿਆਲ ਤੇ ਲੋਕਾਂ 'ਚ ਵੀ ਯਾਰ ਉਹ ਐਡਾ ਮਤਲਬ ਨੋਬਲ ਬੰਦਾ, ਬੱਸ ਸਟੈਂਡ ਉਤਰਦਾ ਸੁਰਿੰਦਰ ਵੀਰ, ਉਹ ਆਪਣਾ ਯੂਨੀਵਰਸਿਟੀ ਤੇ ਪੈਦਲ ਤੁਰ ਕੇ ਆਉਂਦਾ, ਐਡਾ ਵੱਡਾ ਅਫਸਰ, ਸਿਰਫ ਹਾਂ ਆਲ ਇੰਡੀਆ ਰੇਡੀਓ ਦਾ ਡਾਇਰੈਕਟਰ ਹੈ, ਮਾਰ ਦਿਓ ਯਾਰ। ਇਹ ਕੋਈ ਇਨਸਾਨੀਅਤ ਹੈ? ਕੀ ਉਹਨੇ ਬੁਰਾ ਕਰਤਾ ਸੀ ਕਿਸੇ ਦਾ? ਵੱਡੀ ਗੱਲ ਸੀ ਹੋਇਆ ਉਹਨਾਂ ਦਾ?
ਜਿਹੜੇ ਕਦਰ ਨਹੀਂ ਸੀ, ਨਾ ਜਥੇਬੰਦੀਆਂ 'ਚ ਰਹੀ, ਨਾ ਪੰਥ 'ਚ ਰਹੀ, ਨਾ ਲੋਕਾਂ 'ਚ ਰਹੀ। ਯਾਦ ਕਰਦਾ ਉਹਨਾਂ ਅੱਜ ਉਸ ਵਕਤ ਦੇ ਉਹ ਖਾੜਕੂ ਖਾਉਂਦੇ ਲੋਕਾਂ ਨੂੰ। ਮੈਂ ਉੱਥੇ ਹੀ ਆਉਣ ਲੱਗਾ ਨਾ, ਦੇਖੋ ਕੀ ਸੀ ਕਿ ਦੇਖੋ ਓਦਾਂ ਮਾਰ ਦੇਣਾ ਹੋਰ ਗੱਲ, ਉਹਦਾ ਸਿਰ ਵੱਢ ਕੇ ਲਿਆ ਕੇ ਉੱਥੇ ਮੇਰਾ ਖਿਆਲ ਅੰਬਾਲੇ ਰੱਖਿਆ ਗਿਆ ਸੀ ਚੌਂਕ 'ਚ। ਬਹੁਤ ਵਿਚਾਰੇ ਦਾ ਬਹੁਤ, ਠੀਕ ਹੈ ਨਾ, ਮਤਲਬ ਉਹ ਕਿੰਨਾ ਘਿਨਾਉਣਾ ਕਾਰਨਾਮਾ ਸੀ। ਇੱਕ ਹੋਰ ਵਾਪਰਿਆ ਸੀ, ਇੱਕ ਉਹ ਚੀਜ਼ ਵੀ ਬਹੁਤ ਲੈ ਕੇ ਬਈ। ਇੱਕ ਆਪਣੇ ਨਾ ਰਾਗੀ ਹੁੰਦੇ ਸੀ ਭਾਈ ਬਖਸ਼ੀਸ਼ ਸਿੰਘ, ਸ਼ਾਇਦ ਕੌਣ ਸੀ, ਉਹਨਾਂ ਦੀ ਬੇਟੀ ਯੂਨੀਵਰਸਿਟੀ ਵੀ ਪੜ੍ਹਦੀ ਸੀ, ਯੂਨੀਵਰਸਿਟੀ ਉਹਨਾਂ ਦੀ ਬੇਟੀ ਸੀ। ਉਹ ਜਿੱਦਣ ਉਹਨਾਂ ਦਾ ਕਤਲ ਹੋਇਆ ਉਹ ਬਹੁਤ ਰੋਈ ਮੇਰੇ ਕੋਲ। ਠੀਕ ਹੈ, ਉਹ ਮਿਊਜ਼ਿਕ ਡਿਪਾਰਟਮੈਂਟ ਚ ਪ੍ਰੋਫੈਸਰ ਸੀਗੀ। ਠੀਕ ਹੈ ਨਾ, ਪ੍ਰੋਫੈਸਰ ਹੈ ਮੇਰੇ ਖਿਆਲ ਵਿਮਨ ਕਾਲਜ। ਨਹੀਂ ਮੈਨੂੰ ਹੁਣ ਦਾ ਤਾਂ ਪਤਾ ਨਹੀਂ ਕਿਉਂਕਿ ਦੇਰ ਹੋ ਗਈ, ਉਦੋਂ ਤਾਂ ਮੈਂ ਜਾਣਦਾ ਸੀ। ਉਹ ਬਹੁਤ ਰੋਈ ਜਦੋਂ ਸਵੇਰੇ ਸੁਨੇਹਾ ਮਿਲਿਆ ਤੇ ਉਹ ਬਹੁਤ ਰੋਈ। ਉਦੋਂ ਘਰ ਨੂੰ ਤਿਆਰੀ ਕਰ ਰਹੀ ਸੀਗੀ ਤੇ ਕੁਦਰਤੀ ਮੈਨੂੰ ਉੱਥੇ ਮਿਲ ਗਈ ਤੇ ਉਹ ਫੁੱਟ ਕੇ ਰੋਈ। ਕਹਿੰਦੀ ਮੇਰੇ ਪਿਓ ਦਾ ਕਸੂਰ ਤਾਂ ਦੱਸਣ ਨਾ, ਮੇਰੇ ਪਿਓ ਦਾ ਕਸੂਰ ਕੀ ਆ, ਕਿਉਂ ਮਾਰਿਆ। ਉਸ ਮੈਨੂੰ ਵੀ ਕਵੇ ਉਹਨਾਂ ਨੂੰ ਪੁੱਛੋ। ਮੈਂ ਕਿਹਾ ਪੁੱਛੀਏ ਜੀ, ਨੂੰ ਪਤਾ ਤਾਂ ਹੋਵੇ ਨਾ ਵੀ ਕੌਣ ਆ, ਫੇਰ ਤੁਹਾਨੂੰ ਪੁੱਛੀਏ। ਹੁਣ ਗੱਲ ਤੇ ਹੈ ਨਾ, ਤੁਸੀਂ ਫਿਰ ਉਹਨੂੰ ਮਾਰਤਾ, ਮਾਰਨ ਤੋਂ ਬਾਅਦ ਇੱਕ ਇਲਜ਼ਾਮ ਜਿਹਾ ਲਾਤਾ ਤੇ ਗੱਲ ਖਤਮ ਆ। ਅੱਖਾਂ ਤੋਂ ਮੇਰਾ ਕੱਲ ਉਹ ਬੰਦੇ ਨੂੰ ਨਹੀਂ ਸੀ ਦੇਖਦਾ ਜਿੱਥੋਂ ਤੱਕ ਮੈਨੂੰ ਉਮੀਦ। ਕੀ ਨਾਂ ਸੀ ਉਹਨਾਂ ਦਾ? ਭਾਈ ਬਖਸ਼ੀਸ਼ ਸਿੰਘ ਸੀਗਾ ਸ਼ਾਇਦ, ਏਦਾਂ ਦਾ ਕਰ। ਬਖਸ਼ੀਸ਼ ਸਿੰਘ, ਹਾਂ ਮਤਲਬ ਗੱਲ ਸੀ ਉਹ ਕਾਲਾ ਚਸ਼ਮਾ ਸ਼ਾਇਦ ਲਾ ਕੇ ਰੱਖਦੇ ਸੀਗੇ, ਨਹੀਂ ਸੀ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ। ਉਹ ਮੇਰੇ ਕੋਲ ਸੂਰਮੇ ਸਿੰਘ ਸੀਗੇ ਤੇ ਮਤਲਬ ਏਦਾਂ ਦੇ ਜਿਹੜੇ ਘਿਨਾਉਣੇ ਕਾਰਨਾਮੇ ਕਰ ਦਿੱਤੇ ਨਾ। ਹੁਣ ਕੀ ਆ ਕਿ ਤੁਸੀਂ ਹਰ ਇੱਕ ਨਾਲ ਵਿਗਾੜ ਰਹੇ ਹੋ। ਹਾਲਾ ਲਾਲਾ ਚ ਸਰਕਾਰ ਇਹੀ ਕੁਝ ਚਾਹੁੰਦੀ ਆ। ਤੇ ਹੁਣ ਕਿਸਾਨੀ ਅੰਦੋਲਨ ਚ ਕੀ ਸੀ, ਸਰਕਾਰ ਨੇ ਟਿਕੜਬਾਜ਼ੀ ਕੀ ਖੇਡੀ ਸੀ। ਪਹਿਲਾਂ VM ਸਿੰਘ ਨੂੰ ਅੱਗੇ ਲਿਆਂਦਾ, ਜਦੋਂ VM ਸਿੰਘ ਨੂੰ ਅਗਲਿਆਂ ਨੇ ਨਹੀਂ ਸੁਣੀ ਫਿਰ ਉਹਨੇ ਸੋਚਿਆ ਇਹਨਾਂ ਨੂੰ ਕਿੱਦਾਂ ਕੰਡਾਉਣਾ, ਇਹ ਤਾਂ ਹੁਣ ਦਿੱਲੀ ਮੱਲ ਕੇ ਬਹਿ ਗਏ ਚਾਰੇ ਬੰਨਿਆਂ ਤੋਂ। ਉਹਨਾਂ ਨੇ ਐਂਡ ਤੱਕ ਸਾਰੀ ਟਿਕੜਬਾਜ਼ੀ ਖੇਡੀ ਆ। ਤੇ ਜਦੋਂ ਉਹ ਸਾਰਾ ਕੁਝ ਫੇਲ ਹੋ ਗਿਆ, ਅਖੀਰ ਉਹਨਾਂ ਨੇ ਆ ਕੇ ਫਿਰ ਕਿਸਾਨ ਜਥੇਬੰਦੀਆਂ 'ਚ ਫੁੱਟ ਪਾ ਕੇ ਇੱਕ ਧੜਾ ਨੇੜੇ ਲਾ ਕੇ ਕਿਹਾ ਲਿਆਓ ਤੁਹਾਡੇ ਆ ਇੰਨੇ ਕਾਨੂੰਨ, ਅਸੀਂ ਇਦਾਂ ਨਹੀਂ ਤੇ ਇਦਾਂ ਕਰਦੇ ਆ। ਮੁੜ ਕੇ 3 ਰੱਦ ਕਰਕੇ ਬਾਕੀ ਸਾਰੇ ਕੁਛ ਤੇ ਪਾਣੀ ਫੇਰਤਾ ਤੇ ਚੁੱਪ ਕਰਕੇ ਸਾਰੇ ਠੰਡੇ ਕਰਕੇ ਕਿਸੇ ਨੂੰ ਮੁੱਖ ਮੰਤਰੀ ਦਾ ਲਾਲਚ, ਕਿਸੇ ਨੂੰ ਕੁਛ ਦੇ ਕੇ ਘਰਾਂ ਨੂੰ ਤੋੜ ਦਿੱਤੇ। ਹੁਣ ਇਸ ਕਰਕੇ ਜੇ ਇਹੀ ਕੁਝ ਚੱਲਦਾ ਰਹੂਗਾ, ਜਵਾਨੀ ਦਾ ਘਾਣ ਹੋਊਗਾ। ਇੱਕ ਜਵਾਨੀ ਤਾਂ ਚਲੀ ਗਈ 1984 ਤੋਂ ਲੈ ਕੇ 1995 ਤੱਕ, ਤੇ ਦੂਜੀ ਜਵਾਨੀ ਚੜ ਗਈ ਨਸ਼ਿਆਂ ਦੀ ਭੇਟ, ਤੇ ਤੀਸਰੀ ਜਵਾਨੀ ਜਿਹੜੀ ਆ ਉਹ ਫੇਰ ਜੇ ਏਦਾਂ ਹੀ ਗਈ ਤੇ ਫਿਰ ਤੁਹਾਡਾ ਬਣੂਗਾ। ਇੱਕ ਕਾਲ ਲੈ ਲਈ ਸੁਰਿੰਦਰ ਵੀਰ। ਬਨਵਾਸ ਸਾਹਿਬ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ, ਆਪ ਜੀ ਨੂੰ, ਸੁਰਿੰਦਰ ਜੀ ਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਟਿਵਾਣਾ ਸਾਹਿਬ, ਮੈਂ 2-3 ਮੁੱਦਿਆਂ ਉੱਤੇ ਗੱਲ ਕਰਨਾ ਚਾਹਾਂਗਾ। ਜਿਹੜੀ ਤੁਸੀਂ ਹਾਲਾਤ ਪੇਸ਼ ਕਰ ਰਹੇ ਹੋ ਵੀ ਨਵੇਂ ਹੁਣ ਜਿਹੜੇ ਪੰਜਾਬ 'ਚ ਲੋਕੀ ਗੱਲਾਂ ਕਰ ਰਹੇ ਨੇ, ਆਹ ਕਰ ਲੋ, ਉਹ ਕਰ ਲੋ, ਖਾਲਿਸਤਾਨ ਦੇ ਦਾਂਗੇ 5 ਸਾਲਾਂ 'ਚ ਇਹ ਕਰ ਦਾਂਗੇ, ਉਹ ਕਰ ਦਾਂਗੇ। ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਪੰਜਾਬ 'ਚੋਂ ਇੱਕ ਲਹਿਰ ਉੱਠੀ ਸਾਲ 1.5-2 ਸਾਲ ਪਹਿਲੇ, ਪੌਣੇ 2 ਸਾਲ 1.5 ਸਾਲ ਪਹਿਲੇ, ਜਿਹੜੀ ਕਿਸਾਨ ਅੰਦੋਲਨ ਦੇ ਰੂਪ ਦੇ ਅੰਦਰ ਭਾਰਤ ਦੇ ਅੰਦਰ ਤੇ ਪੂਰੇ ਵਰਲਡ ਦੇ ਅੰਦਰ ਜਿਹਦੀ ਪ੍ਰਸ਼ੰਸਾ ਹੋਈ ਕਿ ਇੰਨਾ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ। ਔਰ ਜੀ ਤੇ ਗੱਲ ਹੈਗੀ ਹੈ ਕਿ ਉਹਦੇ ਅੰਦਰ ਪੰਜਾਬੀਆਂ ਦੀ ਤੇ ਸਿੱਖਾਂ ਦੀ ਬੜੀ ਜਿਹੜੀ ਹੈਗੀ ਹੈ ਉਹ ਇੱਕ ਛਵੀ ਅੱਛੀ ਸੁਧਰੀ, ਲੇਕਿਨ ਉਹਨਾਂ ਨੂੰ ਇੱਕ ਠੱਪਾ ਲਾ ਦਿੱਤਾ ਗਿਆ ਕਿ ਇਹ ਖਾਲਿਸਤਾਨੀ ਨੇ। ਹੁਣ ਉਹਦੇ ਅੰਦਰ ਰਾਜਸਥਾਨੀ ਵੀ ਆਏ ਸਨ, ਹਰਿਆਣੇ ਵਾਲੇ ਭਰਾ ਵੀ ਆਏ ਸਨ, ਯੂਪੀ ਵਾਲੇ ਵੀ ਆਏ ਸੀ। ਕਿਸੇ ਨੂੰ ਕਿਸੇ ਕਿਸਮ ਦੇ ਠੱਪਾ ਨਹੀਂ ਲਗਾਏ ਗਏ, ਲੇਕਿਨ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਲਗਾਇਆ ਗਿਆ ਖਾਲਿਸਤਾਨੀ ਨੇ ਜੀ, ਇਹ ਹੈ ਤੇ ਉਹ ਹੈ। ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਥੋੜੇ ਜਿਹੇ ਕਿਸਾਨ ਨੇ, ਵੱਡੇ ਕਿਸਾਨ, ਜ਼ਿਆਦਾ ਕਿਸਾਨ ਤੇ ਜਿਹੜੇ ਨੇ ਇਸ ਦੇ ਹੱਕ 'ਚ ਸੀਗੇ ਕਾਨੂੰਨ ਦੇ, ਉਹ ਥੋੜੇ ਜਿਹੇ ਕਿਸਾਨਾਂ ਨੂੰ ਤੇ ਖਾਲਿਸਤਾਨੀਆਂ ਦੇ ਠੱਪੇ ਤੇ ਇਹ ਉਹ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਹੋ ਰਹੀ ਹੈ ਤੇ ਗਾਂ ਵੀ ਹੁੰਦੀ ਰਹੇਗੀ। ਕਾਰਨ ਹੈਗੀ ਹੈ ਕਿ ਇਹ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੇ ਲਈ ਇੱਕ ਪ੍ਰਕਿਰਿਆ, ਇੱਕ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ, ਜਿਹਦੇ ਅੰਦਰ ਇਹ ਦਿਖਾਇਆ ਜਾ ਸਕੇ ਕਿ ਆਹ ਦੇਖੋ ਜੀ, ਅਸੀਂ ਜੋ ਕਹਿ ਰਹੇ ਸੀ ਉਹ ਸਹੀ ਸੀਗਾ। ਹੁਣ ਉਹਦੇ ਅੰਦਰੋਂ ਪੰਜਾਬ ਦੇ ਅੰਦਰੋਂ ਹੀ ਭਾਵੇਂ ਬੰਦੇ ਲੈ ਕੇ ਉਹਨਾਂ ਨੂੰ ਯੂਜ਼ ਕੀਤਾ ਜਾਵੇ। ਹੁਣ ਜਿਹੜਾ ਓਵੈਸੀਉਦੀਨ ਕਿਹੜਾ ਹੈਗਾ ਯੂਪੀ ਦਾ, ਦੇਖੋ ਮੁਸਲਮਾਨਾਂ ਦੇ ਖਿਲਾਫ ਕਿੰਨਾ ਕੁਛ, ਉਹਨਾਂ ਦੇ ਹੱਕ 'ਚ ਕਿੰਨਾ ਕੁਛ ਬੋਲਦਾ ਹੈ, ਇਹ ਉਹ ਕਰਦਾ ਜੋ ਵੀ, ਲੇਕਿਨ ਉਹਦਾ ਸੱਚ ਝੂਠ ਮੁਸਲਮਾਨਾਂ ਨੂੰ ਵੀ ਸਮਝ ਆ ਗਿਆ। ਯੂਪੀ ਦੇ ਲੋਕਾਂ ਦੀ ਤਾਰੀਫ ਕਰਨੀ ਬਣਦੀ ਹੈ। ਮੁਸਲਮਾਨ ਇਕਜੁੱਟ ਹੋ ਕੇ ਇਸ ਸਮੇਂ ਬੀਜੇਪੀ ਦੇ ਅਗੇਂਸਟ ਜਿਹੜੀਆਂ ਵੋਟਾਂ ਜ਼ਿਆਦਾਤਰ ਪਾ ਰਹੇ ਨੇ ਤੇ ਅਖਿਲੇਸ਼ ਦੇ ਹੱਕ 'ਚ ਪਾ ਰਹੇ ਨੇ। ਸਾਡੇ ਪੰਜਾਬ ਦੇ ਅੰਦਰ ਬਿਲਕੁਲ ਉਲਟਾ ਹੋ ਰਿਹਾ ਹੈ ਕਿ ਇੱਥੇ ਹਰ ਬੰਦਾ ਜਾ ਕੇ ਸਰੋਪੇ ਪਾ ਰਿਹਾ ਜੇ, ਹਰ ਬੰਦਾ ਸੀਟਾਂ ਆਪਣਾ ਬਦਲ ਕੇ ਪਾਰਟੀਆਂ ਜਾ ਰਿਹਾ ਜੀ। ਹੈਰਾਨੀ ਇਸ ਗੱਲ ਤੋਂ ਹੁੰਦੀ ਹੈ
ਕਿ ਇਹਨਾਂ ਨੂੰ ਇੰਨਾ ਸਮਝ ਨਹੀਂ ਆ ਰਿਹਾ ਕਿ ਐਟ ਦਾ ਐਂਡ ਆਫ ਦਾ ਡੇ ਤੁਹਾਡੇ ਨਾਲ ਹੋਣਾ ਕੀ ਜੇ। ਤੁਹਾਡੀ ਛਵੀ ਦੇ ਉੱਤੇ ਜਦੋਂ ਤੁਸੀਂ ਵਰਲਡ ਨੇ ਮੰਨ ਲਿੱਤਾ ਚੰਗੇ ਸੀਗੇ ਤੇ ਤੁਹਾਨੂੰ ਠੱਪੇ ਕਿਹੜੇ ਲਗਾਏ ਜਾ ਰਹੇ ਸਨ। ਅਗਾਂਹ ਤੁਹਾਨੂੰ ਉਹੀ ਸਾਬਿਤ ਕਰਨ ਦੀ ਕੋਸ਼ਿਸ਼ ਦੀ ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਵਿੱਚੋਂ ਆਪਣੇ ਹੀ ਬੰਦੇ ਲੈ ਕੇ ਇਹਨਾਂ ਨੂੰ, ਜੇ ਪਲਾਂਟਡ ਬੰਦੇ ਇੱਧਰ ਉੱਧਰ ਹੋ ਸਕਦੇ ਨੇ ਤੇ ਇਹਨਾਂ ਚੀਜ਼ਾਂ ਲਈ ਵੀ ਹੋ ਸਕਦੇ ਨੇ ਜੀ। ਥੈਂਕ ਯੂ। ਮਿਹਰਬਾਨੀ ਬਨਵਾਸ ਸਾਹਿਬ ਜੀ। ਸੁਰਿੰਦਰ ਵੀਰ ਕਰੋ ਬਾਈਂਡ ਅਪ ਕਿ ਜਿਸ ਤਰ੍ਹਾਂ ਹੁਣ ਜਸਵਾਦ ਬਾਜਵੇ ਨੇ ਵੀ ਕਿਹਾ, ਉਹਨਾਂ ਦਾ ਵੀ ਸ਼ਾਇਦ ਉਹਨਾਂ ਨਾਲ ਵੀ ਕੁਛ ਇਸ ਤਰ੍ਹਾਂ ਕੋਈ ਗੱਲ ਵਾਪਰੀ ਹੋਣੀ ਹੈ ਕਿ ਜੇ ਇਦਾਂ ਹੀ ਵਿਰੋਧ ਕਰੋਗੇ ਸਾਰਿਆਂ ਦਾ ਤੇ ਫਿਰ ਸਪੋਰਟ ਕੌਣ ਕਰੇਗਾ। ਠੀਕ ਹੈ, ਦੀਪ ਦੀ ਵਿਚਾਰਧਾਰਾ ਸੀ, ਪੰਜਾਬ ਦੀ ਭਲਾਈ ਲਈ ਕੰਮ ਹੋਣਾ ਚਾਹੀਦਾ, ਭਾਵੇਂ ਨਸ਼ਿਆਂ ਦੇ ਬਾਰੇ ਹੋਵੇ, ਸਿੱਖੀ ਦੇ ਬਾਰੇ ਹੋਵੇ। ਉਹ ਇਹਦੇ 'ਚ ਜਦੋਂ ਬੰਦਾ ਇੱਕ ਆ ਹੀ ਗਿਆ, ਹੁਣ ਉਹ ਪਿਛਲੀਆਂ ਗੱਲਾਂ ਥੱਲ ਕੇ ਕਿ ਤੁਸੀਂ ਆਹ ਕਹਿੰਦੇ ਸੀ ਦੀਪ, ਇਹ ਸੀ, ਇਹ ਕਰੋ, ਉਹ ਕਰੋ, ਪ੍ਰੂਵ ਕਰੋ। ਹੁਣ ਜਦੋਂ ਬੰਦਾ ਹੀ ਮੁੱਕ ਗਿਆ, ਕੀ ਉਹਦਾ ਕੀ ਪ੍ਰੂਵ ਕਰ ਸਕਦੇ, ਉਹਦੀ ਕੀ ਵਿਚਾਰਧਾਰਾ ਸੀ ਜਾਂ ਕੀ ਬੈਕਗਰਾਉਂਡ ਸੀ। ਐਲੀਗੇਸ਼ਨ ਲੱਗਦੇ ਆ, ਕਿਹਨਾਂ ਤੇ ਨਹੀਂ ਲੱਗਦੇ ਐਲੀਗੇਸ਼ਨ, ਸੰਤਾਂ ਤੇ ਵੀ ਲੱਗਦੇ ਰਹੇ ਆ, ਲੋਕੀ ਗੁਰੂ ਨਾਨਕ ਸਾਹਿਬ ਨੂੰ ਕੀ ਕੁਛ ਕਹਿੰਦੇ ਰਹੇ ਉਦੋਂ। ਸੋ ਇਸ ਦੇ ਵਿੱਚ ਇਹ ਚੀਜ਼ਾਂ, ਕਿਉਂਕਿ ਜਦੋਂ ਤੁਸੀਂ ਇੱਕ ਉਹ ਕਹਿੰਦੇ ਆ ਨਾ ਕਿ ਜਿਹੜਾ ਰੜਕਦਾ ਉਹੀ ਜਿਹੜਾ ਖੜਕਦਾ ਉਹੀ ਰੜਕਦਾ, ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਹਰ ਮੂਵਮੈਂਟ 'ਚ। ਦੁਨੀਆ ਦੇ ਕਿਸੇ ਹਿੱਸੇ ਚਲੇ ਜਾਓ, ਭਗਤ ਸਿੰਘ ਹੋਰਾਂ ਨੂੰ ਕੀ ਕਹਿੰਦੇ ਲੋਕੀ ਹੁਣ ਤੱਕ, ਇਹੀ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਉਹ ਆਰੀਆ ਸਮਾਜੀ ਸੀ, ਫਲਾਂ ਸੀ ਜੀ, ਉਹਨੇ ਇੱਕ ਸਿੱਖ ਨੂੰ ਗੋਲੀ ਮਾਰ ਦਿੱਤੀ, ਫਲਾਂ ਕਰ ਦਿੱਤਾ, ਧਮਕਾ ਕਰ ਦਿੱਤਾ। ਇੰਦਰ ਸਿੰਘ ਘੱਗਾ ਕਹਿੰਦਾ ਸੀ, ਸਰਦਾਰ ਕਪੂਰ ਸਿੰਘ ਦੇ ਹਵਾਲੇ ਨਾਲ ਕਹਿੰਦਾ ਸੀਗਾ, ਐਡਾ ਝੂਠ ਬੋਲ ਗਏ ਸੀਗੇ ਇੰਦਰ ਸਿੰਘ ਘੱਗਾ ਸੁਣੀ ਸੁਣਾਈ ਗੱਲ ਤੋਂ। ਖੈਰ, ਇਸ ਸਿਲਸਿਲੇ ਵਿੱਚ ਕੀ ਲੱਗਦਾ ਹੈ ਕਿ ਜਿਹੜਾ ਹੁਣ ਸੋਸ਼ਲ ਸਾਈਟਸ ਦੇ ਜ਼ਰੀਏ ਪੰਜਾਬ ਦੀ ਜਵਾਨੀ ਜਿਹੜੀ ਕੋਈ ਅੱਛਾ ਨਿਊਜ਼ਪੇਪਰ, ਕਿਤਾਬ, ਹਿਸਟਰੀ ਨਹੀਂ ਪੜ੍ਹਨਾ ਚਾਹੁੰਦੀ, ਉਹ ਇਹ ਚੀਜ਼ ਫੁਟੇਜ ਵੇਖ ਕੇ ਕਿ ਲੱਖੇ ਨੇ ਉਹਨੂੰ ਕਹਿ ਦਿੱਤਾ, ਜਸ ਬਾਜਵਾ ਨੇ ਉਹਨੂੰ ਕਹਿ ਦਿੱਤਾ, ਦੀਪ ਦੇ ਖੇਮੇ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ, ਕੁਛ ਹਿੰਦੂ ਜਥੇਬੰਦੀਆਂ ਦੇ ਲੋਕ ਨੇ ਉਹ ਸਾਰੇ ਸਿੱਖਾਂ ਨੂੰ ਜਾਂ ਦੀਪ ਨੂੰ ਬਹੁਤ ਨੀਵੀਂ ਸ਼ਬਦਾਵਲੀ ਬੋਲ ਰਹੇ ਨੇ। ਤੇ ਇਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ, ਇਹਦੇ ਵਿੱਚ ਕਿਤੇ ਨਾ ਕਿਤੇ ਕੀ ਦੇਖਦੇ ਹੋ ਭਵਿੱਖ, ਕੀ ਵੇਖਦੇ ਹੋ, ਚਿੰਤਾਜਨਕ ਭਵਿੱਖ ਨਜ਼ਰ ਆਉਂਦਾ। ਸੁਰਿੰਦਰ ਵੀਰ ਕਰੋ ਕੰਪਲੀਟ, ਪਰ ਸਮਾਪਤੀ ਕਰੀਏ ਜੀ। ਦੇਖੋ, ਜਿੱਥੋਂ ਤੱਕ ਜਸ ਬਾਜਵਾ ਹੋਣਾ ਦਾ ਗੱਲ ਆ, ਕਿਉਂਕਿ ਜਦੋਂ ਇਹ ਕਲਾਕਾਰ ਸਾਰੇ ਇਕੱਠੇ ਹੋਏ ਆ ਪਹਿਲਾਂ ਆਪਸ 'ਚ, ਇਹਨਾਂ ਚੰਡੀਗੜ੍ਹ ਪਹਿਲਾਂ ਆਪਸ ਦੇ ਵਿੱਚ ਮੀਟਿੰਗ ਕੀਤੀ ਆ। ਇਹਨਾਂ ਕਿਹਾ ਕਿ ਅਸੀਂ ਜਥੇਬੰਦੀਆਂ ਨਾਲ ਇਕੱਠੇ ਚੱਲਾਂਗੇ। ਫਿਰ ਜਥੇਬੰਦੀਆਂ ਵੱਲੋਂ ਇੱਕ ਕਮੇਟੀ ਬਣਾਈ ਗਈ, ਉਸ ਕਮੇਟੀ ਨਾਲ ਬਹਿ ਕੇ ਇਹਨਾਂ ਇਕੱਠਿਆਂ ਪ੍ਰੈਸ ਕਾਨਫਰੰਸ ਕੀਤੀ। ਉਹਦੇ 'ਚ ਜਦੋਂ ਦੀਪ ਆਪਣੇ ਹਿਸਾਬ ਨਾਲ ਚੱਲਣ ਲੱਗਿਆ ਤੇ ਬਾਕੀਆਂ ਨੇ ਵਿਰੋਧ ਕੀਤਾ। ਈਵਨ ਕਿ ਪ੍ਰੈਸ ਕਾਨਫਰੰਸ 'ਚ ਵਿਰੋਧ ਹੋਇਆ ਕਿ ਤੁਸੀਂ ਇਹ ਕੀ ਬੋਲ ਰਹੇ। ਠੀਕ ਹੈ, ਉਹ ਕਰਦੇ ਕਰਾਉਂਦੇ ਮੁੜ ਕੇ ਦੀਪ ਕੱਲਾ ਹੀ ਇਹਨਾਂ ਸਾਰਿਆਂ ਤੋਂ ਬਾਗੀ ਹੋ ਕੇ ਉਹਨੇ ਜਾ ਕੇ ਜਿਹੜਾ ਇੱਥੇ ਰਾਜਪੁਰੇ ਵਾਲਾ ਸੀਗਾ ਆਪਣਾ ਸ਼ੰਭੂ ਵਾਲਾ, ਉਹ ਉਹਨਾਂ ਨੇ ਧਰਨਾ ਆਪਣਾ ਵੱਖਰਾ ਲਾ ਲਿਆ। ਜਦੋਂ ਉਹਨਾਂ ਵੱਖਰਾ ਲਾ ਲਿਆ, ਇਹ ਜਥੇਬੰਦੀਆਂ ਨਾਲ ਖੜ ਕੇ ਪਹਿਲਾਂ ਇਹਨਾਂ ਦਾ ਫੈਸਲਾ ਸੀ ਕਿ ਆਪਾਂ ਸਾਰੇ ਇਕੱਠੇ ਜਿਹੜੇ ਆ ਜਥੇਬੰਦੀਆਂ ਦੇ ਨਾਲ ਤੁਰਾਂਗੇ, ਜਥੇਬੰਦੀਆਂ ਮੋਰੇ ਹੋਣਗੀਆਂ, ਆਪਾਂ ਮਗਰ ਤੁਰਾਂਗੇ। ਲੇਕਿਨ ਜਦੋਂ ਬਰਾਬਰ ਲੱਗ ਗਿਆ, ਬਾਕੀ ਸਾਰੇ ਵੱਖ ਹੋ ਗਏ। ਹੁਣ ਜਿਹੜੇ ਦੀਪ ਦੇ ਨਾਲ ਖੜੇ ਉਹ ਕਹਿੰਦੇ ਕਿ ਤੁਸੀਂ ਉਦੋਂ ਉਹਦੇ ਨਾਲ ਕਿਉਂ ਨਹੀਂ ਖੜੇ। ਹੁਣ ਰੌਲਾ ਇਸ ਗੱਲ ਦਾ, ਮੇਨ ਇਸ ਗੱਲ ਦਾ। ਦੇਖੋ, ਉਸ ਵੇਲੇ ਤਾਂ ਬਹੁਤ ਲੋਕ ਸੀ, ਸਾਰੇ ਚਾਹੁੰਦੇ ਸੀ ਕਿ ਜੇ ਜਥੇਬੰਦੀਆਂ ਨੇ ਅਗਵਾਈ ਕੀਤੀ ਆ, ਇਹਨੂੰ ਨਸਲਾਂ ਦੀ ਲੜਾਈ ਨਾ ਬਣਾਓ, ਫਸਲਾਂ ਦੀ ਬਣਾਓ। ਹੁਣ ਆਪਾਂ ਪਿਓ ਦੇ ਪਿਓ ਨੂੰ ਜਾ ਕੇ ਫੜਦੇ ਸੀ, ਆਪਾਂ ਕਹਿੰਦੇ ਨਹੀਂ, ਫਸਲਾਂ ਬਾਅਦ 'ਚ, ਪਹਿਲਾਂ ਨਸਲਾਂ ਦੀ ਲੜ ਲਓ। ਯਾਨੀ ਕਿ ਹੁਣ ਦੀਪ ਵੀ ਪਿੰਡ ਸਿਮਰਨਜੀਤ ਮਾਨ ਦਾ ਚੰਦ ਕਦਮਾਂ ਤੇ ਮਾਨ ਸਾਹਿਬ ਦਾ ਪ੍ਰਦਰਸ਼ਨ ਸੀ ਸ਼ੰਭੂ ਤੇ, ਉਹਦੇ ਨਾਲ ਹੀ ਇਹਦਾ ਸੀਗਾ। ਉਦੋਂ ਦੀਪ ਤੇ ਮਾਨ ਉਦੋਂ ਇਕੱਠੇ ਨਹੀਂ ਹੋਏ, ਹੁਣ ਹੋ ਗਏ। ਕੋਈ ਜ਼ਰੂਰੀ ਥੋੜਾ, ਉਦੋਂ ਇਹਨਾਂ ਦੇ ਮਤਭੇਦ ਹੀ ਸੀ, ਅੱਡ ਅੱਡ ਬੈਠੇ ਸੀ ਦੋਨੇ। ਜੇ ਕੋਈ ਤੁਹਾਡੀ ਵਿਚਾਰਧਾਰਾ ਨਾਲ ਨਹੀਂ ਮਿਲਿਆ, ਯਾਰ ਗੁਨਾਹ ਕੀ ਹੋ ਗਿਆ। ਜੇ ਤਾਂ ਤੁਸੀਂ ਵੇਖੋ ਕਿ ਮਰਡਰ 'ਚ ਜਾਂ ਉਸ ਉਹਨਾਂ ਦੇ ਕਤਲ 'ਚ ਕੋਈ ਇਨਵੋਲਵ ਆ ਤਾਂ ਤੁਸੀਂ ਦੋਸ਼ ਲਾਓ। ਏਦਾਂ ਥੋੜੀ ਹੁੰਦਾ। ਮਤਲਬ ਕੰਫਰਟੇਬਲ ਜ਼ੋਨ ਵਿਚਾਰਾ ਬਣਾਉਣਾ, ਹਮਦਰਦੀ ਕਿਸੇ ਨੂੰ, ਮਤਲਬ ਮੌਤ ਕਿਹਦੀ ਨਹੀਂ ਹੋਣੀ ਪਈ ਜੀ। ਹੁਣ ਨਵਰੀਤ ਡਿਵਡਵਾ ਸੀਗਾ, ਉਹ ਮੁੰਡੇ ਦੀ ਜਾਨ ਨਹੀਂ ਗਈ, ਕਿਹਦੀ ਨਹੀਂ ਗਈ ਜਾਨ। ਅੰਦੋਲਨ 750 ਲੋਕ ਹੋਰ ਜਾਨਾਂ ਗਈਆਂ ਨੇ। ਇਹ ਚੀਜ਼ ਵਾਪਰਦੀ ਆ। ਉਹ 3 ਬੀਬੀਆਂ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ। ਇਹ ਚੀਜ਼ਾਂ ਵਾਪਰਦੀਆਂ ਨੇ, ਹੈ ਨਾ। ਗੁਰਬਖਸ਼ ਸਿੰਘ ਸੀਗਾ। ਮਤਲਬ ਅਸੀਂ ਪੰਜਾਬੀ ਇਮੋਸ਼ਨਲ ਆ। ਤੁਸੀਂ ਵੇਖੋ ਗੁਰਬਖਸ਼ ਸਿੰਘ ਦਾ ਜਦੋਂ ਅੰਬ ਸਾਹਿਬ ਬੈਠਾ ਸੀ, ਗੁਰਦਾਸ ਮਾਨ ਤੱਕ ਲੈ ਕੇ ਸਟਾਰ, ਕਿੱਥੇ ਆ ਕੇ ਕਿੱਡੀ ਹਾਲਾਤ ਸੀ। ਆਖਰ ਨੂੰ ਟੈਂਕੀ ਤੇ ਸੁਸਾਈਡ ਕਰਕੇ ਮਰਿਆ। ਸੂਰਜ ਸਿੰਘ ਖਾਲਸਾ ਸੀ, ਕੀ ਹਾਲਾਤ ਨੇ ਅੱਜ, ਕਿੱਥੇ ਆ ਜੀ। ਨਹੀਂ, ਮੈਂ ਉੱਥੇ ਹੀ ਆਉਣ ਲੱਗਾ। ਦੇਖੋ, ਗੱਲ ਇਹ ਸੀ, ਉਹ ਸਿਮਰਨਜੀਤ ਸਿੰਘ ਮਾਨ ਆਪਣੀ ਜਗ੍ਹਾ ਤੇ ਠੀਕ ਸੀਗਾ, ਲੇਕਿਨ ਉਸ ਵੇਲੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜਾ, ਉਹ ਜਿਹੜੀ ਜਗ੍ਹਾ ਦੀਪ ਸਿੱਧੂ ਨੇ ਜਿਹੜੀ 5 ਮੈਂਬਰੀ ਕਮੇਟੀ ਬਣੀ, ਜਿਸ 'ਚ ਪ੍ਰੋਫੈਸਰ ਮਨਜੀਤ ਸਿੰਘ ਵੀ ਸੀਗਾ। ਠੀਕ ਹੈ, ਉਹਨਾਂ ਨੇ ਇੱਕ ਜਗ੍ਹਾ ਲੱਭੀ ਸੀ। ਉਹ ਜਿਹੜੀ ਜਗ੍ਹਾ ਲੱਭੀ ਸੀ,
ਇਹ ਅਜੇ ਰਾਤ ਜਗ੍ਹਾ ਲੱਭ ਕੇ ਗਏ, ਸਵੇਰੇ ਆ ਕੇ ਉੱਥੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਪਣਾ ਤੰਬੂ ਗੜਤਾ। ਫਿਰ ਇਹਨਾਂ ਨੂੰ ਹੋਰ ਜਗ੍ਹਾ ਲੱਭਣੀ ਪਈ। ਫਿਰ ਇੱਥੋਂ ਤੱਕ ਕਿ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਿਹੜੇ ਸਭ ਤੋਂ ਵੱਡੀ ਗਲਤੀ ਕੀਤੀ, ਉਹ ਜਦੋਂ ਦਿੱਲੀ ਨੂੰ ਚਾਲੇ ਪਾਏ ਉਸ ਵੇਲੇ ਉੱਥੇ ਜਾਂਦੇ ਨਿਸ਼ਾਨ ਸਾਹਿਬ ਲਾ ਗਏ, ਜਿਹੜਾ ਕਿ ਬਾਅਦ ਚ ਪੁਲਿਸ ਨੇ ਪੱਟਿਆ ਉੱਥੋਂ। ਫਿਰ ਉਹ ਬੇਅਦਬੀ ਹੋਈ ਕਿ ਨਹੀਂ ਹੋਈ? ਉਹ ਕੀ ਸੀਗਾ? ਜੇ ਤੁਸੀਂ ਸੰਭਾਲ ਨਹੀਂ ਸਕਦੇ ਤੇ ਕਿਉਂ ਲਾਉਂਦੇ ਹੋ? ਹੁਣ ਆਖਰੀ ਰਹੀ ਗੱਲ, ਜੋ ਕੁਝ ਏਜੰਸੀਆਂ ਨੂੰ ਚਾਹੀਦਾ ਸੀ ਉਹ ਹੋ ਰਿਹਾ, ਤੇ ਖਾਸ ਕਰਕੇ ਪੰਜਾਬ ਦਾ ਜਿਹੜਾ ਜਵਾਨੀ ਆ ਉਹ ਇਸ ਵੇਲੇ ਖਤਰੇ 'ਚ ਆ। ਜਵਾਨੀ ਨੇ ਕਿਹਦਾ ਘਾਣ ਕਰਨਾ ਤੇ ਸਰਕਾਰ ਨੇ ਮੁੜ ਕੇ ਜਵਾਨੀ ਦਾ ਕੀ ਘਾਣ ਕਰਨਾ, ਉਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ, ਆਪਾਂ ਪਿਛਲੇ ਤਜਰਬੇ ਦੇਖੇ ਹੋਏ ਆ। ਠੀਕ ਹੈ, ਹੁਣ ਇੱਥੇ ਕੀ ਆ, ਸਰਕਾਰ ਚਾਹੁੰਦੀ ਆ ਕਿ ਕਾਮਰੇਡਾਂ ਦਾ ਤੇ ਸਿੱਖ ਧਿਰਾਂ ਦਾ ਆਪਸ 'ਚ ਟਕਰਾਅ ਰਵੇ। ਸਾਡਿਆਂ ਨੂੰ ਇਹਦੀ ਸਮਝ ਨਹੀਂ ਆਉਂਦੀ। ਠੀਕ ਹੈ, ਜੇ ਇੱਕ ਜਣਾ ਵੈਪਨ ਚੱਕੂਗਾ ਤੇ ਉਹ ਚੱਕ ਕੇ ਤੇ ਕਿਸੇ ਨਾ ਕਿਸੇ ਨੂੰ ਪਾਰ ਬੁਲਾਊਗਾ ਤੇ ਮੁੜ ਕੇ ਸਰਕਾਰ ਉਹਦੇ ਦੁਆਲੇ ਹੋ ਜੂਗੀ। ਸਰਕਾਰ ਦਾ ਤਾਂ ਕੰਮ ਸੈੱਟ ਆ ਗਿਆ, ਸਰਕਾਰ ਜੋ ਕੁਝ ਚਾਹੁੰਦੀ ਆ। ਤੇ ਸਰਕਾਰ ਪਹਿਲਾਂ ਕਾਂਗਰਸ ਦੀ ਸੀ, ਉਹਨੇ ਪੰਜਾਬ ਦਾ ਘਾਣ ਕੀਤਾ ਸੀ, ਹੁਣ ਬੀਜੇਪੀ ਦੀ ਉਹ ਘਾਣ ਕਰੂਗੀ। ਤੇ ਘਾਣ ਵਾਲੇ ਰਾਹ ਉਹਨਾਂ ਨੇ ਸਾਰਿਆਂ ਨੂੰ ਤੋੜ ਦਿੱਤਾ। ਤੇ ਹੁਣ ਦੇਖੋ ਕਿਹਦੇ ਘਰ 'ਚ ਭਾਂਬੜ ਮੱਚਦਾ ਤੇ ਕੀ ਕੁਛ ਹੁੰਦੇ ਆ, ਕਿਹਦਾ ਸੀਮਾ ਬਾਲਣਾ ਵਾ। ਜਿਹੜੇ ਰਾਹ ਤੁਰੇ ਹੋਏ ਆ ਸੀਵਿਆਂ ਨੂੰ ਤੁਰੇ ਆ ਤੇ ਸੀਵਿਆਂ ਨੂੰ ਇਹਨਾਂ ਨੇ ਤੁਰੇ ਰਹਿਣਾ। ਜਿਹੜੀ ਮੈਂ ਪਹਿਲਾਂ ਸ਼ੁਰੂ 'ਚ ਗੱਲ ਕਹੀ ਸੀ ਕਿ ਸਿੱਖ ਇਤਿਹਾਸ ਬਣਾਉਣਾ ਜਾਣਦੇ ਆ ਪਰ ਇਤਿਹਾਸ ਸਾਂਭਣਾ ਨਹੀਂ ਜਾਣਦੇ, ਔਰ ਅੱਜ ਤੱਕ ਸਿੱਖਾਂ ਨੇ ਆਪਣਾ ਇਤਿਹਾਸ ਸਾਂਭਿਆ ਵੀ ਨਹੀਂ ਹੈ। ਇਹ ਵੀ ਸਾਡੀ ਬਦਕਿਸਮਤੀ ਹੈ। ਜੀ ਜੀ ਸੁਰਿੰਦਰ, ਬਹੁਤ ਬਹੁਤ ਧੰਨਵਾਦ ਵੀਰ। ਤੇ ਹੁੰਦੀ ਹੈ ਮੁਲਾਕਾਤ, ਉਮੀਦ ਕਰੀਏ ਪੰਜਾਬ ਵਸਦਾ ਰਵੇ ਗੁਰਾਂ ਦੇ ਨਾਂ ਤੇ। ਦੁਨੀਆ ਮਾਨਵਤਾ ਥੋੜਾ ਜਿਹਾ ਮੱਤ ਤੋਂ ਕੰਮ ਲਵੇ, ਖਾਸ ਕਰਕੇ ਯੂਥ ਸਾਡਾ ਜਿਹੜਾ ਕਈ ਵਾਰੀ ਜਜ਼ਬਾਤੀ ਹੋ ਜਾਂਦਾ, ਕਿਉਂਕਿ ਇਹ ਚੀਜ਼ਾਂ ਤਜਰਬੇ ਨਾਲ ਹੱਡੀ ਹੰਡਾਉਂਦੇ ਨੇ। ਸਾਡਾ ਕਿਸੇ ਨਾਲ ਕੋਈ ਮਤਭੇਦ ਨਹੀਂ, ਪਰ ਜਦੋਂ ਵੇਖਦੇ ਹਾਂ ਕਿ ਨੁਕਸਾਨ ਇਹਨਾਂ ਗੱਭਰੂਆਂ ਦਾ ਹੀ ਹੋਣਾ, ਇਸ ਪੰਜਾਬ ਦਾ ਹੋਣਾ, ਪੰਜਾਬ ਦਾ ਜੋ ਵਸਦਾ ਗੁਰਾਂ ਦੇ ਨਾਂ ਤੇ ਉਹਦਾ ਹੋਣਾ। ਸਿਆਸਤਦਾਨਾਂ ਨੇ ਰੋਟੀਆਂ ਸੇਕਣੀਆਂ ਨੇ, ਸੇਕਦੇ ਰਹੇ ਨੇ, ਪਰ ਇਹ ਇਮੋਸ਼ਨਲ ਹੋਏ ਲੋਕ ਨਹੀਂ ਸੋਚਦੇ ਕਿ ਸੱਚਾਈ ਕੀ ਹੈ। ਖੈਰ, ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ, ਉਮੀਦ ਹੈ ਬੂਰ ਪਏਗਾ, ਹੈ ਨਾ। ਤੇ ਬਹੁਤ ਬਹੁਤ ਧੰਨਵਾਦ ਸੁਰਿੰਦਰ ਵੀਰ, ਸਤਿ ਸ਼੍ਰੀ ਅਕਾਲ, ਟੇਕ ਕੇਅਰ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ। ਸੋ ਦੋਸਤੋ, ਯਕੀਨ ਜਾਣਿਓ, ਜੇ ਕੋਈ ਚੀਜ਼ ਇਦਾਂ ਦੀ ਹੋਵੇ ਸੀਨਾ ਖੋਲ ਕੇ ਦਿਖਾਉਣ ਦੀ ਦਿਖਾ ਵੀ ਦਈਏ, ਪਰ ਇਹ ਚੀਜ਼ਾਂ ਨਹੀਂ ਸਪਸ਼ਟ ਕੀਤੀਆਂ ਜਾ ਸਕਦੀਆਂ। ਸੋ ਇਹ ਮਤਭੇਦ ਜ਼ਿੰਦਗੀ 'ਚ ਰਹਿੰਦੇ ਨੇ, ਸੋ ਉਹਨਾਂ ਨੂੰ ਇੰਨੇ ਨਫ਼ਰਤੀ ਨਾ ਬਣਾਈਏ ਕਿ ਐਂ ਲੱਗੇ। ਕਿਉਂਕਿ ਬਦਕਿਸਮਤੀ ਇਹ ਹੈ ਨਾ ਕਿ ਜਿਸ ਤਰ੍ਹਾਂ ਆ ਕਰੋਨਾ ਹੋਇਆ ਸੀ, ਸਾਨੂੰ ਹਰ ਇੱਕ ਬੰਦਾ ਸ਼ੱਕੀ ਲੱਗਦਾ ਸੀ ਕਿ ਯਾਰ ਮੌਤ ਤੁਰੀ ਆਉਂਦੀ, ਇਹਨੂੰ ਕਰੋਨਾ ਹੋਇਆ ਹੋਣਾ। ਉਹਦੇ 'ਚ ਸਾਡਾ ਸਮਾਜਿਕ ਸਾਰੋਕਾਰ, ਮਾਨਵਤਾ, ਰਿਸ਼ਤੇ ਟੁੱਟ ਗਏ। ਅਸੀਂ ਆਪਣਿਆਂ ਨੂੰ ਵੀ ਸੰਭਾਲ ਨਾ ਸਕੇ। ਹੁਣ ਇਹ ਜਿਹੜਾ ਸਿਆਸੀ ਕਰੋਨਾ ਆ, ਜਿਹੜਾ ਸਾਰੀ ਇਹ ਥਰਡ ਵਰਲਡ ਜਾਂ ਸਾਰੀਆਂ ਗੱਲਾਂ ਚੱਲਦੀਆਂ ਨੇ, ਇਸ ਦੌਰਾਨ ਇਸ ਮਾਮਲੇ 'ਚ ਪੰਜਾਬ ਦੀ ਜਿਹੜੀ ਖਾਨਾ ਜੰਗੀ ਹੈ ਨੇ ਹਮੇਸ਼ ਪੰਜਾਬ ਨੂੰ ਡੋਬਿਆ। ਪੰਜਾਬ ਨੂੰ ਕੀ, ਦੁਨੀਆ ਨੂੰ। ਖੇਤ ਦੀ ਫੁੱਟ ਚੰਗੀ ਤੇ ਘਰ ਦੀ ਫੁੱਟ ਮੰਦੀ। ਅੱਜ ਹਰ ਬੰਦੇ ਕੋਲ ਇਹ ਹਥਿਆਰ ਹੈ, ਬਾਂਦਰ ਹੱਥ ਬੰਦੂਕ ਵਾਲੀ ਗੱਲ ਹੈ ਕਿ ਹਰ ਬੰਦਾ ਆਪਣੇ ਜਜ਼ਬਾਤ ਜਿਹੜੇ ਆ ਉਹ ਦੇ ਹੀ ਜਾ ਰਿਹਾ। ਹਰ ਬੰਦੇ ਕੋਲ ਸਾਧਨ ਹੈ, ਕੋਈ ਵੀ ਬੈਠ ਕੇ ਲਾਈਵ ਹੋ ਕੇ ਆਪਣੀ ਗੱਲ ਕਹਿ ਸਕਦਾ। ਕਹੋ ਜੀ ਸਦਕੇ, ਪਰ ਘੱਟੋ ਘੱਟ ਮਿਆਰ ਕਾਇਮ ਰੱਖੋ, ਜਜ਼ਬਾਤਾਂ ਨੂੰ ਇੱਕ ਜਾਬਤੇ 'ਚ ਰੱਖੋ। ਮੈਂ ਸਮਝਦਾ ਹਾਂ ਕਿ ਜਰਨਲਿਜ਼ਮ ਤੇ ਆਪਣੇ ਧਰਮ ਦਾ ਵੀ ਪ੍ਰਭਾਵ ਨਹੀਂ ਪੈਣਾ ਚਾਹੀਦਾ। ਜਰਨਲਿਜ਼ਮ ਇੱਥੋਂ ਤੱਕ ਨਿਰਪੱਖ ਹੋਵੇ, ਪਰ ਹਾਲਾਤ ਉਲਟੇ ਹੋ ਰਹੇ ਨੇ। ਵਿਚਾਰਧਾਰਾਵਾਂ ਉਹਨਾਂ ਤੇ, ਕੋਈ ਜਲੰਧਰੀਏ, ਕੋਈ ਕਾਮਰੇਡ, ਕੋਈ ਨਵਾਂ ਜ਼ਮਾਨਾ, ਕੋਈ ਚੜ੍ਹਦੀ ਕਲਾ, ਕੋਈ ਜੀਤ, ਕੋਈ ਸਪੋਕਸਮੈਨ, ਕੋਈ ਭਾਸਕਰ, ਕੋਈ ਟਾਈਮਜ਼ ਆਫ ਇੰਡੀਆ, ਕੋਈ ਦਾ ਹਿੰਦੂ। ਇੱਕ ਲੌਬੀ ਵਿਸ਼ੇਸ਼ ਚੱਲ ਰਿਹਾ ਸਿਸਟਮ, ਇੱਕ ਡੈਸਕ ਪਾਲਿਸੀ ਲੈ ਕੇ ਚੱਲਦੇ ਅਦਾਰੇ। ਤੇ ਸਾਡੀ ਇੰਨੀ ਕੁ ਖੁਸ਼ਕਿਸਮਤੀ ਰਹੀ ਹੈ ਕਿ ਕੋਈ ਮਜਬੂਰੀ ਨਹੀਂ ਰਹੀ। ਸੋ ਇਸ ਕਰਕੇ ਜਿਹੜਾ ਸ਼ੱਕ ਪੈਦਾ ਕਰ ਦਿੱਤਾ ਨਾ ਕਿ ਇਹਦੇ ਵਿਰੁੱਧ ਬੋਲਿਆ, ਨਹੀਂ ਚੰਗਾ, ਨਹੀਂ ਮੰਨਦਾ, ਉਸ ਦੇ ਵਿੱਚ ਜਿਹੜੀ ਨਿਰਾਸ਼ਤਾ ਇੰਨੀ ਫੈਲ ਰਹੀ ਹੈ, ਖਾਸ ਕਰਕੇ ਇੰਟਰਨੈਟ ਦੇ ਵਿੱਚ। ਤਾਂ ਤੁਸੀਂ ਅੱਛੀਆਂ ਕਿਤਾਬਾਂ ਪੜ੍ਹੋ, ਸਾਡੀ ਤੇ ਜੌਬ ਹੈ, ਬਹੁਤ ਘੱਟ ਕੋਸ਼ਿਸ਼ ਹੁੰਦੀ ਹੈ ਕਿ ਬੇਲੋੜਾ ਇੱਧਰਲਾ ਉੱਧਰਲਾ ਵੇਖਿਆ ਜਾਵੇ, ਸਿਰਫ ਖਬਰਾਂ ਜਾਂ ਕਰੰਟ ਫਿਰ ਦੇਖਣਾ ਪੈਂਦਾ। ਪਰ ਜਿਹੜਾ ਇੱਕ ਅੱਛੀ ਕਿਤਾਬ, ਅੱਛੀ ਪੋਇਟਰੀ ਪੜ੍ਹ ਕੇ ਸਕੂਨ ਆਉਂਦਾ ਨਾ ਕਿਤਾਬ ਤੋਂ, ਉਹ ਨਹੀਂ ਇਹਨਾਂ ਚੀਜ਼ਾਂ 'ਚ ਆਉਂਦਾ। ਬਹੁਤ ਸਾਰੀ ਨੈਗੇਟਿਵਿਟੀ ਵੱਧ ਰਹੀ ਹੈ।
ਕੋਈ ਕਹਿ ਰਿਹਾ ਜੀ ਦੀਪ ਦਾ ਭਰਾ ਬੋਲਿਆ, ਦੀਪ ਦੀ ਭੈਣ ਆ ਬੋਲੀ। ਹੁਣ ਇਹ ਨਹੀਂ ਪਤਾ ਕਿ ਦੀਪ ਦੇ ਭਰਾ ਕਿੰਨੇ ਨੇ। ਹਰ ਕੋਈ ਦੀਪ ਦਾ ਭਰਾ ਬਣਿਆ। ਜਦੋਂ ਇਹ ਟਾਈਟਲ ਹੁੰਦਾ ਤੇ ਅਗਲਾ ਭੱਜ ਕੇ ਵੇਖਦਾ ਤੇ ਵਿੱਚੋਂ ਉਹੀ ਅਗਲੇ ਦੇ ਆਪਣੇ ਜਜ਼ਬਾਤ, ਜ਼ਰੂਰੀ ਨਹੀਂ ਕਿ ਉਹਦਾ ਕੋਈ ਏਜੰਡਾ ਹੋਵੇ, ਉਹਦੇ ਜਜ਼ਬਾਤ, ਉਹ ਜਿੰਨੀ ਕੁ ਉਹਦੀ ਸੋਚ ਆ ਉਹਨੇ ਉਸ ਮੁਤਾਬਕ ਉਹ ਗੱਲ ਵਿਖਿਆਨ ਕਰਨੀ ਹੈ। ਏਡਾ ਭੰਬਲ ਭੂਸਾ ਅੱਜ ਕੱਲ੍ਹ ਮੈਂ ਸਮਝਦਾ ਕਿ ਜੇ ਦੀਪ ਦਾ ਇਨਸਾਫ ਜੇ ਉਹਦੇ ਨਾਲ ਗਲਤ ਵਾਪਰਿਆ ਤਾਂ ਪਰਿਵਾਰ ਨੂੰ ਜਿਹੜਾ ਆਪਣੇ ਤੌਰ ਤੇ ਗੱਲ ਕਹਿਣੀ ਚਾਹੀਦੀ ਹੈ, ਵੱਡੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ, ਕਿਉਂਕਿ ਦੀਪ ਚਲਾ ਗਿਆ ਜਿਸ ਰਸਤੇ, ਉੱਥੇ ਕੋਈ ਹੋਰ ਅਣਿਆਈ ਮੌਤ ਨਾ ਜਾਵੇ ਜਿਹਦੇ ਜਾਣ ਦਾ ਖਦਸ਼ਾ ਹੈ। ਉਹ ਲੜਕੀ ਨੇ ਜੇ ਆਪਣਾ ਪੱਖ ਰੱਖਿਆ, ਉਹਦੇ ਤੇ ਦਬਾਅ ਕੋਈ ਨਹੀਂ ਹੈ। ਇਹ ਗੱਲ ਪਹਿਲੇ ਝਟਕੇ ਲੱਗਦੀ ਹੈ। ਉਹਦਾ ਆਪਣਾ ਵਧੀਆ ਕੈਰੀਅਰ ਹੈ, ਵਧੀਆ ਪਰਿਵਾਰ ਹੈ, ਅਮਰੀਕਾ ਦੀ ਸਿਟੀਜ਼ਨ ਹੈ, ਹੋਰ ਕੀ ਉਹਨੂੰ ਖਤਰਾ ਹੈ। ਸੋ ਇਸ ਕਰਕੇ ਇਸ ਵਰਤਾਰੇ ਦੇ ਵਿੱਚੋਂ ਦੂਸਰੇ ਜਿਹੜੇ ਕੌਮ ਦੇ ਆਗੂ ਨੇ, ਜਿਨ੍ਹਾਂ ਦੇ ਹੁੰਦਿਆਂ ਸੁਣਦਿਆਂ ਪਤਾ ਨਹੀਂ ਕਿੰਨੀਆਂ ਕਲਾਸ਼ਾਂ ਉਹਨਾਂ ਦੇ ਆਪਣਿਆਂ ਦੀ ਮੋਢਿਆਂ ਤੇ ਉਹਨਾਂ ਨੇ ਵੀ ਢੋਈਆਂ ਨੇ, ਮਾਨ ਸਾਹਿਬ ਨੇ ਜਾਂ ਹੋਰਾਂ ਨੇ, ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਚਾਹੀਦੀ ਹੈ ਕਿ ਉਹ ਇਸ ਦੀ ਤਹਿ ਤੱਕ ਜਾਣ। UNO ਕੋਲ ਬਾਅਦ ਜਾਣ, ਪਹਿਲਾਂ ਇਸ ਜੁਡੀਸ਼ਰੀ ਕੋਲ ਜਾਣ ਜਿਹੜੇ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ, ਫਾਂਸੀਆਂ ਤੋਂ ਰੋਕਿਆ ਹੋਇਆ ਅਜੇ ਤੱਕ ਲੋਕਾਂ ਨੂੰ ਇਸੇ ਜੁਡੀਸ਼ਰੀ ਨੇ। ਉਹ ਪੈਰਵਾਈ ਕਰਨੀ ਚਾਹੀਦੀ ਹੈ। ਉਸ ਲੜਕੀ ਨੂੰ ਰੀਨਾ ਦਾ ਨਾਲ ਖੁਦ ਸੰਪਰਕ ਕਰਕੇ ਅਸਲ ਤਹਿਕੀਕਾਤ ਕੀ ਹੈ ਇਮਾਨਦਾਰੀ ਨਾਲ। ਪਰ ਜੇ ਉਹਦੇ ਚੋਂ ਕਿਸੇ ਨੇ ਆਪਣੀ ਸਿਆਸਤ ਕੱਢਣੀ ਹੈ ਤੇ ਉਹ ਇਹ ਚੀਜ਼ ਨਹੀਂ ਕਰੇਗਾ। ਜਿਹਨੇ ਲੋਕਾਂ ਨੂੰ ਇਕੱਠ ਕਰਨਾ, ਕਿਸੇ ਨੇ ਕਿਸੇ ਦੇ ਨਾਂ ਤੇ, ਕਿਸੇ ਨੇ ਕਿਸੇ ਦੇ ਨਾਂ ਤੇ, ਉਹਨਾਂ ਨੇ ਉਹਦੇ ਚੋਂ ਚਮਕਣਾ। ਉਹਨਾਂ ਨੇ ਦੀਪ ਦੇ ਸਿਵੇ ਚੋਂ ਆਪਣੀ ਰੋਟੀ ਸੇਕਣੀ ਹੈ ਕਿਸੇ ਨਾ ਕਿਸੇ ਰੂਪ 'ਚ, ਇਮਾਨਦਾਰੀ ਨਾਲ ਨਹੀਂ, ਟਿਕੜਮਬਾਜ਼ੀ ਦੇ ਨਾਲ। ਸੋ ਜਿਉਂਦੇ ਜੀ ਲੱਖ ਵਿਰੋਧ ਹੁੰਦੇ ਨੇ। ਹੁਣ ਸ਼ੰਭੂ ਮੋਰਚੇ ਤੇ ਪਹਿਲਾਂ ਦੀਪ ਤੇ ਮਾਨ ਇਕੱਠੇ ਨਹੀਂ ਸੀ, ਬਾਅਦ 'ਚ ਇਕੱਠੇ ਹੋ ਗਏ। ਕੱਲ ਨੂੰ ਇਕੱਠੇ ਹੁੰਦੇ ਨਾ ਹੁੰਦੇ ਕੀ ਗਰੰਟੀ ਹੈ? ਦੀਪ ਨੇ ਕੋਈ ਆਪਣੀ ਸੋਚ ਕਿਸੇ ਪਾਰਟੀ ਵਿਸ਼ੇਸ਼ ਨੂੰ ਜਾਂ ਕਿਸੇ ਧਿਰ ਵਿਸ਼ੇਸ਼ ਨੂੰ ਕੋਈ ਗਿਰਵੀ ਤਾਂ ਨਹੀਂ ਕਰਕੇ ਗਿਆ ਉਹ, ਪਰ ਉਸ ਦੀ ਸੋਚ ਨੂੰ ਇਦਾਂ ਵਰਤਿਆ ਨਾ ਜਾਵੇ ਜਿਹੜੀ ਪੰਜਾਬ ਦੇ ਲਈ ਨੁਕਸਾਨਦਾਇਕ ਹੋਵੇ, ਹੋਰ ਲੋਕਾਂ ਦੇ ਘਰਾਂ ਦੇ ਦੀਪ ਚਿਰਾਗ ਬੁਝਣ। ਸਵਾਗਤ 13 ਨੰਬਰ, ਵੈਲਕਮ ਜੀ। ਤੁਹਾਡਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਨੇਤਰ ਸਿੰਘ ਜੀ। ਇੱਕ ਗੱਲ ਦੀ ਛੋਟੀ ਸੁਧਾਰਨਾ ਚਾਹੁੰਦਾ ਮੈਂ। ਤੁਸੀਂ ਕੱਲ ਕਿਹਾ ਵੀ ਇਹ ਜੱਟਾਂ ਦੀ ਬਾਣੀ ਤਾਂ ਹੈ ਨਹੀਂ। ਹਾਂ, ਉਹਦੇ ਚੋਂ ਸੀਗੇ ਭਗਤ ਧੰਨਾ ਕਹਿਣਾ ਸੀ, ਮੈਂ ਗਲਤ ਕਹਿ ਗਿਆ। ਥੈਂਕ ਯੂ। ਹਾਂ, ਨਹੀਂ ਉਹ ਮੈਨੂੰ ਜਦੋਂ ਨਿਕਲ ਗਿਆ ਤਾਂ ਮੈਨੂੰ ਕਮੈਂਟ ਵੀ ਆਇਆ ਗਲਤ ਨਿਕਲ ਗਿਆ। ਭਗਤ ਧੰਨਾ ਜੀ ਸੀਗੇ। ਸੋ ਉਹੀ ਨਾ ਕਿ ਉਹ ਮਤਲਬ ਕਿ ਇਹ ਜੱਟਾਂ ਦਾ ਗ੍ਰੰਥ ਹੈ ਜੀ, ਇਹ ਠੀਕ ਹੈ। ਕਾਰਨ ਪਤਾ ਕੀ ਹੈ ਜੱਟਾਂ ਦਾ ਉੱਤੇ? ਇਹ ਕਾਰਨ ਕਿਉਂਕਿ ਪਿੰਡਾਂ 'ਚ ਜ਼ਮੀਨ ਦੀ ਲੋੜ ਹੈ ਗੁਰੂ ਘਰ ਨੂੰ, ਉਹ ਜੱਟਾਂ ਕੋਲ ਹੁੰਦੀ ਹੈ। ਜਾਂ ਕਾਸ਼ਤਕਾਰ ਕੋਈ ਵੀ ਹੈ, ਨੇਤਰ ਸਿੰਘ ਜੀ, ਦੁੱਧ ਦੀ ਲੋੜ ਹੈ, ਉਹ ਜੱਟਾਂ ਦੇ ਘਰਾਂ 'ਚੋਂ ਆ ਜਾਂਦਾ ਹੈ। ਅਨਾਜ ਦੀ, ਕਣਕ ਦੀ, ਆਟੇ ਦੀ ਲੋੜ ਹੈ, ਮਿੱਠੇ ਦੀ ਲੋੜ ਹੈ, ਉਹ 'ਚੋਂ ਆ ਜਾਂਦਾ ਹੈ। ਗੁਰਦੁਆਰੇ ਲਈ ਟਰਾਲੀ ਲੈ ਕੇ ਜਾਣੀ ਆ, ਉਹ ਜੱਟ ਲੈ ਕੇ ਤੁਰ ਪੈਂਦੇ ਨੇ। ਉਹ ਜਾਣੀ ਪ੍ਰਬੰਧਨ 'ਚ ਇੱਕ ਜ਼ਰੂਰਤ ਹੈ, ਕਿਉਂਕਿ ਜੱਟ ਕੋਲੇ ਸਾਧਨ ਹੈਗੇ ਨੇ। ਇਸ ਕਰਕੇ ਜਿਹੜਾ ਹੈਗਾ ਨਾ, ਉਹ ਲੋਕਾਂ ਨੂੰ ਇਹ ਲੱਗਦਾ ਕਿ ਜੱਟਾਂ ਦਾ ਹੋ ਗਿਆ ਇਹਦਾ ਸਾਰਾ ਕੁਝ। ਉਹ ਭਾਈ ਉਹਦੇ ਵਿੱਚ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਨੇ। ਜੱਟਾਂ ਦਾ ਕਬਜ਼ਾ ਕਿੱਥੋਂ? ਮਤਲਬ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਲੋਕਾਂ ਨੂੰ ਤੋੜਨ ਵਾਸਤੇ ਉਦੋਂ ਨੇਤਰ ਸਿੰਘ ਜੀ ਇਹ ਬਹੁਤ ਰੌਲਾ ਪਾਏਗਾ ਕਿ ਇਹ ਤਾਂ ਜੱਟਾਂ ਦਾ ਗ੍ਰੰਥ ਹੈ, ਜਿਹੜੇ ਬਾਕੀ ਨੇ ਛੱਡ ਦਿਓ। ਖਾਸ ਕਰਕੇ ਜਿਹੜਾ ਸਾਡਾ SC ST ਭਾਈਚਾਰਾ ਸੀ ਨਾ, ਉਹਨੂੰ ਇਸ ਕਰਕੇ ਤੋੜਿਆ ਗਿਆ ਕਿ ਜੱਟਾਂ ਦਾ ਗ੍ਰੰਥ ਹੈ, ਇਹਦੇ ਤੋਂ ਲਾਂਭੇ ਹੋ ਜੋ। ਅੰਮ੍ਰਿਤ ਬਾਣੀ ਗ੍ਰੰਥ ਜਿਹੜਾ ਨਵਾਂ ਆਇਆ ਸੀਗਾ ਭਗਤ ਜੀ ਦਾ, ਉਹਦੇ ਨਾਲ ਜੋੜੋ। ਇਹ ਤੁਹਾਡਾ ਦਲਿਤਾਂ ਦਾ ਇਹ ਗ੍ਰੰਥ ਹੈ। ਉਹ ਅੰਮ੍ਰਿਤ ਬਾਣੀ ਗ੍ਰੰਥ ਪੈਰਲਲ ਕਈ ਜਗ੍ਹਾ ਪ੍ਰਕਾਸ਼ ਕਰਾਇਆ ਗਿਆ ਗੁਰੂ ਗ੍ਰੰਥ ਸਾਹਿਬ ਚੁੱਕ ਕੇ। ਸੋ ਇਹ ਸਕੀਮ ਲਾਈ ਗਈ। ਲਾਉਣ ਵਾਲੇ ਉਹੀ ਐਂਟੀ ਸਿੱਖ ਲੌਬੀ ਹੈ, ਨਾਗਪੁਰੀ ਲਾਣਾ ਜੀ। ਸਾਡੇ ਪਿੰਡ ਪਰਸੋਂ ਦੇ ਡਿਮਾਂਡ ਚੱਲਦੇ ਤੇ ਅੱਜ ਤੱਕ ਜੀ, ਉਹ ਸਾਰਾ ਪਿੰਡ ਚਾਹੇ ਕੋਈ ਲੜਿਆ ਪਿਆ ਚਾਹੇ ਸਾਰਾ ਏਕਾ ਹੋ ਜਾਂਦਾ। ਏਕਾ ਹੋਣਾ ਚਾਹੀਦਾ, ਬਿਲਕੁਲ। ਹਾਂ, ਇਕੱਠੇ ਹੋ ਕੇ। ਹੁਣ ਉੱਥੇ ਲੰਗਰ ਚੱਲਦਾ ਸੀ ਜਲੇਬੀਆਂ ਦਾ, ਜਿਹੜਾ ਵੀ ਕੋਈ ਬਾਹਰੋਂ ਆਉਂਦਾ ਸੀ ਭਾਈ ਕਿਲੋ ਲਿਫਾਫੇ 'ਚ ਪਾ ਕੇ ਇਹਨੂੰ ਦੇ ਦਿਓ। ਬਿਲਕੁਲ। ਜਿਹੜਾ ਵੀ ਆਉਂਦਾ ਸੀ, ਕੋਈ ਆ ਗਿਆ ਵੀ ਇਹਨੂੰ ਕਿਲੋ ਪਾ ਕੇ ਲਿਫਾਫੇ 'ਚ ਦੇ ਦਿਓ, ਕਿਲੋ ਦੇ ਗੇੜ ਜਿਹੜੀ ਤੁਲਮੀਆਂ ਤਾਂ ਨਹੀਂ। ਨਾਲੇ ਜਦੋਂ ਸੰਗਤ 'ਚ ਹੀ ਆ ਗਿਆ ਨਾ, ਤਾਂ ਸੰਗਤ ਦਾ ਗੁਰੂ ਦਾ ਰੂਪ, ਉੱਥੇ ਦੁਸ਼ਮਣ ਵੀ ਆ ਗਿਆ, ਦੋਸਤ ਵੀ ਆ ਗਿਆ ਬਰਾਬਰ। ਸਾਰਿਆਂ ਨੇ ਗਰੀਬ ਨਾਲ ਲੰਗਰ ਬਹਿ ਕੇ ਛਕਣ 'ਚ ਅੱਧ ਸਵਾਦ ਆਉਂਦਾ। ਬਿਲਕੁਲ। ਨਹੀਂ ਹੈਗਾ ਵੀ ਕਿਸੇ ਅਮੀਰ ਨਾਲ ਛੱਕ ਕੇ ਉਹ ਜਿਹੜੀ ਆਨੰਦ ਆਉਂਦਾ, ਜਿਹੜਾ ਗਰੀਬਾਂ ਨਾਲ ਬਹਿ ਕੇ ਡੱਬੇ ਛੱਕ ਕੇ ਆਉਂਦਾ, ਉਹ ਨਹੀਂ ਆਉਂਦਾ ਕਿਤੇ। ਸਹੀ ਗੱਲ ਹੈ ਬਾਈ ਜੀ, ਸਹੀ ਗੱਲ ਹੈ। ਥੈਂਕ ਯੂ।
ਮਿਹਰਬਾਨੀ ਮਿਹਰਬਾਨੀ। ਸੋ ਬਿਲਕੁਲ ਕਿਸੇ ਲੋੜਵੰਦ ਦੀ ਤੁਸੀਂ ਮਦਦ ਕਰੋ, ਗਰੀਬ ਦੀ ਮਦਦ ਕਰੋ ਤੇ ਉਹ ਤੁਹਾਡਾ ਆਸਾਨ ਨਹੀਂ ਭੁੱਲਦਾ ਤਾਂ ਉਮਰ। ਅਮੀਰ ਦਾ ਤੁਸੀਂ ਕਰ ਦਿਓ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਤੇ ਫਿਰ ਕਿਉਂ ਅਸੀਂ ਉਹਨਾਂ ਮਜਬੂਰ ਲੋਕਾਂ ਦੀ ਮਦਦ ਕਿਉਂ ਨਾ ਕਰੀਏ? ਉਹ ਕਰਨੀ ਚਾਹੀਦੀ ਹੈ। ਪਰ ਅਫਸੋਸ ਕਿ ਅਸੀਂ ਅਮੀਰ ਦੇ ਛਿੱਤਰ ਚੱਟਦੇ ਹਾਂ। ਆਪਣੇ ਵਿਆਹ 'ਚ ਵੱਡਾ ਲੀਡਰ ਬੁਲਾਉਣ ਲਈ ਅਸੀਂ ਕੀ ਘਰ ਦੇ ਨਿਆਣਿਆਂ ਦਾ ਸਾਹ ਰੋਕ ਕੇ ਉਹਨਾਂ ਦੇ ਅਮੀਰ ਰਿਸ਼ਤੇਦਾਰ ਆ ਜੇ, ਅਮੀਰ ਬੰਦਾ ਆ ਜੇ, ਘਰ ਦੇ ਨਿਆਣਿਆਂ ਦੇ ਬਿਸਕੁਟ ਖਾਣੇ ਬੰਦ ਕਰਕੇ ਅਸੀਂ ਉਹਨੂੰ ਖਵਾਉਂਦੇ ਹਾਂ। ਪਹਿਲਾਂ ਗਰੀਬ ਜੇ ਠੰਡੀ ਚਾਹ ਵੀ ਮੰਗ ਲੈ ਉਹਨੂੰ ਕਹਿੰਦੇ ਬਹਿ ਜਾ ਯਾਰ ਦੇ ਦਿੰਦੇ ਆ। ਉਹ ਕਿੰਨਾ ਆਸਾਨ ਮੰਨਦਾ, ਲੋੜ ਤੇ ਉਹਨੂੰ ਹੈ। ਸੋ ਨਾਲੇ ਜਦੋਂ ਸੰਗਤ ਦਾ ਰੂਪ ਆ ਗਿਆ, ਹੁਣ ਜਿਸ ਤਰ੍ਹਾਂ ਜਿਵੇਂ ਸੁਰਿੰਦਰ ਬਾਈ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਵੀ ਕਿਹਾ ਗਿਆ ਕਿ ਇੱਥੇ ਆਉਣ ਤੇ, ਇਹ ਗੱਲ ਗਲਤ ਸੀ, ਕਿਉਂਕਿ ਉਹ ਐਡਾ ਮੁਕੱਦਸ ਸਥਾਨ ਹੈ, ਉੱਥੇ ਤੇ ਕਿਸੇ ਨੂੰ ਰੋਕੇ ਨਹੀਂ ਜਾਣਾ ਚਾਹੀਦਾ। ਜੋ ਵੀ ਆ ਗਿਆ ਠੀਕ ਹੈ। ਜਿਉਂਦੇ ਜੀ ਯਾਰ ਲੱਖ ਮਤਭੇਦ ਹੁੰਦੇ ਨੇ, ਦੀਪ ਦੇ ਕਿਤੇ ਮਤਭੇਦ ਨਹੀਂ ਸੀ ਕਿਸੇ ਨਾਲ। ਹੁਣ ਉਹ ਲੋਕ ਮਰੇ ਨੇ, ਕੀ ਉਹਨਾਂ ਲਈ ਦੀਪ ਜ਼ਿੰਮੇਵਾਰ ਹੋ ਗਿਆ? ਫਿਰ ਨਹੀਂ, ਏਦਾਂ ਨਹੀਂ ਹੁੰਦਾ। ਜਿਉਂਦੇ ਜੀ ਮੈਂ ਸਮਝਦਾ ਕਿ ਮਾਵਾਂ ਧੀਆਂ 'ਚ ਮਤਭੇਦ ਹੋ ਜਾਂਦੇ ਨੇ, ਭੈਣਾਂ ਭੈਣਾਂ 'ਚ ਹੋ ਜਾਂਦੇ ਨੇ, ਪਿਓ ਪੁੱਤ 'ਚ ਹੋ ਜਾਂਦੇ ਨੇ, ਬੋਲ ਬੁਲਾਰੇ ਬੰਦ ਹੋ ਜਾਂਦੇ ਨੇ। ਇਹਦਾ ਮਤਲਬ ਜੇ ਕਿ ਤੁਹਾਡੇ ਕਰਕੇ ਇਹ ਹੋ ਗਿਆ। ਵੈਸੇ ਸਿੱਖ ਕੌਮ ਦਾ, ਜਿਵੇਂ ਉਹ ਬੀਬੀ ਪ੍ਰੀਤਮ ਕੌਰ ਨੇ ਕੱਲ ਕਿਹਾ ਵੀ ਹੈ ਨਾ, ਕਿ ਹਰ ਬੰਦਾ ਰੋ ਰੋ ਕੇ ਆਪਣੇ ਆਪ ਨੂੰ ਕੈਸ਼ ਕਰਨ ਲੱਗਾ। ਠੀਕ ਹੈ, ਭਾਵਕ ਮੌਕਾ, ਪਰ ਘੱਟੋ ਘੱਟ ਜਿੰਦਾ ਦਿਲ ਕੌਮ ਹੈ, ਜਿੰਦਾ ਦਿਲੀ ਸਾਨੂੰ ਰੱਖਣੀ ਚਾਹੀਦੀ ਹੈ। ਉਹਦੇ ਅਸਲ ਤੱਥ ਸਾਹਮਣੇ ਲਿਆਉਣੇ ਚਾਹੀਦੇ ਨੇ। ਇਹ ਜਿਹੜਾ ਉਸ ਦੇ ਨਾਂ ਤੇ ਹੁਣ ਇਹ ਆਪਸੀ ਵੰਡ ਵੱਧ ਰਹੀ ਹੈ, ਇਹ ਨਹੀਂ ਹੋਣੀ ਚਾਹੀਦੀ। ਦੀਪ ਪੰਜਾਬ ਲਈ ਜੋ ਸਮਰਪਿਤ ਭਾਵਨਾ ਛੱਡ ਕੇ ਗਿਆ, ਉਸ ਭਾਵਨਾ ਦੇ ਮੁਤਲਕ ਨਸ਼ੇ ਬੰਦ ਕਰੋ, ਕੋਈ ਹੋਰ ਐਜੀਟੇਸ਼ਨ ਹੈ ਕਿਸੇ ਨੇ ਕਿਤੇ ਨਹੀਂ ਜਾਣਾ, ਨਾ ਕਰੋ, ਪਰ ਉਸ ਮੁਤਲਕ ਜਿਹੜੀ ਲੁੱਟ ਖਸੁੱਟ ਹੈ ਨਾ, ਉਹ ਰੁਕਣੀ ਚਾਹੀਦੀ ਹੈ। ਸ਼ਾਇਦ ਮੇਰੇ ਸਮਝ ਦੇ ਮੁਤਾਬਕ ਉਸ ਨੂੰ ਇੱਕ ਅੱਛੀ ਸ਼ਰਧਾਂਜਲੀ ਹੋ ਸਕਦੀ ਹੈ ਜੇ ਤੁਸੀਂ ਦੀਪ ਦੇ ਨਾਂ ਤੇ ਚਿੱਟੇ ਦਾ ਵਿਰੋਧ ਸ਼ੁਰੂ ਕਰ ਦਿਓ। ਮੈਨੂੰ ਮਨਦੀਪ ਜੱਸੀ ਨੇ ਭੇਜਿਆ ਕਿਸੇ ਪਿੰਡ ਤੋਂ, ਇਦਾਂ ਕਰਦੇ ਆ ਲੋਕ ਵਿਰੋਧ। ਕਾਲਚਰਾਣੇ ਪਿੰਡ ਨੇ ਕੀਤਾ, ਲਾਇਬ੍ਰੇਰੀ ਬਣਾ ਦਿਓ, ਕੋਈ ਹੋਰ ਚੀਜ਼ ਬਣਾ ਦਿਓ ਉਹਦੇ ਨਾਂ ਤੇ, ਜਿਹੜਾ ਉਹ ਸਦੀਵੀ ਯਾਦ ਰਹੇ। ਪਰ ਉਹਦੇ ਬਿਨਾਂ ਤੇ ਫੇਸਬੁੱਕ ਤੇ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ, ਉਹ ਕੱਢਣੀਆਂ, ਉਹ ਕੰਮ ਹੈ ਫਿਰ ਜਿਹੜਾ ਸੈਂਟਰ ਸਰਕਾਰ ਨੂੰ ਪੰਜਾਬ ਵਿਰੋਧੀਆਂ ਨੂੰ ਰਾਸ ਆਉਂਦਾ ਹੈ। ਉਹ ਤੁਸੀਂ ਕਰ ਰਹੇ ਹੋ ਬੜੇ ਆਰਾਮ ਦੇ ਨਾਲ, ਆਪਣੀ ਭੜਾਸ ਕੱਢ ਕੇ, ਆਪਣਾ ਗੁੱਸਾ ਕੱਢ ਕੇ, ਸਿਰਫ ਤੁਸੀਂ ਨਫ਼ਰਤ ਦੇ ਵਿੱਚ ਵਾਧਾ ਕਰ ਰਹੇ ਹੋ, ਹੋਰ ਕੁਛ ਨਹੀਂ। ਇਹਨਾਂ ਬੇਨਤੀਆਂ ਦੇ ਨਾਲ ਹੀ ਤੇ ਨਾਲ ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ, ਸਬਸਕ੍ਰਾਈਬਰ ਦਾ, ਜਿਹੜੇ ਸਾਨੂੰ ਸਪੋਰਟ ਕਰਦੇ ਨੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ। ਧੰਨਵਾਦ ਉਹਨਾਂ ਦਾ ਵੀ, ਸਾਨੂੰ ਸਪੋਰਟ ਕੀਤਾ ਹੈ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਹੈ, ਲੌਸਟਿਲ ਟਰੈਵਲ ਸੈਂਟਰ 14814 ਲੋਮਾ ਸਟਰੀਟ, ਲੌਸਟਿਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ, ਲਾਂਡੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਇੱਥੇ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਬੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 84 13 425232 8413। ਇਟਲੀ ਤੋਂ ਬਲਜਿੰਦਰ ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਟੋਣਾ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ। ਠੀਕ ਠਾਕ ਵੀਰ ਜੀ? ਸਭ ਵਧੀਆ, ਮੇਰਾ। ਹਾਂ ਜੀ ਟੋਣਾ ਸਾਹਿਬ ਜੀ, ਹੁਣ ਜਿਹੜਾ ਦੀਪ ਸਿੱਧੂ ਦਾ ਮਸਲਾ ਚੱਲ ਰਿਹਾ, ਕਿੰਨੇ ਦਿਨ ਹੋ ਗਏ ਜੀ ਮਸਲਾ ਚੱਲ ਰਿਹਾ ਹੈ ਜੀ, ਕਹਿੰਦੇ ਕੋਈ ਨਿਕਲਦਾ ਕੁਝ ਨਹੀਂ ਰਿਹਾ ਜੀ। ਸਿਆਸੀ ਪਾਰਟੀ ਆਪਣੀ ਰੋਟੀਆਂ ਸੇਕ ਰਹੀਆਂ ਜੀ, ਉਸ ਤਰ੍ਹਾਂ ਹੀ ਚੱਲ ਰਿਹਾ ਜੀ। ਐਕਸੀਡੈਂਟ ਹੋਗਾ ਬਾਈ ਜੀ, ਉਹਦਾ ਐਕਸੀਡੈਂਟ ਹੋਗਾ, ਉਹਦੀ ਮੌਤ ਹੋਈ ਹੈ ਜੀ, ਦੁੱਖ ਹੋਇਆ ਜੀ, ਬੜਾ ਦੁੱਖ ਹੈ ਜੀ। ਇਸ ਚੀਜ਼ ਦਾ ਆਪਾਂ ਸਾਰੇ ਬੰਦੇ ਆਪਣੇ ਪੰਜਾਬੀ ਭਾਈਚਾਰੇ ਵਿੱਚ ਲਹਿਰ ਹੈਗੀ ਹੈ ਵੀ ਉਹਦਾ ਦੁੱਖ ਹੋਇਆ ਜੀ। ਲੇਕਿਨ ਬਾਈ ਜੀ ਐਕਸੀਡੈਂਟ ਹੋ ਗਿਆ, ਮਰ ਗਏ, ਆਮ ਬੰਦੇ ਮਰਦੇ ਆ ਜੀ, ਮਰਦੇ ਰਹਿੰਦੇ ਆ ਜੀ। ਐਕਸੀਡੈਂਟ ਕਿੰਨੀ ਦੁਨੀਆ ਮਰਦੀ ਹੈ ਜੀ। ਕਿਹਾ ਜੀ ਉਹਨੇ ਕਿਹੜਾ ਕਦਮ ਤੀਰ ਮਾਰਤਾ ਬਾਈ ਜੀ ਇਹੋ ਜਿਹਾ ਵੀ ਉਹਦੇ ਪਿੱਛੇ ਲੋਕ ਰੋਟੀਆਂ ਸੇਕ ਰਹੇ ਆ ਜੀ। ਨਹੀਂ ਦੇਖੋ, ਜੇ ਉਹ ਸ਼ੱਕੀ ਹੈ ਨਾ, ਜੇ ਲੱਗਦਾ ਕਿ ਉਹਦੇ 'ਚ ਕੋਈ ਕਤਲ ਹੋਇਆ, ਉਹਦੀ ਜਾਂਚ ਹੋਣੀ ਚਾਹੀਦੀ। ਉਹ ਜਾਂਚ ਲਈ ਅਸੀਂ ਕਾਰਵਾਈ ਕਰੀਏ, ਦੋਸ਼ੀਆਂ ਨੂੰ ਸਾਹਮਣੇ ਲਾਈਏ, ਉਹ ਚੀਜ਼ ਕਰੀਏ।
ਜਦੋਂ ਬਾਈ ਜਾਂਚ ਹੋਣੀ ਚਾਹੀਦੀ ਸੀ ਉਹਦੀ ਰੈੱਡ ਬਾਡੀ ਤੇ ਬਕਾਇਦਾ ਜੀ ਪੋਸਟਮਾਰਟਮ ਹੁੰਦਾ। ਜਿਹੜੀ ਸਿਆਸੀ ਪਾਰਟੀ ਅੱਜ ਖੜੀਆਂ ਸੀ ਨਾਲ ਖੜਦੀਆਂ ਜੀ ਬਕਾਇਦਾ ਜੀ। ਹੁਣ ਜੀ ਮਾਨ ਸਾਹਿਬ ਨੇ ਕਹਿਤਾ ਜੀ 6 ਤਰੀਕ ਨੂੰ ਅਸੀਂ ਰੈਲੀ ਕਰੂਗੇ, ਉੱਥੇ ਬਾਈ ਕਿਆ ਨਿਕਲਣਾ, ਕੁਛ ਨਿਕਲਣਾ ਹੈ, ਕਿਆ ਨਿਕਲੂਗਾ ਉੱਥੇ। ਨਹੀਂ, ਉਹ ਤਾਂ ਬੇਅਦਬੀ ਦੇ ਮਾਮਲੇ ਤੇ ਕਰ ਰਹੇ ਨੇ ਜੀ, ਬੇਅਦਬੀ ਦੇ ਇਸ਼ੂ ਤੇ ਅਕਾਲੀ ਦਲ ਨੂੰ ਘੇਰ ਰਹੇ ਨੇ। ਅਕਾਲੀ ਦਲ ਆਪਣੀ ਤਿਕੜਬਾਜ਼ੀ ਕਰੇਗਾ ਬਚਾਅ ਵਾਸਤੇ। ਉੱਥੇ ਬਾਈ ਜੀ ਇਹੀ ਕੁਛ ਹੋਣਾ ਤੁਹਾਡੇ ਸਾਹਮਣੇ, ਉੱਥੇ ਵੀ ਇਹੀ ਕੁਛ ਹੋਣਾ ਜੀ। ਇਹਦੇ ਇਸ ਦੇ ਸੰਬੰਧ ਵਿੱਚ ਵਿਚਾਰਾ ਹੋਣੀ ਉੱਥੇ ਜੀ। ਥੈਂਕ ਯੂ। ਉਹ ਵਿਚਾਰੇ ਬਾਈ ਮਿਹਰਬਾਨੀ ਜੀ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ। ਦੇਖੋ, ਜਦੋਂ ਇਹ ਨਿੱਜੀ ਗੱਲਾਂ ਹੋਣਗੀਆਂ, ਅਕਾਲੀ ਉਹਨਾਂ ਦੇ ਖਿਲਾਫ ਕਰਨਗੇ, ਉਹਦੇ ਚੋਂ ਐਜੀਟੇਸ਼ਨ ਰੁੜ ਕੇ ਰਹਿ ਜਾਣੀ ਹੈ। ਖੈਰ, ਸਾਨੂੰ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਆਪਣੀ ਸਬਸਕ੍ਰਿਪਸ਼ਨ ਲਈ ਹੈ, ਇਕੱਠੀ ਲਈ ਹੈ, ਜਿਹਨਾਂ ਲੋਕਾਂ ਨੇ, ਉਹਨਾਂ ਦਾ ਮੈਂ ਜ਼ਿਕਰ ਕਰਦੇ ਹਾਂ ਵੀਰਾਂ ਦਾ। ਸਭਾਨ ਸਿੰਘ ਗਰੇਵਾਲ ਆਂਡਲੂ ਪਿੰਡ ਤੋਂ ਨੇ US ਤੋਂ, ਤੇ ਇਸੇ ਤਰ੍ਹਾਂ ਚਮਕੌਰ ਸਿੰਘ ਭੰਡਾਲ ਸਾਹਿਬ ਨੇ ਭਾਜੀ ਕਨੇਸ਼ ਪਿੰਡ ਤੋਂ USA ਤੋਂ, ਤੇ ਜਤਿੰਦਰ ਸਿੰਘ ਹੰਸਰਾ ਕਮਾਲਪੁਰਾ ਜਗਰਾਉਂ, ਤੇ ਇਹਨਾਂ ਦੇ ਦੋਸਤ ਭਗਵਾਨ ਸਿੰਘ ਦਦਾਹੂਰ, ਜਗਜੀਤ ਸਿੰਘ, ਕੁਲਜੀਤ ਸਿੰਘ ਹਮੀਰਾ ਤੇ ਖੁਸ਼ਬੀਰ ਸਿੰਘ ਵੈਨਕੂਵਰ ਤੋਂ ਨੇ। ਪੰਜੇ ਭਰਾ ਆਪਾਂ ਨੂੰ ਸਪੋਰਟ ਕਰਦੇ ਨੇ, ਧੰਨਵਾਦ ਹੈ। ਸ਼ਿਕਾਗੋ ਤੋਂ ਵਰਿੰਦਰ ਸਿੰਘ ਧਾਲੀਵਾਲ ਨੇ, ਨਵਾਂ ਪਿੰਡ ਦੁਆਬਾ ਵਾਲੇ, ਇੰਦਰਪ੍ਰੀਤ ਸਿੰਘ ਟਵਾਣਾ ਗਰਾਈ ਮੇਰਾ, ਤੇ ਬਲਵਿੰਦਰ ਲਾਡੀ ਸੰਧੂ ਨਿਊਜ਼ੀਲੈਂਡ ਤੋਂ, ਸੰਦੀਪ ਗਰੇਵਾਲ ਪੁਰਾਣੇ ਸਬਸਕ੍ਰਾਈਬਰ ਨੇ। ਇਸੇ ਤਰ੍ਹਾਂ USA ਤੋਂ ਜਗਰਾਜ ਜੀ, ਤੇ ਪਰਮਜੀਤ ਸਿੰਘ ਕਾਲੋਂ ਸਾਹਿਬ ਕਾਦੀਆਂ ਵਾਲੇ UK ਤੋਂ, ਤੇ US ਤੋਂ ਸਤਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ ਚਾਲ, ਬਾਈ ਜੀ ਲਲਹੇੜੀ ਵਾਲੇ ਜਰਮਨੀ ਤੋਂ, ਰਘਵੀਰ ਸਿੰਘ UK ਗੰਗਾਨਗਰ ਤੋਂ, ਪ੍ਰੋਫੈਸਰ ਜਸਵੰਤ ਸਿੰਘ USA ਤੋਂ, ਸਤਨਾਮ ਸਿੰਘ ਚੌਹਾਨ ਮਰਜਾਣਾ ਪਾਪੀ ਵੀ ਆਪਾਂ ਨੂੰ ਸਪੋਰਟ ਕਰ ਰਹੇ ਨੇ, ਧੰਨਵਾਦ। ਕੁਲਜੀਤ ਸਿੰਘ ਤਖਾਣਵਾਦ ਹਾਂਗਕਾਂਗ ਤੋਂ, ਤੇ ਮਨਦੀਪ ਸਿੰਘ ਸਿੱਧੂ ਸਾਹਿਬ ਕੈਲੀਫੋਰਨੀਆ ਤੋਂ, ਪਿੰਡ ਮੰਦਰ ਹੈ ਇਹਨਾਂ ਦਾ US ਤੋਂ, ਤੇ ਗੁਰਦੀਪ ਸਿੰਘ ਪੰਨੂ ਸਾਹਿਬ ਥੈਂਕ ਯੂ। ਤੇ ਇਸੇ ਤਰ੍ਹਾਂ ਸਤਿੰਦਰ ਰੰਧਾਵਾ ਸਨਹੌਜ਼ੇ ਵਾਲੇ, ਉਹੀ ਪਹਿਲਾਂ ਮੈਂ ਜ਼ਿਕਰ ਕੀਤਾ, ਤੇ ਦਵਿੰਦਰ ਹੀਰ ਤੇ ਜਸਕਰਨ ਤੂਰ ਫਲਾਈ ਪਿੰਡ ਆ ਬਾਈ ਜੀ ਹੋਰਾਂ ਦਾ, ਹੁਸ਼ਿਆਰਪੁਰ ਦੇ ਵਿੱਚ, US ਤੋਂ ਸਪੋਰਟ ਕਰਦੇ ਨੇ। ਤੇ ਇਸੇ ਦੌਰਾਨ ਜਿਹੜਾ ਦਵਿੰਦਰ ਧਾਲੀਵਾਲ ਚੱਕ ਖੁਰਦ ਮਰੇਕੋਟਲਾ US ਵਿਨੀਪੈਗ ਤੋਂ, ਤੇ ਮੱਖਣ ਪੁਰੇਵਾਲ ਬਾਈ ਜੀ ਫਰਾਂਸ ਤੋਂ, ਰਘਵੀਰ ਸਿੰਘ ਮਨਹਾਸ ਫਰਾਂਸ ਤੋਂ ਆਪਾਂ ਨੂੰ ਸਪੋਰਟ ਕਰਦੇ ਨੇ। ਸੋ ਇਹਨਾਂ ਸਭ ਵੀਰਾਂ ਦਾ ਧੰਨਵਾਦ। ਇਹ ਜਿਨ੍ਹਾਂ ਸੱਜਣਾ ਨੇ ਆਪਾਂ ਨੂੰ ਇਕੱਠੀ, ਕਿਸੇ ਨੇ 4 ਮਹੀਨੇ ਦੀ, 6 ਮਹੀਨੇ ਦੀ, ਸਾਲ ਦੀ ਸਬਸਕ੍ਰਿਪਸ਼ਨ ਇਸ ਤਰ੍ਹਾਂ ਭੇਜੀ ਹੈ। ਧੰਨਵਾਦ ਸਭ ਵੀਰਾਂ ਦਾ, ਤੇ ਸਾਨੂੰ ਸਪੋਰਟ ਕੀਤਾ ਹੈ। ਆਪਣਾ ਸੁਖੀ ਘੁੰਮਣ ਹੋਰਾਂ ਨੇ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੇ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵੇਜ਼ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ, ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਇੱਥੇ ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵੇਜ਼ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500, ਤੇ ਜੈ ਘੁੰਮਣ ਹੋਰਾਂ ਦਾ ਨੰਬਰ ਹੈ 661 885 8855 661 885 8855 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਬੇਕਰਸਫੀਲਡ ਇਲਾਕੇ ਦੇ ਵਿੱਚ ਯੂਨੀਅਨ ਵੇਜ਼ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਤੇ ਇਸੇ ਦੌਰਾਨ ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫreight ਸਰਵਿਸ ਨੇ। ਸੈਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੇ ਇੱਕ ਆਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫreight ਸਰਵਿਸ ਵਾਲੇ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਅੰਗਰੇਜ਼ੀ ਪੰਜਾਬੀ ਦੇ ਵਿੱਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਜਾਂ ਸੈਟਲ ਇਲਾਕੇ ਦੇ ਲੋਕਲ ਲੋਡ ਚਾਹੀਦੇ ਨੇ ਤਾਂ ਤੁਸੀਂ ਸੰਪਰਕ ਕਰਨਾ ਵਾਸ਼ਿੰਗਟਨ ਫreight ਸਰਵਿਸ ਤੋਂ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਨੋਟ ਕਰ ਲਓ। ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਹੋਰੀ ਅੱਜ ਕੱਲ੍ਹ ਬਾਈ ਜੀ ਇੰਡੀਆ ਨੇ, ਉਸ ਹਿਸਾਬ ਨਾਲ ਕਾਲ ਕਰ ਸਕਦੇ ਹੋ। ਜਗਦੇਵ ਜੀ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ CP ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਰਿਟਰਨ ਜਾਂ ਕੋਈ ਅਮਰੀਕਨ ਇਮੀਗ੍ਰੇਸ਼ਨ ਦਾ ਕੰਮ ਕਰਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਪੇਪਰ ਫਾਈਲਿੰਗ ਕਰਾਉਣੀ ਹੈ ਤਾਂ ਇਹ ਸੇਵਾਵਾਂ CP ਤਰਸੇਮ ਸਿੰਘ ਗਿੱਲ ਤੋਂ ਲੈ ਸਕਦੇ ਹੋ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਤੇ ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਤੇ ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਪਾਲ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CP ਤਰਸੇਮ ਸਿੰਘ ਗਿੱਲ।
ਜਿਨ੍ਹਾਂ ਦਾ ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ, ਸੌਰੀ ਤਰਸੇਮ ਸਿੰਘ ਗਿੱਲ ਹੋਰਾਂ ਦਾ ਨੰਬਰ ਨੋਟ ਕਰ ਲਓ। CPA ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 764 9861। ਇਸੇ ਤਰ੍ਹਾਂ ਬੱਲੂਆਣਾ ਦੇ ਵਿੱਚ ਅੱਜ ਤੇਜ਼ ਰਫ਼ਤਾਰ ਬੱਸ ਪਲਟੀ ਹੈ, ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਇੱਕ ਸਕੂਲ ਵੈਨ ਵੀ ਅੱਜ ਪਲਟੀ ਹੈ ਤੇ ਕੁਝ ਬੱਚੇ ਵੀ ਜ਼ਖਮੀ ਹੋਏ ਨੇ। ਤੇ ਮੌਸਮ ਪੰਜਾਬ ਦੇ ਵਿੱਚ ਅੱਜ ਬਾਰਿਸ਼ ਵਾਲਾ ਰਿਹਾ ਸਵੇਰੇ, ਪਰ ਬਦਲਵਾਈ ਰਹੀ ਕੱਲ ਨੂੰ ਤੇ ਉਮੀਦ ਹੈ ਮੌਸਮ ਹੋਏਗਾ। ਬਾਈ ਸਵਰਨ ਸਿੰਘ ਸ਼ੇਰਗਿੱਲ ਸਾਹਿਬ ਲੂਣੇ ਪਿੰਡ ਵਾਲੇ ਦੱਸ ਰਹੇ ਸੀ ਕਿ ਆਲੂਆਂ ਦੀ ਫਸਲ ਨੂੰ ਇਸ ਦਾ ਥੋੜਾ ਨੁਕਸਾਨ ਹੈ ਤੇ ਬਾਕੀ ਫਸਲਾਂ ਦੇ ਵਾਸਤੇ ਇਹ ਮੌਸਮ ਬਿਹਤਰ ਹੈ। ਤੇ ਫੱਗਣ ਮਹੀਨੇ ਦਾ ਮੀਂਹ ਕਿਤੇ ਨਾ ਕਿਤੇ ਜਿਹੜੀਆਂ ਫਸਲਾਂ ਨੂੰ ਦਰੁਸਤ ਕਰਦਾ, ਪਰ ਹੁਣ ਜਿਵੇਂ ਆਲੂ ਦੀ ਖੇਤੀ ਹੈ ਉਹਨਾਂ ਨੂੰ ਅਜੇ ਥੋੜੀਆਂ ਦਿੱਕਤਾਂ ਇਸ ਦੇ ਵਿੱਚ ਹੈ ਨੇ। ਤੇ ਦੇਖੋ ਮਤਭੇਦ ਵੀਰੋ ਹੁੰਦੇ ਆਏ ਨੇ, ਰਹਿਣਗੇ, ਪਰ ਅਸੀਂ ਘੱਟੋ ਘੱਟ ਪਹਿਰੇਦਾਰੀ ਕਰੀਏ ਪੰਜਾਬੀਅਤ ਤੇ। ਸੋ ਉਸ ਦੌਰਾਨ ਆਪਸੀ ਤੌਰ ਤੇ ਜਿਹੜੀਆਂ ਅਫਵਾਹਾਂ ਫੈਲਾਉਣੀਆਂ ਜਾਂ ਜਿਹੜੇ ਉਹ ਚੈਨਲ ਜਿਨ੍ਹਾਂ ਦੀ ਕੋਈ ਅਥੈਂਟਿਸਿਟੀ ਨਹੀਂ ਹੈ ਤੇ ਉਹ ਜੋ ਇਸ ਤਰ੍ਹਾਂ ਕਰਦੇ ਨੇ ਤੇ ਘੱਟੋ ਘੱਟ ਉਸ ਨੂੰ ਲੈ ਕੇ ਇੱਕ ਦੂਸਰੇ ਦੇ ਖਿਲਾਫ ਨਫ਼ਰਤ, ਤਾਂ ਖਾਸ ਕਰਕੇ ਕਿਸੇ ਦੇ ਵੀ ਖਿਲਾਫ ਕੋਈ ਕਮੈਂਟ ਇਸ ਤਰ੍ਹਾਂ ਨਾ ਲਿਖਿਆ ਜਾਵੇ ਜਿਸ ਦੇ ਨਾਲ ਆਪਸੀ ਮਤਭੇਦ ਵਧਣ। ਆਪਸੀ ਮਤਭੇਦ ਲੱਖ ਹੁੰਦੇ ਨੇ, ਜਿਉਂਦੇ ਜੀ ਸਭ ਦੇ ਆਏ ਨੇ। ਜੇ ਖਾਲਿਸਤਾਨ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਦੇ ਸ਼ੰਭੂ ਮੋਰਚੇ ਦੇ ਵਿੱਚ ਵੀ ਇੱਕ ਬੱਚੇ ਨੇ ਖਾਲਿਸਤਾਨ ਦਾ ਨਾਅਰਾ ਲਾ ਦਿੱਤਾ ਸੀ ਤੇ ਦੀਪ ਨੇ ਖੁਦ ਉਸ ਬੱਚੇ ਨੂੰ ਸਪੁਰਦ ਕੀਤਾ ਸੀ ਪੁਲਿਸ ਤੇ। ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਸ ਕਰਕੇ ਪਹਿਲਾਂ ਜਿਹੜਾ ਹੈਗਾ ਪੰਜਾਬ ਭਾਰਤ, ਉਸ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ, ਆਪਣੇ ਲੋਕਾਂ ਦੇ ਬਾਰੇ ਸੋਚਣਾ ਚਾਹੀਦਾ। ਵਕਤ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਮਤਭੇਦ ਆਪਸੀ ਤੌਰ ਤੇ ਬਦਲਦੇ ਰਹਿੰਦੇ ਨੇ, ਪਰ ਉਹ ਕਹਿੰਦੇ ਆ ਕਿ ਦੋਸਤੀ ਕਰੋ, ਜੰਮ ਕੇ ਕਰੋ, ਮਗਰ ਖਿਆਲ ਇੰਨਾ ਰਹੇ ਜੇ ਕਦੇ ਫਿਰ ਤੋਂ ਦੋਸਤ ਬਣ ਜਾਏਗੀ ਤਾਂ ਸ਼ਰਮਿੰਦਾ ਨਾ ਹੋਣਾ ਪਵੇ। ਸੋ ਇਸੇ ਬੇਨਤੀ ਗੁਜ਼ਾਰਿਸ਼ ਦੇ ਨਾਲ ਤੁਹਾਡਾ ਵੀਕਐਂਡ ਸ਼ੁਭ ਰਹੇ ਤੇ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਜੀ ਤੋਂ ਆਗਿਆ ਚਾਹਾਂਗਾ। ਸੋਮਵਾਰ ਸਵੇਰੇ 7 ਵਜੇ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।